ਲਓ ਜੀ, ਇੱਕ ਵਾਰ ਫਿਰ ਤੋਂ ਆਪਾਂ ਹਾਜ਼ਰ ਹਾਂ ਜੀ। ਸਾਡੇ ਵੱਲੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਗੱਲ ਇਹ ਆ ਕਿ ਵੀ ਰੋਜ਼ ਬਹਿ ਜਾਈਦਾ ਆਪ ਜੀ ਦੇ ਨਾਲ ਗੱਲਾਂ ਦਾ ਕੜਾਹ, ਜਿਹਨੂੰ ਤੁਸੀਂ ਕਹਿੰਦੇ ਵੀ ਅਸੀਂ ਕਰ ਲੈਂਦੇ ਹਾਂ, ਬਣਾ ਲੈਂਦੇ ਹਾਂ, ਪਰ ਕਰੀਏ ਕੀ? ਜੇ ਗੱਲਾਂ ਨਾ ਕਰਾਂਗੇ ਤਾਂ ਫਿਰ ਆਪਾਂ ਨੂੰ ਪਤਾ ਕਿੱਦਾਂ ਲੱਗੂਗਾ ਵੀ ਦੁਨੀਆ ਵੱਸਦੀ ਕਿੱਥੇ ਹੈ, ਕਿੱਥੇ ਕੀ ਵਾਪਰ ਰਿਹਾ ਹੋ ਰਿਹਾ। ਨਾਲ ਇੱਕ ਬੰਦਾ ਜੋੜ ਲਈਦਾ। ਤਕਨੀਕ ਦਾ ਧੰਨਵਾਦ ਆ, ਜਿਹੜੀ ਕਿ ਤਾਰ ਇੱਥੋਂ ਜਿਉਂ ਪਾਈ ਦੀ ਆ ਕਿ ਕਿਹੜੇ ਸਮੁੰਦਰ ਟੱਪ ਕੇ ਤੇ ਉਹ ਕੈਨੇਡਾ ਵੈਨਕੂਵਰ ਸਟੂਡੀਓ ਜਾ ਜੁੜਦੀ ਆ। ਆਉਂਦੀ ਆਵਾਜ਼ ਕਿੰਨੀ ਵਾਟ ਸਾਹਿਬ? ਐਨ ਪੂਰੀ ਆ ਰਹੀ ਹੈ ਜੀ, ਚੜ੍ਹਦੀ ਕਲਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਵਾਟ ਸਾਹਿਬ, ਗੱਲ ਇਹ ਆ ਵੀ ਇਹ ਜਿਹੜਾ ਤੁਸੀਂ ਤੜਾਕੀ ਕੋਟ ਜਿਹਾ ਬਦਲ ਕੇ ਤੇ ਨਾਲ ਟਾਈ ਅਗਲੇ ਦਿਨ ਫਿੱਟ ਕਰ ਲੈਂਦੇ, ਇਹ ਮਤਲਬ ਕਿੰਨੀਆਂ ਕੁ ਰੱਖੀਆਂ ਇਹ ਕਿੱਦਾਂ? ਮਤਲਬ ਦੇਖੋ, ਇਹ ਗੱਲ ਤੁਹਾਨੂੰ ਤਾਂ ਨਹੀਂ ਪੁੱਛਣੀ ਚਾਹੀਦੀ। ਤੁਹਾਨੂੰ ਪਤਾ ਕਿ ਕਿੰਨੀਆਂ ਕੁ ਹੈਗੀਆਂ। 5-6 ਟਾਈਆਂ ਤੁਹਾਡੇ ਛੋਟੇ ਹੁੰਦਿਆਂ ਦੇ ਕੋਟ ਮੇਰੇ ਕੋਲ 3 ਪਏ ਆ। ਇਹ ਤੁਹਾਨੂੰ ਪਤਾ ਸਾਰਾ ਹੀ ਆ। ਤੁਸੀਂ ਹੁਣ ਇੱਦਾਂ ਬਾਕੀਆਂ ਹੁੰਦਾ ਨਾ, ਕਈ ਵਾਰੀ ਬਦਨਾਮ ਕਰ। ਇੱਕ ਵਾਰੀ ਕਿਸੇ ਨੇ ਬੂਟ ਦੇ ਦਿੱਤੇ, ਕਿਸੇ ਨੂੰ ਉਹਨੇ ਪਾਏ, ਉਹ ਤਾਂ 5-7 ਬੰਦੇ ਜਦੋਂ ਖੜੇ ਆ, ਯਾਰ ਬੂਟ ਤੇਰੇ ਠੀਕ ਆ ਗਏ। ਮੇਰੇ ਕੋਲ 2 ਜੋੜੇ ਇਦਾਂ ਦੇ ਹੋਰ ਪਏ ਆ। ਮੈਂ ਦੇਖਦਾ ਸੀ ਇੱਕ ਤੇਰੇ ਪੂਰੇ ਆਉਂਦੇ, ਮੇਚ ਆਉਂਦੇ, 2-3 ਹੋਰ ਦੇ ਦੇਣੇ ਮੈਂ ਇਦਾਂ ਦੇ। ਆਹ ਗੱਲ ਤਾਂ ਤੁਸੀਂ ਉੱਦਾਂ ਦੀ ਕਰਦੇ। ਇਹ ਪੂਰੀ ਕਹਾਣੀ ਸੁਣਾਇਆ ਕਰੋ ਜਿੱਦਾਂ ਉਹ ਸੁਣਾਉਂਦੇ ਹੁੰਦੇ ਪੰਨੂ ਸਾਹਿਬ। ਉਹ ਕਹਿੰਦੇ ਵੀ ਰਿਸ਼ਤਾ ਹੋਣ ਲੱਗ ਪਿਆ ਕਿਸੇ ਜੱਟਾਂ ਦੇ ਮੁੰਡੇ ਨੂੰ, ਨਾਂ ਉਹਨਾਂ ਨੇ ਰੱਖਿਆ ਵੀਰਾ ਉਹਦਾ। ਕਹਿੰਦੇ ਵੀਰੇ ਨੂੰ ਰਿਸ਼ਤਾ ਕਰਨ ਆ ਗਏ। ਉਹ ਕਹਿੰਦੇ ਵੀ ਹਾਂ ਵੀ ਪਤਾ ਕਰ ਲਈਏ ਪਹਿਲਾਂ ਇੱਧਰੋਂ ਉੱਧਰੋਂ ਵੀ ਕੀ ਹਿਸਾਬ ਤਾ ਵਾ। ਉਹ ਕਹਿੰਦੇ ਨਹੀਂ ਨਹੀਂ, ਮੁੰਡਾ ਬਹੁਤ ਹੀਰਾ, ਪੈਲੀ ਵੀ ਚਲੋ 4 ਸਾਈਡ ਹੈਗੇ ਆ। ਉੱਦਾਂ ਮਾੜਾ ਮੋੜ ਪੀ ਕੇ ਕਿਸੇ ਵੇਲੇ ਬੁਲਬੁਲੀਆਂ ਮਾਰ ਲੈਂਦੇ, ਪਰ ਆਂਦੇ ਕਿਸੇ ਨੂੰ ਕੁਛ ਨਹੀਂ, ਸਿਰ ਸੁਰ ਆਪਸ 'ਚ ਹੀ ਪਾੜਦੇ ਆ। ਕਹਿੰਦੇ ਮੁੰਡਾ ਠੀਕ ਆ। ਮੁੰਡਾ ਵੀ ਵੈਸੇ ਤਾਂ ਚਲੋ ਭਾਵੇਂ ਥੋੜ੍ਹੇ ਦਿਨਾਂ ਬਾਅਦ ਨਹਾਉਂਦਾ, ਪਰ ਨਹਾ ਨੂੰ ਲੈਂਦਾ। ਅੱਜ ਇਹਦਾ ਕੁੜਤਾ ਆਪਣਾ, ਪਰ ਉਹਦਾ ਪਜਾਮਾ ਇਹਨੇ ਮੇਰਾ ਪਾਇਆ। ਮਤਲਬ ਉਹ ਅਗਲੇ ਨੂੰ ਕੁਛ ਵੀ ਨਹੀਂ ਦੱਸਿਆ, ਪਰ ਉਹਦੇ ਬਾਵਜੂਦ ਵੀ ਕਈ ਕੁਛ ਦੱਸਤਾ ਕਿ ਉਹ ਮੁੜ ਕੇ ਬਾਅਦ 'ਚ ਲੜ ਪਏ। ਕਹਿੰਦੇ ਤੂੰ ਸਾਡੇ ਭਾਨੀ ਮਾਰਤੀ, ਉਹ ਰਿਸ਼ਤਾ ਮੋੜਤਾ। ਕਹਿੰਦਾ ਨਹੀਂ ਜੀ, ਅਗਲੀ ਵਾਰ ਮੈਂ ਨਹੀਂ ਕਹਿੰਦਾ। ਉਹ ਜਦੋਂ ਕਿਤੇ ਅਗਲੀ ਨਾਲ ਕੋਈ ਰਿਸ਼ਤੇ ਵਾਲੇ ਆਏ ਤੇ ਬਾਕੀ ਗੱਲਾਂ ਤੇ ਉਹਨੇ ਕੁਛ ਨਾ ਕੀਤੀਆਂ, ਬਸ ਇੰਨਾ ਕਹਿਦਾ ਕਹਿੰਦੇ ਨਹੀਂ ਮੁੰਡਾ ਹੁਣ ਠੀਕ ਹੈ, ਹੁਣ ਤੇ ਅੱਗੇ ਨਾਲੋਂ ਵਧੀਆ। ਅੱਗੇ ਕਹਿੰਦਾ ਮੁੜ ਕੇ ਚਲ ਗਏ ਸੀ ਲੋਕ ਵੀ, ਉਹ ਕਹਿੰਦੇ ਸੀ ਵੀ ਇਹ ਪਜਾਮਾ ਇਹਨੇ ਮੇਰਾ, ਪਰ ਨਹੀਂ, ਅੱਜ ਇਹਨੇ ਪਜਾਮਾ ਵੀ ਆਪਣਾ ਹੀ ਪਾਇਆ। ਨਹੀਂ, ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਦੇਖੋ, ਮੈਂ ਜੇ ਦੂਜੇ ਤਰੀਕੇ ਕਹਿਣਾ ਵੀ ਚਾਹਾਂ ਸਿਆਸਤਦਾਨਾਂ ਵਾਂਗੂ ਕਿ ਨਹੀਂ ਭਾਈ ਸੰਧਾਲੀਆ ਨੇ ਫਲਾਨਾ ਸਮਾਨ ਮੇਰਾ ਪਾਇਆ, ਕਿਸੇ ਨੇ ਮੰਨਣਾ ਨਹੀਂ, ਕਿਉਂਕਿ ਆਉਣਾ ਹੀ ਨਹੀਂ। ਜੇ 2 ਵੀ ਇਕੱਠੇ ਕਰਕੇ ਗੱਬੇ ਸੀਨ ਵੀ ਮਾਰ ਲਓ ਨਾ, ਪੱਕੇ ਧਾਗੇ ਦੀ ਲੇੜ ਵੀ ਲਾਓ, ਤਾਂ ਵੀ ਨਹੀਂ ਆਉਣਾ। ਇਸ ਕਰਕੇ ਆਪਾਂ ਪਹਿਲੇ ਹੱਥ ਜੋੜਦੇ ਮਾਰੇ ਜਿਵੇਂ ਵੀ ਆ। ਪਰ ਕੁੱਲ ਮਿਲਾ ਕੇ ਚਲੋ ਹੁਣ ਟੌਰ ਆ। ਇੱਕ ਚੀਜ਼ ਹੋਰ ਜਿਹੜੀ ਜ਼ਿਕਰ ਚੱਲ ਪਿਆ, ਮੈਨੂੰ ਕਈਆਂ ਨੇ ਕਿਹਾ ਵੀ ਯਾਰ ਬਾਠ ਸਾਹਿਬ ਕੋਲੋਂ ਕਰੀਮ ਹੀ ਮੰਗਾ ਲਓ ਗੋਰੇ ਹੋਣ ਵਾਲੀ, ਜਿਹੜੀ ਉਹਨਾਂ ਲਾਈ ਉੱਥੇ ਜਾ ਕੇ। ਮੈਂ ਯਾਰ ਬੰਦੇ ਨੇ ਜੈਕਟ ਤੇ ਘੱਲੀ ਨਹੀਂ, ਸਿਆਲ ਇੱਧਰ ਲੰਘ ਗਿਆ, ਕਰੀਮ ਪਤਾ ਨਹੀਂ ਘਲਾਊਗਾ ਕਿ ਨਹੀਂ ਘਲਾਊਗਾ। ਦੇਖੋ ਸੰਧਾਲੀਆ ਸਾਹਿਬ, ਕਰੀਮਾਂ ਬਹੁਤ। ਮੈਂ ਤੁਹਾਨੂੰ ਇਹ ਦੱਸ ਦੇਣਾ ਕਿ ਜਦੋਂ ਆਪਾਂ ਕਿਤੇ ਇਕੱਠੇ ਹੋ, ਇੱਥੇ ਹੋ ਜੀ, ਇੱਥੇ ਹੋ ਜੀ, ਇਹ ਪਤਾ ਤੁਹਾਨੂੰ ਲੱਗ ਜਾਣਾ ਕਿ ਬਾਲ ਤਾਂ ਸਿਰ ਤੇ ਥੋੜ੍ਹੇ ਯਾਰ, ਨਹਾ ਕੇ ਸਰੋਂ ਦਾ ਤੇਲ ਸਿਰ 'ਚ ਲਾ ਕੇ ਉਹੀ ਐਂ ਕਰਕੇ ਐਂ ਕਰ ਲਈਦਾ, ਬਾਕੀ ਗੱਲ ਕੋਈ ਨਹੀਂ। ਹਾਂ, ਇੱਥੇ ਲਾਟੂ ਲੂਟੂ ਚੰਗੇ ਆ, ਲਾਟੂ ਚੰਗੇ ਆ। ਲਾਟੂਆਂ ਦੀ ਜਦੋਂ ਲਾਈਟ ਪੈਂਦੀ ਆ ਤਾਂ ਫਿਰ ਆਪੇ ਹੀ ਮਾੜਾ ਜਿਹਾ ਜਗਮਗ ਜਿਹਾ ਕਰਦਾ। ਜਿਨ੍ਹਾਂ ਨੇ ਮੈਨੂੰ ਬਾਹਰ ਸਟੂਡੀਓ ਤੋਂ ਦੇਖਿਆ, ਉਹ ਕਹਿੰਦੇ ਹੈਗਾ ਤਾਂ ਯਾਰ ਉਦਾਂ ਦਾ ਕਣਕ ਮੰਨਾ ਜਾਏ, ਅੰਦਰ ਹੀ ਲੱਗਦਾ ਹੁੰਦਾ। ਨਹੀਂ, ਬਾਹਰ ਤੇ ਠੰਡ ਨਾਲ ਵੈਸੇ ਥੋੜੇ ਨੀਲੇ ਪੈ ਜਾਂਦੇ ਤੁਸੀਂ, ਹੋਰ ਗੱਲ ਕੋਈ ਨਹੀਂ। ਮੈਂ ਤੈਨੂੰ ਕਿੰਨੀ ਨਾ ਆਖਿਆ ਵੀ ਤੁਸੀਂ ਥੋੜਾ ਜਿਹਾ ਕੋਟੀ ਸਵਾਟਰ ਮੋਟਾ ਪਾ ਕੇ ਨਿਕਲਿਆ ਕਰੋ, ਨੰਗੇ ਸਿਰ ਨਹੀਂ ਬਾਹਰ ਨਿਕਲਣਾ। ਇਸ ਕਰਕੇ ਇਹਨਾਂ ਵਿੱਚ ਠੰਡ ਹੀ ਲਵਾ ਲਓ ਕਿਤੇ। ਨਹੀਂ, ਮੈਂ ਤਾਂ ਇਹ ਵੀ ਸੋਚਦਾ ਸੀ ਜਿੰਨਾ ਤੁਸੀਂ ਮੈਨੂੰ ਠੰਡ ਤੋਂ ਡਰਾਉਂਦੇ ਆ, ਕਿ ਰੂੰ ਥੋੜਾ ਜਿਹਾ ਲੈ ਕੇ ਛਾਤੀ ਤੇ ਉਹ ਵੀ ਰੱਖ ਲਿਆ ਕਰਾਂ ਕੱਪੜੇ ਪਾਉਣ ਤੋਂ ਪਹਿਲਾਂ, ਜੇ ਕਹੋ ਤਾਂ। ਰੂੰ ਨਹੀਂ ਹੁੰਦਾ, ਉਹ ਹੁੰਦਾ ਰੂੰ ਸ਼ਹਿਰਾਂ ਵਾਲਾ ਦਾ, ਪਿੰਡ ਵਾਲਾ ਹੁੰਦਾ ਲੋਗੜ। ਲੋਗੜ ਰਾਖੇ ਦੀ ਛਾਤੀ ਤੇ ਕੁੜੀਏ ਲੋਗੜ। ਚਲੋ ਗੱਲਾਂ ਬਾਤਾਂ ਰੋਜ਼ ਦੀਆਂ ਆਪਾਂ ਕਰ ਲੈਂਦੀਆਂ, ਹਾਸਾ ਖੇਡਾ। ਬਾਠ ਸਾਹਿਬ, ਗੱਲ ਇਹ ਆ ਵੀ ਅੱਜ ਆਪਾਂ ਗੱਲਾਂ ਇਹ ਵੀ ਕਰਨੀਆਂ ਵੀ ਖੇਤੀ ਅੰਦੋਲਨ ਜਿੱਧਰ ਨੂੰ ਚਲਾ ਗਿਆ, ਜੇ ਉਹ ਸਾਰੇ ਕੁਛ ਦਾ ਰਿਜ਼ਲਟ ਐਜ਼ ਇਟ ਇਜ਼ ਵੀ ਨਿਕਲ ਆਵੇ, ਜਿਵੇਂ ਕਿ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਦੇ ਲੀਡਰ ਚਾਹੁੰਦੇ ਨੇ, ਤਾਂ ਕੀ ਮਸਲਾ ਹੱਲ ਹੋ ਜਾਊਗਾ? ਇਸ ਸਵਾਲ ਵਾਲੇ ਪਾਸੇ ਆਪਾਂ ਬਾਅਦ 'ਚ ਆਉਣਾ, ਪਰ ਉਦੋਂ ਪਹਿਲਾਂ ਕੁਝ ਖਬਰਾਂ ਨੇ, ਕਿੱਧਰੋਂ ਸ਼ੁਰੂ ਕਰਨਾ ਕਰ ਲਓ। ਮੈਂ ਸੰਧਾਲੀਆ ਸਾਹਿਬ, ਖਬਰਾਂ ਵਾਲੇ ਪਾਸੇ ਨੂੰ ਵੀ ਆਉਣ ਤੋਂ ਪਹਿਲਾਂ ਨਾ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਸੀ, ਕਿਉਂਕਿ ਮੈਨੂੰ ਪਤਾ ਹੈ ਅੱਜ ਕਈਆਂ ਨੇ ਆਪਣੇ ਗਲ ਪੈਣਾ, ਕਈਆਂ ਨੇ ਮਗਰ ਪੈਣਾ ਕਿ ਕੀ ਗੱਲਾਂ ਕਰਦੇ ਆ। ਕੱਲ੍ਹ 2-4 ਸੱਜਣਾਂ ਨੇ ਸੰਪਰਕ ਕੀਤਾ ਕਿ ਖੇਤੀ ਅੰਦੋਲਨ ਦੇ ਵਿੱਚ ਆਹ ਹੋਣਾ ਚਾਹੀਦਾ, ਐਨੇ ਗਲਤ ਕੀਤਾ, ਐਨੇ ਸਹੀ ਕੀਤਾ। ਕੋਈ ਬੰਦਾ ਖੇਤੀ ਅੰਦੋਲਨ ਦੇ ਨਾਂ 'ਤੇ ਹੱਸਦਾ, ਕੋਈ ਕਿਸੇ ਤਰੀਕੇ ਹੁੰਦਾ, ਪਰ ਮੈਂ ਦੇਖ ਰਿਹਾ ਸੀ ਕਿ ਚੇਤਾ ਸਾਡਾ ਜਿਹੜਾ ਸੱਚੀ ਛੋਟਾ। ਰਾਮਪੁਰਾ ਫੂਲ ਦੇ ਨੇੜੇ ਇੱਕ ਪਿੰਡ ਹੈ ਚੌਂਕੇ ਕਲਾਂ। ਉਸ ਪਿੰਡ ਦੇ ਵਿੱਚ ਇੱਕ ਘਰ ਹੈ ਜਿੱਦਾਂ ਬਾਕੀ ਘਰ ਨੇ। ਮੈਂ ਇਹ ਚਾਹੁੰਦਾ ਕਿ ਜਦੋਂ ਵੀ ਖੇਤੀ ਅੰਦੋਲਨ ਦੇ ਮੁੱਦੇ ਤੇ ਕੋਈ ਵੀ ਸੱਜਣ ਕੋਈ ਗੱਲ ਕਰੇ, ਕੋਈ ਚਰਚਾ ਕਰੇ, ਜਦੋਂ ਉਧਰਲੇ ਪਾਸੇ ਧਿਆਨ ਦੇਵੇ, ਕੋਈ ਟਿੱਪਣੀ ਕਰਨੀ ਹੋਵੇ, ਉਹਨੂੰ ਆਪਣੇ ਸੱਚੇ 'ਚ ਫਿੱਟ ਕਰਕੇ ਦੇਖਣਾ ਹੋਵੇ, ਤਾਂ ਰਾਮਪੁਰਾ ਫੂਲ ਪਹੁੰਚਣਾ, ਉਸ ਤੋਂ ਬਾਅਦ ਚੌਂਕੇ ਕਲਾਂ ਪਿੰਡ ਪਹੁੰਚਣਾ, ਤੇ ਪਿੰਡ ਤੋਂ ਬਾਅਦ ਉਸ ਘਰ ਪਹੁੰਚਣਾ ਜਿਸ ਘਰ ਦੇ ਵਿੱਚ ਥੋੜ੍ਹੇ ਹਫ਼ਤੇ ਪਹਿਲਾਂ ਤੱਕ 18 ਸਾਲਾਂ ਦਾ ਇੱਕ ਮੁੰਡਾ ਜਸ਼ਨਪ੍ਰੀਤ, ਜਿਹੜਾ ਉਹ ਘਰ ਦੀ ਰੌਣਕ ਹੁੰਦਾ ਸੀ। ਸਵੇਰੇ ਉੱਠਣਾ ਤਾਂ ਫਿਰ ਮਾਤਾ ਨੇ ਚਾਹ ਦਾ ਕੱਪ ਜਾਂ ਦੁੱਧ ਦਾ ਕੱਪ ਵੀ ਬਣਾ ਕੇ ਦੇਣਾ। ਉਹਦੇ ਤੋਂ ਬਾਅਦ ਫਿਰ ਉਡੀਕ ਕਰਨੀ ਕਿ ਮੁੰਡਾ ਹੁਣ ਰੋਟੀ ਖਾਣ ਆਊਗਾ।
ਸ਼ਾਮ ਨੂੰ ਫਿਰ ਹੋਣਾ ਕਿ ਭਾਈ ਲੌਡਾ ਵੇਲਾ ਹੋ ਗਿਆ, ਸਵੇਰ ਦਾ ਗਿਆ ਅਜੇ ਘਰੇ ਨਹੀਂ ਆਇਆ ਜਾਂ ਕੰਮ ਤੇ ਗਿਆ। ਉਹ ਬੱਚੇ ਜਿਹੜੇ ਹੁੰਦੇ ਆ ਨਾ, ਉਹਨਾਂ ਦੀ ਆਪਣੀ ਇੱਕ ਵੱਖਰੇ ਤਰ੍ਹਾਂ ਦੀ ਰੌਣਕ ਹੁੰਦੀ ਹੈ, ਕਿਉਂਕਿ ਮਾਂ-ਬਾਪ ਦੀ ਜ਼ਿੰਦਗੀ ਉਹਨਾਂ ਦੇ ਨਾਲ ਧੜਕਦੀ ਹੈ। ਉਹ ਉੱਪਰ ਨੂੰ ਜਾਂਦੇ ਆ ਤੇ ਮਾਂ-ਬਾਪ ਬਿਨਾਂ ਪਰਾਂ ਤੋਂ ਅੰਬਰਾਂ ਦੇ ਵਿੱਚ ਉਡਾਰੀਆਂ ਮਾਰਦੇ ਆ। ਉਹ ਉਦਾਸ ਹੁੰਦੇ ਆ ਤੇ ਮਾਂ-ਬਾਪ ਬਿਲਕੁਲ ਫਰਸ਼ ਦੇ ਉੱਤੇ ਆ ਜਾਂਦੇ ਆ। ਸੰਧਾਲੀਆ ਸਾਹਿਬ, ਇਹ ਖੇਤੀ ਅੰਦੋਲਨ ਕਦੋਂ ਜਿੱਤ ਹੁੰਦਾ, ਲੋਕ ਪੱਖੀ ਫੈਸਲੇ ਕਦੋਂ ਹੁੰਦੇ ਆ, ਉਹ ਬਾਅਦ ਦੀ ਗੱਲ ਹੈ। ਪਰ ਖੇਤੀ ਅੰਦੋਲਨ ਨੂੰ ਜਦੋਂ ਕੋਈ ਬੰਦਾ ਆਪਣੇ ਆਪ ਲਈ ਵਰਤਣ ਨੂੰ ਫਿਰਦਾ ਹੁੰਦਾ ਜਾਂ ਟਿੱਪਣੀ ਕਰਨ ਲੱਗਦਾ ਕਿ ਫਲਾਣੇ ਬੰਦਾ ਗਦਾਰ ਹੈ, ਫਲਾਨਾ ਧਮਕਾਨਾ, ਅਸੀਂ ਇਹਦੇ ਨਾਲ ਆ ਉਹਦੇ ਨਾਲ ਨਹੀਂ, ਉਦੋਂ ਚੌਂਕੇ ਕਲਾਂ ਦਾ ਉਹ ਘਰ ਜ਼ਰੂਰ ਦੇਖਿਓ, ਉੱਦਾਂ ਦਾ ਹੀ ਓਟਾ ਬਣਿਆ, ਵਿਹੜਾ ਕੱਚਾ, ਬਿਨਾਂ ਵਰਾਂਡੇ ਤੋਂ ਘਰ ਹੈ। ਪਰ ਅੱਜ ਜਸ਼ਨਪ੍ਰੀਤ ਉਸ ਘਰ ਦੇ ਵਿਹੜੇ 'ਚ ਨਹੀਂ, ਉੱਦਾਂ ਹੀ ਗਿਆ ਸੀ ਜਿੱਦਾਂ ਬਾਕੀ ਲੱਖਾਂ ਲੋਕ ਗਏ ਆ, ਪਰ ਉਹ ਘਰ ਨਹੀਂ ਪਰਤਿਆ ਜਿਉਂਦਾ। ਹੁਣ ਉਹਦੀ ਮਾਤਾ ਜਿਹੜਾ ਬੈਗ ਉੱਥੋਂ ਟਰਾਲੀ ਦੇ ਵਿੱਚੋਂ ਵਾਪਸ ਗਿਆ ਕਿ ਮੁੰਡਾ ਤੁਹਾਡਾ ਹੁਣ ਰਿਹਾ ਨਹੀਂ, ਉਹਦੇ ਵਿੱਚੋਂ ਕਦੇ ਉਹਦੀ ਜੈਕਟ ਕੱਢ ਲੈਂਦੀ ਹੈ, ਕਦੇ ਕੋਈ ਹੋਰ ਸਮਾਨ ਕੱਢ ਲੈਂਦੀ ਹੈ, ਕਦੇ ਛਾਤੀ ਨੂੰ ਲਾ ਲੈਂਦੀ ਹੈ। ਤੁਸੀਂ ਇਹ ਦੇਖੋ ਕਿ ਕੱਲਾ ਕੱਲਾ ਬੱਚਾ ਸੀ ਪਰਿਵਾਰ ਦਾ। ਇਸ ਖੇਤੀ ਅੰਦੋਲਨ ਦੇ ਵਿੱਚ ਉਹਦੀ ਕੁਰਬਾਨੀ ਹੋਈ ਹੈ। ਇਸ ਕਰਕੇ ਹੱਥ ਜੋੜੇ ਤੁਹਾਡੇ ਅੱਗੇ, ਆ ਜਿਹੜਾ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਦੇ ਡਾਂਗਾਂ ਭਰਾਉਣ ਡਏ ਆ ਤੇ ਇਸ ਅੰਦੋਲਨ ਨੂੰ ਕਦੇ ਕੋਈ ਰੰਗ ਕਰ ਦਿੰਦੇ ਹੋ, ਕਦੇ ਕੋਈ ਰੰਗ ਕਰ ਦਿੰਦੇ ਹੋ। ਪਹਿਲਾਂ ਜਸ਼ਨਪ੍ਰੀਤ ਦੇ ਮਾਂ-ਬਾਪ ਦਾ ਹਾਲ ਜਾਣ ਲਿਓ, ਉਹਨਾਂ ਦਾ ਤਿਆਗ ਜਾਣ ਲਿਓ। ਦੁੱਖਾਂ ਦਾ ਪਹਾੜ ਜਿਹੜਾ ਇਸ ਖੇਤੀ ਅੰਦੋਲਨ ਦੇ ਕਰਕੇ ਉਹ ਚੱਲ ਰਹੇ ਨੇ, ਮਾੜਾ ਜਿਹਾ ਉਹਦੇ ਵਿੱਚ ਦੀ ਹੋ ਕੇ ਗੁਜ਼ਰਨ ਦੀ ਕੋਸ਼ਿਸ਼ ਕਰਿਓ। ਆ ਬਾਕੀ ਲੱਲੇ ਭੱਬੇ ਬਹੁਤ ਛੋਟੇ ਲੱਗਣਗੇ। ਫਿਰ ਇਹੀ ਤਾਂ ਗੱਲ ਆ ਬਾਟ ਸਾਹਿਬ ਕਿ ਆਪਾਂ ਕਿਸੇ ਦੇ ਦੁੱਖ ਨੂੰ ਦੁੱਖ ਨਹੀਂ ਸਮਝਦੇ। ਆਪਾਂ ਨੂੰ ਇਹ ਲੱਗਦਾ ਕਿ ਜਿਹੜਾ ਸ਼ਸਤਰ ਹੈ ਇਸ ਵਕਤ ਮੇਰੇ ਹੱਥ 'ਚ ਹੈ, ਇਹ ਬੜਾ ਮਹਿੰਗਾ ਲਿਆ ਤੇ ਇਦਾਂ ਦਾ ਫੋਨ ਕਿਸੇ ਕੋਲੇ ਹੈ ਨਹੀਂ, ਤੇ ਜਿਹੜੀਆਂ ਉਂਗਲਾਂ ਮੈਂ ਦੱਬ ਦੇਣੀਆਂ ਤੇ ਜਿਹੜੇ ਸ਼ਬਦ ਮੈਂ ਲਿਖ ਦੇਣੇ, ਇਹਦੇ ਨਾਲ ਦੀ ਰੀਸ ਹੀ ਕੋਈ ਨਹੀਂ। ਇਹ ਜਿਹੜੀ ਆਪਾਂ ਸਿਆਣਪ ਜਮਾ ਕੱਢ ਕੇ ਦਿਮਾਗ ਤੋਂ ਲਾਂਭੇ ਰੱਖ ਕੇ ਤੇ ਉਦੋਂ ਬਾਅਦ ਸੰਵੇਦਨਹੀਣ ਜਿਹਾ ਹੋ ਕੇ ਸਾਰਾ ਕੁਝ ਲਿਖਣਾ ਸ਼ੁਰੂ ਕਰ ਦਿੰਦੇ ਆ, ਉਹ ਮੂਰਖਤਾਈ ਹੈ। ਜੇ ਆਪਾਂ ਇਹ ਮੂਰਖਤਾਈ ਛੱਡ ਦਈਏ, ਆਪਾਂ ਹਰੇਕ ਚੀਜ਼ ਨੂੰ ਸੰਵੇਦਨਾ ਨਾਲ ਦੇਖੀਏ, ਹਰੇਕ ਚੀਜ਼ ਦੇ ਸੱਜੇ ਖੱਬੇ ਪਾਸੇ ਨੂੰ ਦੇਖੀਏ, ਤੇ ਆਪਾਂ ਨੂੰ ਤਸਵੀਰ ਜਮਾਂ ਸ਼ੀਸ਼ੇ ਵਾਂਗੂ ਸਾਫ਼ ਹੋ ਜਾਂਦੀ ਹੈ, ਜਿਹਦੇ 'ਚ ਆਪਣਾ ਚਿਹਰਾ ਵੀ ਆਪਾਂ ਨੂੰ ਨਜ਼ਰ ਆਉਂਦਾ। ਤੇ ਫਿਰ ਬੰਦਾ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਖੁਦ ਹੀ ਕਹਿਣ ਲੱਗ ਪੈਂਦਾ। ਉਹਨੂੰ ਨਾ ਤਾਂ ਕਿਸੇ ਨੂੰ ਕਹਿਣ ਦੀ ਲੋੜ ਪੈਂਦੀ ਹੈ, ਨਾ ਕਿਸੇ ਦੇ ਸਮਝਾਉਣ ਦੀ ਉਡੀਕ ਹੀ ਕਰਦਾ। ਇੱਦਾਂ ਦੇ ਤਾਂ ਬਹੁਤ ਉਦਾਹਰਨਾਂ ਨੇ। ਤੁਸੀਂ ਇੱਕ ਜ਼ਿਕਰ ਕੀਤਾ ਜੋ ਨਵਰੀਤ ਵਾਲਾ ਕੇਸ, ਜਿਹਦਾ ਦਾਦਾ ਹਾਈ ਕੋਰਟ ਤੁਰਿਆ ਫਿਰਦਾ ਵੀ ਮੇਰੇ ਪੋਤਰੇ ਦਾ ਭਾਈ ਸਾਹਿਬ ਪਤਾ ਕਰਕੇ ਦਿਓ ਅਸਲ 'ਚ ਉੱਥੇ ਹੋਇਆ ਕੀ। ਉਹਦੀ ਜਿਹੜੀ ਸੁਹਾਗਣ ਨਾਲ ਵਿਦੇਸ਼ੋਂ ਆ ਕੇ ਤੁਰੀ ਫਿਰਦੀ ਸੀ, ਉਹ ਵੀ ਤਾਂ ਕਿਤੇ ਅਜੇ ਕੰਧਾਂ ਨੂੰ ਟੱਕਰਾਂ ਹੀ ਮਾਰਦੀ ਹੋਣੀ ਆ ਨਾ ਵੀ ਮੈਂ ਜਦੋਂ ਜਹਾਜ਼ੋਂ ਆਈ ਸੀ ਤੇ ਅਸੀਂ ਇਹ ਸੋਚਿਆ ਸੀ ਵੀ ਜਾਵਾਂਗੇ ਆਪਣੇ ਦੇਸ਼, ਰਿਸ਼ਤੇਦਾਰੀ ਇਕੱਠੀ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਦੱਸਾਂਗੇ ਕਿ ਅਸੀਂ ਆਪਣਾ ਗ੍ਰਸਤ ਜੀਵਨ ਸ਼ੁਰੂ ਕਰ ਲਿਆ ਤੇ ਸਾਡੀ ਜ਼ਿੰਦਗੀ ਖੁਸ਼ਹਾਲ ਹੋਊਗੀ, ਲੰਮੀ ਹੋਊਗੀ, ਕਿਉਂਕਿ ਅਸੀਂ ਵੀ ਇੱਕ ਉਸ ਧਰਤੀ ਦੇ ਉੱਪਰ ਵਸਦੇ ਹਾਂ ਜਿੱਥੇ ਬਹੁਤ ਸਾਰੇ ਲੋਕਾਂ ਦੀ ਚਾਹਨਾ ਤਮੰਨਾ ਹੈ ਜਾਣ ਦੀ। ਪਰ ਉਹਨੂੰ ਵਿਚਾਰੇ ਨੂੰ ਕੀ ਪਤਾ ਸੀ ਵੀ ਜਦੋਂ ਅਸੀਂ ਉੱਥੇ ਜਾਵਾਂਗੇ ਤੇ ਖੁਸ਼ੀਆਂ ਦੀ ਬਜਾਏ ਸਾਡੇ ਨਾਲ ਆਹ ਕੁਝ ਹੋ ਜਾਊਗਾ। ਪਰ ਇਹ ਸਾਰਾ ਕੁਝ ਹੋਇਆ ਕਦੋਂ? ਇਹ ਉਦੋਂ ਹੋਇਆ ਜਦੋਂ ਬਹੁਤ ਸਾਰੇ ਲੋਕ, ਲੱਖਾਂ ਦੀ ਗਿਣਤੀ 'ਚ ਲੋਕ ਆਪਣੇ ਭਵਿੱਖ ਦੀ ਚਿੰਤਾ 'ਚ ਉੱਥੇ ਇਕੱਠੇ ਹੋਏ ਸੀ ਤੇ ਉਹ ਸਾਰੇ ਕੁਝ, ਇੱਕ ਪਾਸੇ ਸਰਕਾਰ, ਦੂਜੇ ਪਾਸੇ ਲੋਕ ਆਪਸ ਦੇ ਵਿੱਚ ਭਿੜਦਿਆਂ ਜੋ ਕੁਝ ਵਾਪਰਿਆ ਹਰੇਕ ਨੂੰ ਪਤਾ। ਪਰ ਗੱਲ ਸਿਰਫ ਇੰਨੀ ਹੈ ਬਾਟ ਸਾਹਿਬ ਕਿ ਇਹ ਸਾਰੇ ਕੁਝ ਨੂੰ ਸਿਰਫ ਤੇ ਸਿਰਫ ਇੱਕ ਕਾਂ ਦੀ ਨਜ਼ਰ ਨਾਲ ਵੇਖ ਕੇ ਤੇ ਲਾਂਭੇ ਜਾ ਕੇ ਤੇ ਆਪਣੇ ਕੰਮ 'ਚ ਰੁੱਝ ਕੇ ਤੇ ਉਸ ਤੋਂ ਬਾਅਦ ਫਿਰ ਅੰਗੂਠੇ ਛਾਪੀ ਜਾਣੇ, ਜਾਂ ਤੇ ਆਪਾਂ ਉਸ ਹਿਸਾਬ ਨਾਲ ਕਰ ਲਈਏ, ਜਾਂ ਇਹ ਸਾਰੇ ਕੁਝ ਨੂੰ ਇਸ ਤਰ੍ਹਾਂ ਦੇਖ ਲਈਏ ਕਿ ਵੀ ਇਹ ਇੱਥੋਂ ਤੱਕ ਗੱਲ ਪਹੁੰਚੀ ਕਿਉਂ ਤੇ ਅੱਗੇ ਹੁਣ ਕਿੱਥੇ ਜਾ ਸਕਦੀ ਹੈ। ਤੇ ਫਿਰ ਹੋ ਸਕਦਾ ਕਿ ਬੰਦਾ ਜਿਹੜਾ ਫੋਨ ਭਾਲਦਾ ਕਿ ਮੈਂ ਤੇ ਆਹ ਲਿਖ ਦਵਾਂ, ਉਹ ਲਿਖ ਦਵਾਂ, ਉਹ ਸਗੋਂ ਸੁੰਨ ਜਿਹਾ ਹੋ ਕੇ ਪਾਸੇ ਹੋ ਕੇ ਸੋਚਣ ਲੱਗ ਪੈਂਦਾ ਵੀ ਨਹੀਂ ਯਾਰ, ਇੱਥੇ ਮੈਂ ਕਿਸ ਚੀਜ਼ ਨੂੰ ਕਿਵੇਂ ਸਮਝਦਾ। ਇਹ ਬਹੁਤ ਡਿਪੈਂਡ ਕਰਦਾ ਕਿ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਊਗਾ। ਸੰਧਾਲੀਆ ਸਾਹਿਬ, ਉਹ ਪੀੜਾ ਜਿਹੜੀ ਆ ਨਾ, ਉਹ ਮਹਿਸੂਸ ਨਹੀਂ ਕੀਤੀ ਜਾ ਸਕਦੀ। ਤੁਸੀਂ ਉਸ ਨੌਜਵਾਨ ਦੀ ਗੱਲ ਕੀਤੀ ਸੀ ਜਿਹੜਾ ਟਰੈਕਟਰ ਚਲਾਉਂਦਾ ਸੀ, ਉਹਦੇ ਤੋਂ ਬਾਅਦ ਉਹਦਾ ਦਾਦਾ ਇਸ ਵੇਲੇ, ਮੈਂ ਸੋਚ ਰਿਹਾ ਸੀ ਕਿ ਕੀ ਹਾਲਾਤ ਹੋਣਗੇ ਹਰਦੀਪ ਸਿੰਘ ਡਿਬਡਬਾ ਹੋਣਾ ਦੇ, ਉਹਨਾਂ ਦਾ ਪੋਤਰਾ, ਕਿ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ। ਇੱਕ ਪਟੀਸ਼ਨ ਇਸ ਕਰਕੇ ਪੈਂਦੀ ਹੈ, ਬੰਦਾ ਅਦਾਲਤ ਨੂੰ ਇਸ ਕਰਕੇ ਜਾਂਦਾ ਹੱਕ ਲੈਣਾ ਹੀ, ਆ ਜ਼ਮੀਨ ਆ, ਜੇ ਕੇਸ ਜਿੱਤ ਗਿਆ ਤਾਂ ਆ ਹੋ ਜਾਊਗਾ, ਇਸ ਕੇਸ ਦੇ ਵਿੱਚੋਂ ਆ ਨਿਕਲ ਆਊ। ਪਰ ਤੁਸੀਂ ਦੇਖੋ ਕਿ ਹੌਸਲਾ ਕਿੰਨਾ ਹੋਊਗਾ ਤੇ ਉਹ ਹੌਸਲਾ ਕਿੰਨਾ ਦਰਦ ਦੇ ਨਾਲ ਬਿੰਨਿਆ ਤੇ ਪਰੁੰਨਿਆ ਪਿਆ ਹੋਊਗਾ। ਕਾਹਦੇ ਲਈ ਦਿੱਲੀ ਹਾਈ ਕੋਰਟ ਦੇ ਵਿੱਚ ਜਾ ਕੇ ਵਕੀਲਾਂ ਦੇ ਨਾਲ ਮੱਥਾ ਮਾਰ ਦਿੰਦੇ ਹੁਣ, ਇਹ ਕਿੰਨਾ ਹੌਸਲਾ ਹੋਊਗਾ ਕਿ ਭਾਈ ਮੈਨੂੰ ਪਤਾ ਤਾਂ ਲੱਗੇ ਕਿ ਭਾਈ ਜਿਹੜਾ ਮੇਰਾ ਪੋਤਰਾ, ਉਹਦੀ ਮੌਤ ਟਰੈਕਟਰ ਤੋਂ ਡਿੱਗਣ ਦੇ ਕਰਕੇ ਹੋਈ ਹੈ ਜਾਂ ਪਹਿਲਾਂ ਗੋਲੀ ਲੱਗੀ ਹੈ। ਤੁਸੀਂ ਇਹ ਦੇਖੋ ਕਿ ਜੇ ਦਾਦਾ ਤਾਂ ਉਮਰ ਕਾਫੀ ਹੋਣੀ ਆ, ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਾ ਕੇ ਉੱਥੇ ਵਕੀਲਾਂ ਨੂੰ ਫੀਸਾਂ ਵੀ ਦੇਣੀਆਂ ਪੈਂਦੀਆਂ ਹੋਣੀਆਂ, ਜਾਂ ਘੱਟੋ ਘੱਟ ਅਦਾਲਤਾਂ ਦੇ ਵਿੱਚ ਜਿੱਦਾਂ ਦਾ ਆਪਣੇ ਮਾਹੌਲ ਹੁੰਦਾ ਆਪਾਂ ਸਾਰਿਆਂ ਨੂੰ ਪਤਾ ਹੈ। ਤੇ ਉੱਥੇ ਸਿਰਫ ਇਹ ਜਾਣਨ ਦੇ ਲਈ ਕਿ ਭਾਈ ਘੱਟੋ ਘੱਟ ਸੱਚ ਤਾਂ ਦੱਸ ਦਿਓ, ਬਹੁਤ ਔਖਾ। ਇਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਸੱਜਣ ਸਿਰਫ ਤੇ ਸਿਰਫ ਕਿਸੇ ਬੰਦੇ ਨੂੰ ਗਲਤ ਕਰਨ ਦੇ ਲਈ ਪੋਸਟਾਂ,
ਕਿਸੇ ਬੰਦੇ ਨੂੰ ਸਹੀ ਸਾਬਤ ਕਰਨ ਦੇ ਲਈ ਪੋਸਟਾਂ, ਜ਼ਹਿਰ ਉਗਲਣ ਦੀ ਤਕਰੀਰ ਜਿਹੜੀ ਉੱਥੇ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਜਾ ਰਹੀ ਹੈ। ਭਲਿਓ ਲੋਕੋ ਛੱਡ ਦਿਓ, ਇਹਨਾਂ ਟੱਬਰਾਂ ਦੇ ਉੱਤੇ ਕੀ ਬੀਤਦੀ ਹੋਊਗੀ ਉਸਲੇ ਜਦੋਂ ਆਪਾਂ ਆਪੇ ਹੀ ਵੰਡੀਆਂ ਪਾਉਣੇ ਆ ਤਾਂ ਫਿਰ ਬਹੁਤ ਔਖਾ। ਨਹੀਂ ਤਾਂ ਅੱਜ ਨਹੀਂ ਭਲਕ ਕੱਲ ਨਹੀਂ ਪਰਸੋਂ ਲੋਕਾਂ ਨੂੰ ਪਤਾ ਤਾਂ ਲੱਗ ਜਾਣਾ ਕਿ ਭਾਈ ਆਪਾਂ ਕੀ ਕਰਦੇ ਰਹੇ। ਉਦੋਂ ਕਿਹੜੀਆਂ ਸੂਚੀਆਂ ਦੇ ਵਿੱਚ ਆਪਾਂ ਨੂੰ ਲਿਖਿਆ ਜਾਣਾ ਉਹ ਬਹੁਤ ਜ਼ਰੂਰੀ ਹੈ। ਮੈਂ ਸੰਧਾਲੀਆ ਸਾਹਿਬ ਹੋਰ ਖਬਰਾਂ ਤੁਸੀਂ ਕਿਹਾ ਸੀ ਆਪਾਂ ਬਾਅਦ ਚ ਕਰ ਲਾਂਗੇ। ਹੁਣ ਜੇ ਗੱਲ ਤੁਰੀ ਪਈ ਹੈ ਪਾਰਲੀਮੈਂਟ ਦੇ ਵਿੱਚ, ਤੁਸੀਂ ਦੇਖੋ ਕਿ ਗੱਲ ਕਿੱਥੇ ਨੂੰ ਜਾਂਦੀ ਹੈ ਕਿ ਸੰਘਰਸ਼ ਕਿੱਧਰ ਨੂੰ ਸੀਗਾ। ਜਿਹੜੇ ਲੋਕਾਂ ਨੇ ਇਕੱਠੇ ਹੋ ਕੇ ਬਹਿਣਾ ਸੀ ਉਹ ਕੀ ਕਰਦੇ ਆ, ਸੋਸ਼ਲ ਮੀਡੀਆ ਦੇ ਉੱਤੇ ਖੰਭ ਆਪਾਂ ਕਿੱਦਾਂ ਦੇ ਮਾਰਦੇ ਆ। ਹੁਣ ਸਰਕਾਰਾਂ ਤਾਂ ਉਦਾਸੀਨ ਹੈਗੀਆਂ ਹੀ ਆ, ਸਿਆਸੀ ਲੀਡਰ ਭਾਵੇਂ ਵਿਰੋਧੀ ਧਿਰਾਂ ਦੇ ਆ, ਇੱਕ ਦਿਨ ਰਾਜ ਸਭਾ ਲੋਕ ਸਭਾ 'ਚ ਬੋਲਦੇ ਆ, ਮੁੜ ਕੇ ਘਰੇ ਜਾ ਕੇ ਬਹਿ ਜਾਂਦੇ ਆ ਕਿ ਠੰਡ ਬੜੀ ਆ ਯਾਰ, ਇੱਥੇ ਹੀਟਰ ਲਾ ਕੇ ਬਹਿੰਦੇ ਆ। ਟਰਾਲੀਆਂ ਵਾਲਿਆਂ ਦਾ ਦਰਦ ਦੁਰਦ ਭੁੱਲ ਜਾਂਦਾ। ਤੁਸੀਂ ਇਹ ਦੇਖੋ, ਆਪਾਂ ਜਦੋਂ ਬੇਨਤੀ ਕਰਦੇ ਹੁੰਨੇ ਆ ਕਿ ਭਾਈ ਜਿਹੜੇ ਲੋਕ ਕਿਸਾਨੀ ਸੰਘਰਸ਼ ਦੀ ਭੇਟ ਚੜ ਗਏ, ਕਿਸੇ ਦੀ ਮੌਤ ਹੋ ਗਈ, ਕੋਈ ਬਿਮਾਰ ਹੋ ਗਿਆ, ਕਿ ਉਹਨਾਂ ਦੀ ਰਾਖੀ ਆਪ ਨੂੰ ਹੀ ਕਰਨੀ ਪੈਣੀ ਆ। ਉਹਨਾਂ ਦੇ ਪਿੰਡ ਵਾਲਿਆਂ ਨੂੰ, ਜਥੇਬੰਦੀਆਂ ਨੂੰ, ਇਲਾਕੇ ਵਾਲਿਆਂ ਨੂੰ, ਉਹਨਾਂ ਦੇ ਪੱਠੇ ਦੱਥੇ ਦਾ ਪ੍ਰਬੰਧ, ਉਹਨਾਂ ਦੇ ਨਿੱਕੇ ਨਿਆਣਿਆਂ ਦੀ ਪੜ੍ਹਾਈ ਦਾ ਪ੍ਰਬੰਧ, ਉਹਨਾਂ ਦੇ ਬਜ਼ੁਰਗਾਂ ਦੀ ਦਵਾ ਦਾਰੂ ਦਾ ਪ੍ਰਬੰਧ, ਉਹਨਾਂ ਦੇ ਕੱਚੇ ਕੋਠੇ ਜੇ ਚੋਂਦੇ ਆ ਤੇ ਉੱਥੇ ਮਿੱਟੀ ਕਿਹਨੇ ਲਿਆ ਕੇ ਪਾਉਣੀ ਆ, ਤਰਪਾਲ ਕਿਹਨੇ ਪਾਉਣੀ, ਆਪਾਂ ਨੂੰ ਦੇਖਣਾ ਪੈਣਾ। ਜੇ ਆਪਾਂ ਕਹੀਏ ਨਾ ਕਿ ਸਰਕਾਰਾਂ ਕਰਨ, ਉਹ ਕਰੇ ਨਾ। ਆ ਦੇਖੋ ਤੁਸੀਂ 2-3 ਦਿਨ ਪਹਿਲਾਂ ਦੀ ਗੱਲ ਹੈ, ਆਪਾਂ ਜ਼ਿਕਰ ਵੀ ਕੀਤਾ ਸੀ, ਬਰਨਾਲੇ 'ਚ ਕਿਸਾਨਾਂ ਨੇ ਕਿਉਂ ਧਰਨਾ ਲਾਇਆ ਜੀ, ਸਾਡੇ 3 ਜਵਾਨ ਜਿਹੜੇ ਕਿਸਾਨ ਨੇ ਸ਼ਹੀਦ ਹੋ ਗਏ, ਤੁਸੀਂ ਸਰਕਾਰ ਦਾ ਐਲਾਨਿਆ 5-5 ਲੱਖ ਕਿਉਂ ਨਹੀਂ ਦਿੰਦੇ। ਸੂਬਾ ਸਰਕਾਰ ਧਰਨਾ ਲਾ ਕੇ ਪੈਸੇ ਦਿੰਦੀ ਹੈ। ਦੂਸਰੇ ਪਾਸੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਾਹਿਬ ਨੂੰ ਸਵਾਲ ਪੁੱਛਿਆ ਜਾਂਦਾ ਪਾਰਲੀਮੈਂਟ ਦੇ ਵਿੱਚ ਕਿ ਜੀ 2-3 ਮਹੀਨੇ ਹੋ ਗਏ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਆ ਕੇ ਬੈਠੇ ਐ, ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ, ਕਿਸਾਨਾਂ ਦੀਆਂ ਮੌਤਾਂ ਹੋਈਆਂ, ਕਿੰਨੇ ਕੁ ਕਿਸਾਨਾਂ ਦੀਆਂ ਮੌਤਾਂ ਹੋਈਆਂ। ਤੁਸੀਂ ਇਹ ਦੇਖੋ ਕਿ ਦੇਸ਼ ਦੀ ਰਾਜਧਾਨੀ ਹੈ ਦਿੱਲੀ, ਤੇ ਰਾਜਧਾਨੀ ਦੀਆਂ ਬਰੂਹਾਂ ਤੇ ਆ ਕੇ ਬੈਠੇ ਕਿਸਾਨਾਂ ਦੀਆਂ ਮੌਤਾਂ ਕਿੰਨੀਆਂ ਹੋਈਆਂ। ਮੰਤਰੀ ਸਾਹਿਬ ਕਹਿੰਦੇ ਸਾਡੇ ਕੋਲੇ ਅੰਕੜਾ ਨਹੀਂ। ਜੇ ਮੰਤਰੀਆਂ ਦੇ ਕੋਲੇ ਵੀ ਅੰਕੜਾ ਨਹੀਂ, ਜਿਹੜੇ ਆਮ ਬੰਦਿਆਂ ਨੇ ਸਾਂਭਣਾ, ਜੇ ਅਸੀਂ ਆਪਸ ਵਿੱਚ ਲੜੀ ਜਾਵਾਂਗੇ, ਟੱਬਰਾਂ ਦੇ ਉੱਤੇ ਬੀਤਦੀ ਕੀ ਹੋਊਗੀ ਤਾਂ ਉਹਦਾ ਭਵਿੱਖ ਦੇ ਵਿੱਚ ਸਿੱਟਾ ਨਤੀਜਾ ਕੀ ਨਿਕਲਣਾ, ਥੋੜਾ ਜਿਹਾ ਸੋਚੀਏ ਸਮਝੀਏ ਜ਼ਰੂਰ। ਬਾਰ ਸਾਹਿਬ ਇਸ ਗੱਲ ਤੋਂ, ਇਹ ਤੋਮਰ ਸਾਹਿਬ ਦਾ ਜਿਹੜਾ ਬਿਆਨ ਹੈ ਕਿ ਵੀ ਸਾਡੇ ਕੋਲੇ ਕੋਈ ਅੰਕੜਾ ਨਹੀਂ ਹੈਗਾ ਵੀ ਕਿੰਨੇ ਕਿਸਾਨ ਜਿਹੜੇ ਆ ਉਹ ਸ਼ਹੀਦ ਹੋ ਗਏ ਜਾਂ ਕੁਰਬਾਨ ਹੋ ਗਏ ਇਸ ਖੇਤੀ ਅੰਦੋਲਨ ਦੇ ਵਿੱਚ, ਮੈਂ ਸੋਚਦਾ ਸੀ ਇਹਦਾ ਮਤਲਬ ਇਹ ਹੋ ਗਿਆ ਕਿ ਉਹਨਾਂ ਕੋਲੇ ਚੰਦ ਸਕਿੰਟ ਵੀ ਨਹੀਂ ਹੈਗੇ। ਮੈਂ ਫਿਰ ਉਹ ਬਾਕੀ ਵੀਡੀਓਜ਼ ਤਾਂ ਚਲੋ ਖੈਰ ਨਹੀਂ ਦੇਖੀਆਂ, ਪਰ ਉਹ CCTV ਫੁਟੇਜ ਨਵਰੀਤ ਵਾਲੀ, ਜਿਹੜਾ ਉਹ ਟਰੈਕਟਰ ਪਲਟ ਕੇ ਮਰਿਆ ਨੌਜਵਾਨ ਹੈ, ਉਹ ਤਾਂ ਹਰੇਕ ਨੇ ਦੇਖੀ ਹੋਊਗੀ ਨਾ। ਤੁਸੀਂ ਐਗਜ਼ੈਕਟ ਵੀਡੀਓ ਦੇਖ ਲਿਓ ਕਿ ਉਹ ਕਿੰਨੇ ਸਕਿੰਟਾਂ ਦੀ ਹੈ, ਕਿ ਚੰਦ ਸਕਿੰਟ ਪਹਿਲਾਂ ਇੱਕ ਜਿਉਂਦਾ ਜਾਗਦਾ ਨੌਜਵਾਨ ਮੁੰਡਾ ਜਿਹੜਾ ਕਿ ਵਿਦੇਸ਼ੋਂ ਆ ਕੇ ਤੇ ਉੱਥੇ ਜਾਂਦਾ, ਉਹ ਚੰਦ ਸਕਿੰਟ ਬਾਅਦ ਜਮ੍ਹਾਂ ਮਿੱਟੀ ਹੋ ਜਾਂਦਾ। ਸਿਰਫ ਇੰਨੇ ਸਕਿੰਟ ਲੱਗਦੇ ਨੇ ਇਹ ਸਾਰਾ ਕੁਝ ਹੋਣ ਤੇ। ਇਸ ਤੋਂ ਪਹਿਲਾਂ ਜਿਹੜੀਆਂ ਘਟਨਾ ਵਾਪਰੀਆਂ, ਚਾਹੇ ਉਹ ਕੋਈ ਕਿਸੇ ਦੀ ਕਾਰ 'ਚ ਮੌਤ ਹੋਈ ਜਾਂ ਜਿੱਦਣ ਇਹ ਜਾਂਦੇ ਸੀ ਉਸ ਦਿਨ ਟਰੈਕਟਰ ਅਚਾਨਕ ਉਸਦੇ ਵੱਜਦਾ, ਜਿਹੜਾ ਜੰਗਲਾ ਲਾਇਆ ਸੀ ਪੁਲਿਸ ਨੇ, ਤੇ ਇੱਕ ਮੜਗਾੜ ਤੇ ਬੈਠਾ ਨੌਜਵਾਨ ਕਿਸਾਨ ਡਿੱਗਦਾ, ਮਗਰੋਂ ਹੀ ਸਿਰ ਦੇ ਉੱਪਰ ਦੀ ਟਰੱਕ ਲੰਘ ਜਾਂਦਾ। ਚੰਦ ਸਕਿੰਟ, ਉੱਥੇ ਕਿਤੇ ਕੋਈ ਮਿੰਟਾਂ ਦੀ ਘੰਟਿਆਂ ਦੀ ਕਹਾਣੀ ਕਿਤੇ ਨਹੀਂ ਹੈਗੀ। ਚੰਦ ਸਕਿੰਟਾਂ ਦੇ ਵਿੱਚ ਜਿਹੜੀਆਂ ਜ਼ਿੰਦਗੀਆਂ ਖਤਮ ਹੋਈਆਂ, ਉਹਨਾਂ ਜ਼ਿੰਦਗੀਆਂ ਦਾ ਅੰਕੜਾ ਇਕੱਠਾ ਕਰਨ ਦੇ ਲਈ ਚੰਦ ਸਕਿੰਟ ਵੀ ਨਹੀਂ ਹੈਗੇ ਸਰਕਾਰਾਂ ਕੋਲ, ਜਿਹਦਾ ਕਰਕੇ ਉਹਨਾਂ ਨੇ ਬੜੇ ਆਰਾਮ ਨਾਲ ਉਸ ਮੰਦਰ ਨੂੰ, ਜਿੱਥੇ ਕਿ ਮੱਥਾ ਟੇਕ ਕੇ ਵੜਦੇ ਨੇ ਪਾਰਲੀਮੈਂਟ ਨੂੰ, ਉੱਥੇ 'ਚ ਕਹਿੰਦਿਆਂ ਬੋਲਦਿਆਂ ਇਹ ਦੱਸ ਦਿੱਤਾ ਵੀ ਸਾਡੇ ਕੋਲ ਕੋਈ ਅੰਕੜਾ ਨਹੀਂ ਹੈ। ਇਹ ਬੜੀ ਅਜੀਬ ਸਥਿਤੀ ਹੈ, ਸਾਨੂੰ ਇਹਦੀ ਗੰਭੀਰਤਾ ਸਮਝਣੀ ਪਊਗੀ। ਜੇ ਨਹੀਂ ਸਮਝਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਔਖੇ ਹੋਵਾਂਗੇ। ਦੇਖੋ, ਸਰਕਾਰਾਂ ਦੇ ਉੱਤੇ ਉਂਗਲ ਚੱਕਣ ਦਾ ਮਸਲਾ ਨਹੀਂ। ਸੰਧਾਲੀਆ ਸਾਹਿਬ, ਸਵਾਲ ਪੁੱਛਿਆ ਗਿਆ ਸੀ ਪਾਰਲੀਮੈਂਟ ਦੇ ਵਿੱਚ ਕਿ ਜਿਹੜੇ ਕਿਸਾਨਾਂ ਦੀ ਮੌਤ ਹੋਈ ਆ, ਮੁਆਵਜ਼ਾ ਦਿੱਤਾ। ਮੁਆਵਜ਼ਾ ਤਾਂ ਫਿਰ ਮਿਲਣਾ ਸੀ ਜੇ ਅੰਕੜਾ ਹੁੰਦਾ, ਅੰਕੜਾ ਹੈ ਨਹੀਂ। ਪਰ ਤੁਸੀਂ ਦੂਸਰਾ ਪੱਖ ਦੇਖੋ, ਦੇਸ਼ ਦੇ ਨਾਗਰਿਕ ਨੇ, ਸਰਕਾਰਾਂ ਦੇ ਫੈਸਲਿਆਂ ਦੇ ਨਾਲ ਸਹਿਮਤੀ ਹੋ ਸਕਦੀ ਹੈ। ਇਹ ਗੱਲ ਵੀ ਬਿਲਕੁਲ ਪੁਸ਼ਟੀ ਹੋਈ ਹੈ, ਖੁਦ ਦੱਸੀ ਗਈ ਹੈ ਕਿ ਖੇਤੀਬਾੜੀ ਕਾਨੂੰਨ ਜਿਹੜੇ ਨੇ ਉਹਨਾਂ ਦੇ ਖਿਲਾਫ ਕਹਿੰਦੇ ਬਹੁਤ ਸਾਰਾ ਮਾੜਾ ਪ੍ਰਚਾਰ ਕੀਤਾ ਜਾ ਰਿਹਾ ਸੀ, ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ, ਗਲਤ ਵਿਆਖਿਆ ਕੀਤੀ ਜਾ ਰਹੀ ਸੀ, ਤੇ ਕੇਂਦਰ ਦੀ ਸਰਕਾਰ ਨੇ 7 ਕਰੋੜ 95 ਲੱਖ ਰੁਪਈਏ 7 ਕਰੋੜ 95 ਲੱਖ ਰੁਪਈਏ ਖੇਤੀ ਕਾਨੂੰਨਾਂ ਦੀ ਅਸਲੀਅਤ ਲੋਕਾਂ ਨੂੰ ਦੱਸਣ ਦੇ ਲਈ ਪ੍ਰਚਾਰ ਦੇ ਉੱਤੇ ਖਰਚੇ ਆ। ਤਕਰੀਬਨ 8 ਕਰੋੜ 5 ਲੱਖ ਰੁਪਈਆ ਘਟਦਾ, ਜਾਣੀ ਕਿ ਆਪਣੇ ਕਾਨੂੰਨ ਬਣਾਏ ਆ, ਉਹ ਕਾਨੂੰਨ ਬਣਾਏ ਆ ਤੇ ਉਹ ਕਾਨੂੰਨ ਚੰਗੇ ਨੇ ਇਹ ਦੱਸਣ ਦੇ ਲਈ ਸਾਡੇ ਕੋਲੇ ਤਕਰੀਬਨ 8 ਕਰੋੜ ਰੁਪਈਆ ਹੈਗਾ ਇਸ਼ਤਿਹਾਰ ਦੇਣ ਦੇ ਲਈ, ਖਰਚਾ ਕਰਨ ਦੇ ਲਈ। ਪਰ ਜਿਹੜੇ ਦਿੱਲੀ ਦੇ ਮੋਢਾ ਇਹ ਬੈਠੇ ਆ, ਉਹਨਾਂ ਦੀ ਮੌਤ ਕਿਹਦੀ ਹੋ ਗਈ, ਕਿਉਂ ਹੋ ਗਈ, ਉਹਦਾ ਅੰਕੜਾ ਸਾਡੇ ਕੋਲੇ ਹੈ ਨਹੀਂ। ਹੁਣ ਇੱਥੋਂ ਸਰਕਾਰ ਦੀ ਸੰਵੇਦਨਸ਼ੀਲਤਾ ਮੰਨ ਲਈਏ,
ਉਹਦੇ ਤੋਂ ਬਾਅਦ ਆਮ ਲੋਕਾਂ ਵਾਲੇ ਪਾਸੇ ਆ ਜਾਈਏ, ਵੈਸੇ 90% ਲੋਕ ਕਿਸੇ ਲੜਾਈ 'ਚ ਨਹੀਂ ਹੈਗੇ। ਉਹ ਅੰਦੋਲਨ ਕਰਦੇ ਆ, ਉਹ ਕਹਿੰਦੇ ਕਿ ਭਾਈ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਸਰਕਾਰ ਦਾ ਵੀ, ਸਾਨੂੰ ਬਸ ਆ ਕਾਨੂੰਨ ਹੀ ਨਹੀਂ ਚਾਹੀਦੇ। ਪਰ ਥੋੜ੍ਹੇ ਜਿਹੇ ਲੋਕ ਜਿਨ੍ਹਾਂ ਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਬੈਠ ਕੇ ਪੋਸਟਾਂ ਪਾਵਾਂਗੇ ਤਾਂ ਸਾਨੂੰ ਡਿਗਰੀਆਂ, ਡਿਪਲੋਮੇ, ਮੈਡਲ ਮਿਲਣੇ ਆ, ਉਹ ਜਦੋਂ ਫਿਰ ਇਦਾਂ ਦੀਆਂ ਪੋਸਟਾਂ ਪਾਉਂਦੇ ਆ ਜਿਹੜੀਆਂ ਦਿਲ ਨੂੰ ਸਿੱਧੀ ਤੂੰ ਪਾਉਂਦੀਆਂ। ਹੁਣ ਮੈਂ ਕਹਿੰਦਾ ਕਿ ਨਵਰੀਤ ਦੇ ਦਾਦੇ ਨੂੰ ਕੋਈ ਪੋਸਟ ਇਦਾਂ ਦੀ ਮਿਲਦੀ ਹੋਊ ਕਿ ਫਲਾਨਾ ਬੰਦਾ ਖੇਤੀ ਦਾ ਗਦਾਰ ਜੀ, ਆਹ ਗਦਾਰ ਜੀ, ਆਹ ਦੋ ਧੜੇ ਜੀ, ਫਲਾਨੇ ਨੂੰ ਪੁੱਛਦੇ ਨੇ, ਕੀ ਬੀਤਦੀ ਹੋਊ। ਬਿਲਕੁਲ ਸਹੀ। ਇਧਰਲੇ ਪਾਸੇ ਜਸ਼ਨਪ੍ਰੀਤ ਦੀ ਮਾਤਾ ਉਹਦੀ ਜੈਕਟ ਫੜ ਕੇ ਖੜੀ ਹੋਊ, ਉਹਨੂੰ ਕੋਈ ਦੱਸੂ ਜੀ ਉੱਥੇ ਤਾਂ ਫਿਰ ਆਪਸ 'ਚ ਲੜੀ ਜਾਂਦੇ ਆ। ਹਾਲਾਂਕਿ ਬਹੁਤ ਥੋੜੇ ਜਿਹੇ ਲੋਕ ਨੇ ਜਿਹੜੇ ਵੰਡੀਆਂ ਪਾ ਰਹੇ ਨੇ, ਪਰ ਘੱਟੋ ਘੱਟ ਉਹਨਾਂ ਪਰਿਵਾਰਾਂ ਦੇ ਹੰਝੂਆਂ ਦਾ ਹੀ ਮੁੱਲ ਪਾ ਲਈਏ, ਜੇ ਹੋਰ ਕਿਸੇ ਦਾ ਨਹੀਂ ਪਾਉਣਾ। ਸਰਕਾਰ ਵਾਲੇ ਪਾਸਿਓਂ ਬਹੁਤੀ ਆਸ ਨਹੀਂ। ਚਲੋ ਕੋਈ ਗੱਲ ਨਹੀਂ ਬਾਠ ਸਾਹਿਬ, ਥੋੜੇ ਦਿਨਾਂ ਦੀ ਖੇਡ ਹੈ ਇਹ। ਜਿਹੜਾ ਚਸਕਾ ਹੈ ਨਾ, ਬੜਾ ਵਹਿਮ ਹੈ ਬਹੁਤ ਸਾਰੇ ਲੋਕਾਂ ਨੂੰ ਕਿ ਆ ਜੀ ਸੋਸ਼ਲ ਮੀਡੀਆ ਇੱਦਾਂ ਹੈ, ਸੋਸ਼ਲ ਮੀਡੀਆ ਉੱਦਾਂ ਹੈ। ਅਗਲਿਆਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰਤਾ। ਥੋੜੇ ਦਿਨਾਂ ਤੱਕ ਜਿਹੜਾ ਧੌਣ ਦੀ ਬਿਲਕੁਲ ਘੰਡੀ ਹੁੰਦੀ ਉੱਤੇ ਅੰਗੂਠਾ ਆ ਜਾਣਾ, ਤੇ ਜਦੋਂ ਘੰਡੀ ਦੱਬੀ ਗਈ ਤੇ ਫਿਰ ਇਹ ਜਿਹੜਾ ਸੋਸ਼ਲ ਮੀਡੀਆ ਵਾਲਾ ਵਹਿਮ ਹੈ ਇਹ ਵੀ ਨਿਕਲ ਜਾਣਾ। ਉਸ ਤੋਂ ਬਾਅਦ ਦੇਖਿਆ ਜਾਏਗਾ ਕਿ ਹਾਂ ਕਿਹੜੀ ਪੋਸਟ ਦਾ ਕਿੰਨਾ ਕੁ ਮੁੱਲ ਹੈ ਤੇ ਕਿੰਨੀ ਕੁ, ਜੇ ਪਹਿਲਾਂ ਆਪਾਂ ਸਿਆਣਪ ਨਹੀਂ ਵਰਤੀ, ਜੇ ਵਰਤ ਲਈ ਹੁੰਦੀ ਤੇ ਬਾਅਦ ਦੇ ਵਿੱਚ ਅੱਖਾਂ 'ਚ ਘਸੁੰਨ ਦੇ ਕੇ ਰੋਣਾ। ਕਿਉਂਕਿ ਟਵਿੱਟਰ ਵਾਲੀ ਗੱਲ ਤਾਂ ਤੁਸੀਂ ਪਤਾ ਕਰ ਹੀ ਲਏ ਹੋਣੇ ਆ ਕਿ ਅਗਲਿਆਂ ਨਾਲ ਪਹਿਲਾਂ ਪੇਚਾ ਪੈਂਦਾ, ਫਿਰ ਸਰਕਾਰਾਂ ਪਾਰਲੀਮੈਂਟ 'ਚ ਵੀ ਕਹਿੰਦੀਆਂ ਨੇ ਕਿ ਵੀ ਅਸੀਂ ਗੱਲ ਕਰ ਲਵਾਂਗੇ ਇਹਨਾਂ ਦੇ ਨਾਲ, ਵੀ ਜੇ ਅਮਰੀਕਾ 'ਚ ਹੋਵੇ ਤਾਂ ਫਿਰ ਟਵਿੱਟਰ ਭੱਜ ਕਿਆ ਕੁਛ ਕਰਦਾ, ਤੇ ਜੇ ਇੰਡੀਆ 'ਚ ਹੋਵੇ ਤੇ ਫਿਰ ਇਹ ਸਾਡੀ ਗੱਲ ਵੱਲ ਧਿਆਨ ਨਹੀਂ ਦਿੰਦੇ। ਹੁਣ ਕਹਿੰਦੇ ਕਿ ਟਵਿੱਟਰ ਨੇ ਵੀ ਮੰਨ ਲਿਆ ਕਿ ਅਸੀਂ 97% ਅਕਾਊਂਟ ਜਿਹੜੇ ਆ ਜੀ ਉਹ ਬੰਦ ਕਰ ਦਿੱਤੇ, ਬਲੌਕ ਕਰ ਦਿੱਤੇ ਆ, ਬਾਕੀ ਰਹਿੰਦੀ ਕਾਰਵਾਈ ਵੀ ਕਰ ਦਿਆਂਗੇ। ਇਸ ਤੋਂ ਪਹਿਲਾਂ ਫੇਸਬੁੱਕ ਵੀ ਕਹਿ ਚੁੱਕਾ, ਗੂਗਲ ਦੇ ਉੱਪਰ ਵਾਰਾਣਸੀ ਦੇ ਵਿੱਚ ਕੇਸ ਕੱਲ੍ਹ ਦਾ ਹੋ ਹੀ ਚੁੱਕਾ। ਸੋ ਉੱਥੋਂ ਆਪਾਂ ਅੰਦਾਜ਼ਾ ਲਾ ਲਈਏ ਕਿ ਵੀ ਜੇ ਸਰਕਾਰ ਦੀ ਤਾਕਤ ਦੀ ਗੱਲ ਕਰਦੇ ਹੋ ਤੇ ਤਾਕਤ ਦੀ ਉਹਨਾਂ 'ਚ ਕੋਈ ਕਮੀ ਨਹੀਂ ਹੈਗੀ, ਉਹ ਕੁਝ ਵੀ ਕਰ ਸਕਦੇ। ਸੰਧਾਲੀਆ ਸਾਹਿਬ, ਵਿਰੋਧ ਹੋਣਾ ਚਾਹੀਦਾ, ਕੋਈ ਗੱਲ ਨਹੀਂ, ਸਰਕਾਰ ਵੀ ਕਹਿੰਦੀ ਆ ਵਿਰੋਧ ਕਰੋ, ਆਪਾਂ ਸਰਕਾਰ ਦੀ ਜਮ੍ਹਾਂ ਘਟਾਓ 'ਚ ਨਹੀਂ ਪੈਣਾ। ਕੀ ਵਿਰੋਧ ਗਾਲਾਂ ਕੱਢ ਕੇ ਹੁੰਦਾ? ਜੇ ਹੈਸ਼ਟੈਗ ਵੀ ਪਾਉਣਾ ਤਾਂ ਫਿਰ ਖੇਤੀ ਅੰਦੋਲਨ ਹੈ ਨਾ। ਮੈਂ ਇੱਕ ਉਦਾਹਰਣ ਦਿੰਦਾ, ਕਹੀ ਦਾ ਬੈਹਾ ਹੁੰਦਾ ਨਾ, ਕਹੀ ਦਾ, ਅਸੀਂ ਘਰੋਂ 5 ਕਿਲੋਮੀਟਰ ਦੂਰ ਖੇਤ ਨੂੰ ਗਏ ਹੁੰਨੇ ਆ, ਸਾਈਕਲ ਤੇ ਗਏ ਹੁੰਨੇ ਆ, ਕਈ ਦਾ ਬੈਹਾ ਜਿਹੜਾ ਉਹ ਹਿੱਲਣ ਲੱਗ ਜਾਏ, ਜਿਹੜੀ ਲੱਕੜੀ ਜੀ ਹੁੰਦੀ ਹੈ, ਕਈ ਦੇ ਦਸਤਾ, ਹਾਂਜੀ, ਉਹ ਦਸਤਾ ਜਿਹੜਾ ਆ ਉਹ ਹਿੱਲਣ ਲੱਗ ਜਾਏ ਸੰਧਾਲੀਆ ਸਾਹਿਬ, ਤੇ ਅਸੀਂ ਪੂਰੀ ਜ਼ੋਰ ਨਾਲ ਨਹੀਂ ਮਾਰਨਾ ਹੁੰਦਾ ਕਿ ਭਾਈ ਹਿਲਦਾ ਤਾਂ ਹਿਲਦਾ, ਨਿਕਲਦੀ ਕਈ ਨਿਕਲ ਜੀ, ਕੱਲ ਨੂੰ ਕਰ ਲਾਂਗੇ ਨਾ। ਉਸਲੇ ਬੰਦਾ ਕਹਿੰਦਾ ਥੋੜਾ ਜਿਹਾ ਕੰਮ ਰਹਿ ਗਿਆ, ਹੌਲੀ ਹੌਲੀ ਕਰ ਲੈਂਦੇ ਆ, ਮਾੜੀ ਮੋਟੀ ਪੱਚਰ ਦੇ ਲੈਂਦੇ ਆ ਵਿੱਚ, ਉੱਥੋਂ ਫੜ ਕੇ ਹੋਰ ਨਹੀਂ ਕੁਛ ਲੱਭਦਾ, ਤੇ ਆਪਾਂ ਜਿਹੜੀਆਂ ਡਾਣੀਆਂ ਹੁੰਦੀਆਂ ਉਹੀ ਠੋਕ ਲੈਂਦੇ ਆ ਕਿਸੇ ਨਾ ਕਿਸੇ ਬੱਟੇ ਬੁੱਟੇ ਨੂੰ ਨਾਲ ਲੈ ਕੇ ਕਿ ਭਾਈ ਕੰਮ ਚੱਲਦਾ ਹੋ ਜਾਵੇ। ਸੋਸ਼ਲ ਮੀਡੀਆ ਬਹੁਤ ਵੱਡੀ ਤਾਕਤ। ਤੁਸੀਂ ਦੇਖੋ, ਕਿਸਾਨ ਪਹਿਲਾਂ ਬਾਦਲ ਪਿੰਡ ਤੇ ਪਟਿਆਲੇ ਬੈਠੇ, ਉਸ ਤੋਂ ਬਾਅਦ 150 ਥਾਵਾਂ ਤੇ ਪੰਜਾਬ 'ਚ ਬੈਠੇ, ਫਿਰ ਦਿੱਲੀ ਨੂੰ ਗਏ। ਮਿੰਟ ਦੀ ਖਬਰ ਕਿੱਥੋਂ ਪਤਾ ਲੱਗਦੀ ਸੀ ਕਿ ਕਿੱਥੇ ਕੀ ਹੋਇਆ? ਸੋਸ਼ਲ ਮੀਡੀਆ ਤੋਂ। ਨਵਰੀਤ ਦੀ ਵੀਡੀਓ ਪਤਾ ਲੱਗਦੀ ਕਿੱਥੋਂ? ਸੋਸ਼ਲ ਮੀਡੀਆ ਤੋਂ। ਜਸ਼ਨਪ੍ਰੀਤ ਦੀ ਮਾਤਾ ਦੀ ਤਸਵੀਰ, ਉਹਦੀ ਹਿੱਕ ਦੇ ਨਾਲ ਜਿਹੜਾ ਉਹਦੀ ਜੈਕਟ ਲਾ ਕੇ ਬੈਠੀ ਆ, ਮੰਜੇ ਤੇ ਬੈਠੀ ਬਾਣ ਵਾਲੇ, ਤੇ ਕਿੱਥੋਂ ਪਤਾ ਲੱਗੀ? ਸੋਸ਼ਲ ਮੀਡੀਆ ਤੋਂ। ਆਮ ਲੋਕ ਉੱਥੇ ਗਏ ਨੇ, ਬਜ਼ੁਰਗ ਗਏ ਨੇ, ਬੱਚੇ ਗਏ ਨੇ, ਕੋਈ ਕਿਸੇ ਦੀਆਂ ਜੁੱਤੀਆਂ ਸਾਫ਼ ਕਰਦਾ, ਕੋਈ ਕਿਸੇ ਨੂੰ ਚਾਹ ਤੇ ਪਾਣੀ ਪਿਆਉਂਦਾ, ਕਿੱਥੋਂ ਪਤਾ ਲੱਗਾ? ਸੋਸ਼ਲ ਮੀਡੀਆ ਤੋਂ। ਦੁਨੀਆ ਭਰ ਦੇ ਵਿੱਚ ਗੱਲ ਚੱਲੀ, ਕਿੱਥੋਂ ਪਤਾ ਲੱਗੀ? ਸੋਸ਼ਲ ਮੀਡੀਆ ਤੋਂ। ਅੱਜ ਉਹ ਸੋਸ਼ਲ ਮੀਡੀਆ ਦੀ ਵਰਤੋਂ ਅਸੀਂ ਬਹੁਤ ਸਖਤ ਸ਼ਬਦਾਂ 'ਚ ਕਰਨੀ ਹੈ, ਤਿੱਖੇ ਸ਼ਬਦਾਂ 'ਚ ਕਰਨੀ ਹੈ, ਠੋਕ ਕੇ ਕਰਨੀ ਹੈ, ਕਿ ਜਿਹਦੇ ਨਾਲ ਅਗਲੇ ਕਹਿਣ ਕਿ ਭਾਈ ਚਲੋ ਅਸੀਂ ਨਹੀਂ ਚੱਲਣ ਦਿੰਦੇ, ਲਾ ਲਓ ਜ਼ੋਰ। ਜਾਂ ਫਿਰ ਸਹਿੰਦੀ ਠੀਕ ਭਾਸ਼ਾ ਦੇ ਵਿੱਚ ਗੱਲ ਕਰਨੀ ਹੈ ਕਿ ਘੱਟੋ ਘੱਟ ਕਮਿਊਨੀਕੇਸ਼ਨ ਤਾਂ ਹੁੰਦਾ ਰਹੇ। ਭਲਕ ਨੂੰ ਸੋਸ਼ਲ ਮੀਡੀਆ, ਕਈ ਦੇਸ਼ ਨੇ ਨਹੀਂ ਚੱਲਣ ਦਿੰਦੇ, ਫੇਸਬੁੱਕ ਬਈ ਨਹੀਂ ਚੱਲਣ ਦਿੰਦੇ, WhatsApp, ਬੜੇ ਦੇਸ਼ ਨੇ, ਲਿਸਟਾਂ ਕੱਢ ਕੇ ਦੇਖ ਲਓ, ਗੂਗਲ ਕਰ ਲਓ, ਇੰਟਰਨੈਟ ਤੇ ਦੇਖ ਲਓ। ਤੇ ਫਿਰ ਕਿੱਡੀ ਕੁ ਦੂਰ ਦੀ ਗੱਲ ਹੈ, ਜੇ ਜਾਣਕਾਰੀ ਨਹੀਂ ਆਊਗੀ ਪਤਾ ਕਿੱਥੋਂ ਲੱਗੂ? ਇਸ ਕਰਕੇ ਥੋੜੀ ਜੀ ਭਾਸ਼ਾ 'ਚ ਸ਼ਲੀਨਤਾ ਲੈ ਆਓ, ਥੋੜੀ ਜੀ ਭਾਸ਼ਾ ਸੁਚੱਜੀ ਵਰਤ ਲਓ। ਗਾਲਾਂ ਕੱਢਣ ਦੇ ਨਾਲ ਭੜਾਸ ਜ਼ਰੂਰ ਨਿਕਲ ਜੂ, ਲੱਭਣਾ ਕੱਖ ਨਹੀਂ। ਤੁਸੀਂ ਕਈ ਵਾਲੀ ਉਦਾਹਰਨ ਦਿੱਤੀ ਨਾ ਬਾਠ ਸਾਹਿਬ, ਦੇਖੋ ਕਈ ਹੈ ਤਾਂ ਜੇ ਦੇਖਿਆ ਜਾਵੇ ਤੇ ਇੱਕ ਖੇਤੀ ਕਰਨ ਵਾਲਾ ਸੰਦ, ਤੇ ਜੇ ਆਪਾਂ ਮੰਨ ਲਓ ਵੀ ਕੋਈ ਨੱਕਾ ਬੰਨਣਾ, ਕੋਈ ਮੂੰਹਾਂ ਬੰਨਣਾ ਜਾਂ ਮੂੰਹਾਂ ਮੋੜਨਾ, ਕੋਈ ਨੱਕਾ ਮੋੜਨਾ, ਫਿਰ ਉਹ ਬਹੁਤ ਵਧੀਆ ਹਥਿਆਰ ਹੈ। ਜੇ ਆਪਾਂ ਕੋਈ ਖਾਲ ਖਾਲਣਾ, ਕੋਈ ਵੱਟ ਬੰਨਣੀ ਹੈ, ਕੋਈ ਵੱਟ ਛਾਂਗਣੀ ਹੈ ਤਾਂ ਬਹੁਤ ਵਧੀਆ ਸੰਦ ਹੈ। ਜੇ ਕੋਈ ਨੁੱਕਰ ਗੋਡਣੀ ਆ ਜਾਂ ਕੁਛ ਹੋਰ ਕੰਮ ਕਰਨਾ, ਕੋਈ ਸਬਜ਼ੀ ਭਾਜੀ ਤਰਕਾਰੀ ਲਾਉਣੀ ਆ ਤਾਂ ਬਹੁਤ ਵਧੀਆ ਹੈ। ਉਹੀ ਜਦੋਂ ਤੁਸੀਂ ਗੱਲ ਕਹੀ ਵੀ ਜਿਹੜੀ ਕਹੀ ਹੈ, ਜੇ ਤਾਂ ਉਹਨੂੰ ਕਹੀ ਇੱਕ ਖੇਤੀ ਸੰਦ ਦੇ ਤੌਰ 'ਤੇ ਵਰਤਾਂਗੇ ਤੇ ਉਸੇ ਹੀ ਕਹੀ ਦੇ ਨਾਲ ਕੰਮ ਕੀਤੇ ਤੋਂ ਬਾਅਦ ਅਖੀਰ ਕਮਾਈ ਹੁੰਦੀ ਹੈ, ਘਰ ਚੱਲਦਾ। ਤੇ ਜੇ ਉਹੀ ਕਹੀ ਕਿਸੇ ਦੇ ਸਿਰ 'ਚ ਮਾਰ ਦਿੱਤੀ ਜਾਵੇ, ਅਗਲਾ ਪਾਰ ਟਪਾ ਦਿੱਤਾ ਜਾਵੇ, ਤੇ ਉਸੇ ਹੀ ਕਹੀ ਨੂੰ ਅਗਲੇ ਬੰਦੇ ਕੇਸ ਬਣਾ ਲੈਂਦੇ ਨੇ, ਜਨਾਬ ਹੋਰੀ ਫਿਰ ਲਿਫਾਫੇ 'ਚ ਬੰਦ ਕਰਕੇ ਨਾਲ ਕੇਸ ਦੇ ਜੋੜ ਦਿੰਦੇ ਵੀ ਆਹ ਉਹ ਹਥਿਆਰ ਹੈ ਜੀ ਜਿਹਦੇ ਨਾਲ ਇਹਨੇ ਆਹ ਕੰਮ ਕੀਤਾ। ਤੇ ਉਸ ਤੋਂ ਬਾਅਦ ਕਈ ਕਿੱਥੇ ਹੁੰਦੀ ਹੈ, ਕਈ ਮਾਰਨ ਵਾਲਾ ਕਿੱਥੇ ਹੁੰਦਾ, ਤੇ ਜਿਹਦੇ ਪਰਿਵਾਰ ਦੇ ਗਾਂ ਕਈ ਵੱਜਦੀ ਹੈ
ਉਹਨਾਂ ਦੇ ਘਰੇ ਕਿੱਥੇ ਕੀ ਕੁਛ ਹੁੰਦਾ। ਇਹ ਸਾਰੇ ਕੁਛ ਨੂੰ ਮੇਰੇ ਖਿਆਲ ਨਾਲ ਆਪਾਂ ਬੜੇ ਪਿਆਰ ਨਾਲ ਇਮੈਜਿਨ ਕਰ ਲਈਏ ਦਿਮਾਗ ਦੇ ਵਿੱਚ, ਤੇ ਸਾਰੀ ਕਹਾਣੀ ਸਮਝ ਆ ਜਾਊਗੀ ਕਿ ਕਈ ਸੰਦ ਤੇ ਕਈ ਹਥਿਆਰ। ਇਹੀ ਫਰਕ ਸੋਸ਼ਲ ਮੀਡੀਆ ਦਾ, ਕਿ ਉਹਨੂੰ ਇੱਕ ਸੰਦ ਰੱਖਣਾ ਜਾਂ ਫਿਰ ਉਹਨੂੰ ਹਥਿਆਰ ਬਣਾਉਣਾ। ਇਹਦੀ ਇੱਕ ਉਦਾਹਰਨ ਸੰਧਾਲੀਆ ਸਾਹਿਬ ਮੈਨੂੰ ਇੱਥੋਂ ਲੱਗਦੀ, ਹੋ ਸਕਦਾ ਕਿਸੇ ਨੂੰ ਲੱਗੇ ਯਾਰ ਕਿੱਧਰਲੇ ਪਾਸੇ ਨੂੰ ਟੱਪ ਗਿਆ, ਪਰ ਜ਼ਰੂਰੀ ਹੈ, ਸੰਕੇਤ ਮਿਲ ਗਏ ਆ। ਦੇਖੋ, ਕੇਂਦਰ ਸਰਕਾਰ ਦੇ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਸਾਡੇ ਕਾਨੂੰਨ ਤੇ ਸੰਵਿਧਾਨ ਦੇ ਮੁਤਾਬਕ ਚੱਲਣਾ ਪਊਗਾ, ਭਾਵੇਂ ਟਵਿੱਟਰ ਹੈ ਭਾਵੇਂ ਹੋਰ ਕੋਈ ਸੋਸ਼ਲ ਮੀਡੀਆ ਦਾ ਪਲੇਟਫਾਰਮ। ਜੇ ਗਲਤ ਜਾਣਕਾਰੀਆਂ, ਉਹਨਾਂ ਸ਼ਬਦਾਂ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਜਿਨ੍ਹਾਂ ਤੇ ਇਤਰਾਜ਼ ਹੈ, ਤੇ ਅਸੀਂ ਫਿਰ ਕਾਨੂੰਨੀ ਕਾਰਵਾਈ ਕਰ ਦੇਣੀ ਹੈ। ਫਿਰ ਨਾ ਕਿ ਉਹ ਫਿਰ ਮੁੜ ਕੇ ਦੇਖੋਗੇ ਅੱਗੇ ਪਿੱਛੇ। ਉਹਦੇ ਤੋਂ ਬਾਅਦ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਟਵਿੱਟਰ ਦੇ ਅਧਿਕਾਰੀਆਂ ਦੀ ਮੁਲਾਕਾਤ ਹੁੰਦੀ ਹੈ। 97% ਜਿਹੜੇ ਉਹ ਹੈਸ਼ਟੈਗ ਸੀ ਇੱਕ ਵਿਸ਼ੇਸ਼ ਤਰ੍ਹਾਂ ਦੇ, ਉਹਨਾਂ ਨਾਲ ਸੰਬੰਧਿਤ ਅਕਾਊਂਟ ਬੰਦ ਕੀਤੇ ਜਾਂਦੇ ਆ। ਜੇ ਕਿਸਾਨਾਂ ਵਾਲੇ ਤੇ ਮਸਲੇ ਤੇ ਸ਼ੁਰੂ ਨਹੀਂ ਹੋਇਆ ਕੰਮ, ਪਰ ਪਿਛਲੇ ਦਿਨੀ ਤੁਸੀਂ ਦੇਖੋ ਕਿਸਾਨ ਜਥੇਬੰਦੀਆਂ ਨੇ ਇੱਕ ਕੰਮ ਸ਼ੁਰੂ ਕੀਤਾ ਸੀ IT ਸੈੱਲ ਬਣਾ ਕੇ। ਉਧਰੋਂ ਮੰਤਰੀਆਂ ਦੇ, ਅਫਸਰਾਂ ਦੇ, ਸਿਆਸੀ ਲੀਡਰਾਂ ਦੇ ਭਾਸ਼ਣ ਆਉਂਦੇ ਸੀ ਕਿ ਭਾਈ ਖੇਤੀ ਕਾਨੂੰਨ ਦੇ ਵਿੱਚ ਆ ਚੰਗਾ, ਆ ਚੰਗਾ, ਆ ਚੰਗਾ। ਉਧਰੋਂ ਫਿਰ ਉਹ ਪਹਿਲਾਂ ਗੱਲਾਂ ਨੋਟ ਕਰਦੇ ਸੀ, ਅੱਛਾ ਆ ਵੀ ਕਿਹਾ, ਆ ਵੀ ਕਿਹਾ ਤੇ ਆ ਵੀ ਕਿਹਾ। ਫਿਰ ਕਿਸਾਨ ਲੀਡਰ ਜਾ ਕੇ ਉਹ ਜਿਹੜਾ IT ਸੈੱਲ ਬਣਿਆ ਸੰਯੁਕਤ ਕਿਸਾਨ ਮੋਰਚੇ ਦਾ, ਉਹਦੇ ਵਿੱਚ ਜਾ ਕੇ ਬਹਿ ਜਾਂਦੇ ਸੀ, ਮੂਹਰੇ ਲਾ ਲੈਂਦੇ ਸੀ ਕੈਮਰਾ। ਫਿਰ ਕਹਿੰਦੇ ਸੀ ਜੀ ਅੱਜ ਖੇਤੀਬਾੜੀ ਮੰਤਰੀ ਨੇ ਆ ਕਿਹਾ, ਅੱਜ ਫਲਾਣੇ ਮਹਿਕਮੇ ਦੇ ਸੈਕਟਰੀ ਨੇ ਆ ਕਿਹਾ ਕਿ ਕਾਨੂੰਨ ਇਦਾਂ ਚੰਗੇ ਆ। ਪਰ ਆਹ ਦੇਖੋ, ਕਾਨੂੰਨ ਦੀ ਐਸ ਮੱਦ ਦੇ ਵਿੱਚ ਜਿਹੜੀ ਗੱਲ ਲਿਖੀ ਹੈ ਇਹ ਉਹਨਾਂ ਦੀ ਗੱਲ ਦੇ ਨਾਲ ਮੇਲ ਨਹੀਂ ਖਾਂਦੀ, ਇਸ ਕਰਕੇ ਕਾਨੂੰਨ ਨਹੀਂ ਚੰਗੇ। ਉਹਨਾਂ ਦੀ ਭਾਸ਼ਾ 'ਚ ਕੋਈ ਗਾਲ ਨਹੀਂ ਸੀ ਹੁੰਦੀ, ਉਹ ਕਿਸੇ ਨੂੰ ਕੋਈ ਬੁਰਾ ਭਲਾ ਨਹੀਂ ਸੀ ਕਹਿੰਦੇ, ਉਹ ਕਿਸੇ ਨੂੰ ਕੋਈ ਧੌਣ ਤੇ ਗੋਡਾ ਰੱਖਣ ਦੀ ਗੱਲ ਨਹੀਂ ਕਰਦੇ। ਪਰ ਉਧਰੋਂ ਮੰਤਰੀ ਦੀ ਸਪੀਚ ਲਾ ਦਿੰਦੇ ਸੀ, ਫਿਰ ਕਹਿੰਦੇ ਸੀ ਆਹ ਮੰਤਰੀ ਸਾਹਿਬ ਦਾ ਸਵਾਲ ਹੈ, ਆਹ ਸਾਡਾ ਜਵਾਬ ਹੈ। ਲੋਕਾਂ ਨੂੰ ਸਮਝ ਵੀ ਆਉਂਦਾ ਸੀ, ਲੌਜੀਕਲੀ ਸਮਝ ਆਉਂਦਾ, ਤਰਕਪੂਰਨ ਢੰਗ ਨਾਲ ਸਮਝ ਆਉਂਦਾ, ਬਕਾਇਦਾ ਕਾਗਜ਼ ਤੋਂ ਕਾਨੂੰਨ ਦੀ ਮੱਦ ਦਾ ਨੰਬਰ ਦੱਸਦੇ ਆ। ਹੁਣ ਉਹ ਗੱਲ ਚੰਗੀ ਹੈ ਜਾਂ ਫਿਰ ਕਿਸੇ ਦੀ ਧੌਣ ਤੇ ਗੋਡਾ ਰੱਖ ਦਿਆਂਗੇ, ਉਹਨੂੰ ਘੜੀਸ ਲਿਆਂਗੇ, ਉਹਨੂੰ ਖਿੱਚ ਲਿਆਂਗੇ, ਉਹਨੂੰ ਕੱਖ ਨਹੀਂ ਛੱਡਾਂਗੇ, ਜਾਂ ਫਿਰ ਉਹ ਗੱਲ ਚੰਗੀ? ਨਹੀਂ, ਹੁਣ ਤਾਂ ਮੇਰੇ ਖਿਆਲ ਨਾਲ ਗੱਲ ਸਮਝ ਆ ਗਈ WhatsApp। ਆਪਾਂ ਬਹੁਤੀ ਇਹਨੂੰ ਲਮਕਾਈਏ ਨਾ, ਕਿਉਂਕਿ ਪਰਿਵਾਰ ਦੇ ਮੈਂਬਰ ਵੀ ਸਿਆਣੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਗੱਲ ਕਿੰਨੀ ਕੁ ਸਹੀ ਕਿੰਨੀ ਕੁ ਗਲਤ ਹੈ, ਤੇ ਉਹ ਸਾਰੇ ਕੁਛ ਚੋਂ ਆਪਾਂ ਕਿਹੜੀ ਚੀਜ਼ ਪਿਕ ਕਰਨੀ। ਕਿਉਂਕਿ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਤੇ ਮੈਂ ਗੱਲ ਕਰ ਲਈ ਹੈ ਤੇ ਸਵੇਰੇ ਹੀ ਇਹ ਸਾਰਾ ਕੁਝ ਰੁਕ ਜਾਣਾ ਨਾ। ਕੁਛ ਲੋਕਾਂ ਦਾ ਇਹ ਰੋਜ਼ਗਾਰ ਹੈ, ਕੁਛ ਲੋਕਾਂ ਦਾ ਇਹ ਧੰਦਾ ਹੈ। ਜਦੋਂ ਆਪਾਂ IT ਸੈੱਲ ਸ਼ਬਦ ਦੀ ਗੱਲ ਕਰਦੇ ਹਾਂ ਤੇ ਉਹ IT ਸੈੱਲ ਆਪਣੇ ਆਪ 'ਚ ਬੈਟਰੀ ਵਾਲਾ ਸੈੱਲ ਨਹੀਂ ਹੈਗਾ, ਉਹ ਇੱਕ ਬਕਾਇਦਾ ਅਗਲਿਆਂ ਦਾ ਉਹ ਜੱਥਾ ਹੈ ਜਿਹਦੇ ਵਿੱਚ ਬਹੁਤ ਸਾਰੇ ਬੰਦੇ ਕੰਮ ਕਰਦੇ ਨੇ, ਉਹਨਾਂ ਨੂੰ ਇੰਸਟਰਕਸ਼ਨਾਂ ਆਉਂਦੀਆਂ ਨੇ ਤੇ ਹਰੇਕ ਨੇ ਆਪਣੇ ਆਪਣੇ ਹਿਸਾਬ ਨਾਲ ਉਹ ਕੰਮ ਕਰਨਾ। ਹੋ ਸਕਦਾ ਬਹੁਤ ਸਾਰੇ ਲੋਕਾਂ ਦਾ ਇਹ ਸਾਰੇ ਕੁਛ ਤੋਂ ਘਰ ਵੀ ਚੱਲਦਾ ਹੋਵੇ, ਰੋਟੀ ਵੀ ਮਿਲਦੀ ਹੋਵੇ, ਨਿਆਣੇ ਵੀ ਪਲਦੇ ਹੋਣ, ਇਸ ਕਰਕੇ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਰੁਕ ਜਾਊਗਾ। ਪਰ ਹਾਂ, ਉਹ ਸਾਰੇ ਕੁਛ ਤੇ ਚੱਲਦਿਆਂ ਆਪਾਂ ਉਹਦੇ ਵਿੱਚੋਂ ਕਿਹੜੀ ਚੀਜ਼ ਨੂੰ ਕਿਵੇਂ ਸਮਝਣਾ, ਫਰਕ ਸਿਰਫ ਉਹ ਆ। ਐਨਕਾਂ ਆਪਾਂ ਨੂੰ ਆਪਣੀਆਂ ਅੱਖਾਂ ਦੇ ਉੱਪਰ ਲਾਉਣੀਆਂ ਪੈਣਗੀਆਂ, ਸਾਹਮਣੇ ਵਾਲੀ ਚੀਜ਼ ਜਿਹੜੀ ਆ ਉਹਦੇ 'ਚ ਤਬਦੀਲੀ ਦੀ ਆਸ ਨਾ ਕਰੀਏ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਮਸਲਾ ਤਾਂ ਸਿਰਫ ਇੰਨਾ ਹੈ ਕਿ ਸੋਸ਼ਲ ਮੀਡੀਆ ਸਾਧਨ ਹੈ ਭਾਈ, ਵਰਤਿਆ ਜਾ ਸਕਦਾ ਸਾਧਨ। ਹੁਣ ਉਹ ਧੌਣ ਵੱਢਣੀ ਆ ਮੁਰਗੀ ਦੀ ਕਿ ਭਾਈ ਆਂਡੇ, ਮਸਲਾ ਤਾਂ ਉਧਰਲੇ ਪਾਸੇ ਆ ਕਿ ਉਹਨੂੰ ਠੀਕ ਤਰੀਕੇ ਦੇ ਨਾਲ ਚਲਾ ਕੇ ਕਮਿਊਨੀਕੇਸ਼ਨ ਕਾਇਮ ਰੱਖਣੀ ਹੈ, ਜਾਂ ਫਿਰ ਪੈਰ ਹੇਠਾਂ ਬਟੇਰਾ ਦੇ ਦੇਣਾ ਕਿ ਭਾਈ ਹੁਣ ਸੰਗੀ ਘੁੱਟ ਦਿਓ। ਉਹ ਆਪਣੇ ਤੇ ਨਿਰਭਰ ਕਰਦਾ। ਆਪਾਂ ਸੁਪਰੀਮ ਕੋਰਟ ਵਾਲੇ ਪਾਸੇ ਚੱਲਦੇ, ਮਾਣਯੋਗ ਸੁਪਰੀਮ ਕੋਰਟ। ਸੰਧਾਲੀਆ ਸਾਹਿਬ, ਚੇਤਾ ਹੀ ਭੁੱਲ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ। ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਮਾਨ ਹੋਰਾਂ ਨੇ ਕਹਿਤਾ ਸੀ ਕਿ ਭਾਈ ਮੈਂ ਮੈਂਬਰ ਨਹੀਂ ਰਹਿ ਸਕਦਾ। ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਸੀ। ਬਾਕੀ 3 ਬੰਦੇ ਜਿਨ੍ਹਾਂ ਦੇ ਵਿੱਚੋਂ ਇੱਕ ਮਹਾਰਾਸ਼ਟਰ ਦੇ ਸੀ ਤੇ ਬਾਕੀ 2 ਜਿਹੜੇ ਆ ਉਹਨਾਂ ਬਾਬਤ ਕਿਹਾ ਜਾਂਦਾ ਸੀ ਕਿ ਉਹ ਕਾਨੂੰਨਾਂ ਦੇ ਹੱਕ 'ਚ ਨੇ, ਤੇ ਸੁਪਰੀਮ ਕੋਰਟ ਦੀ ਕਮੇਟੀ ਫਿਰ ਰਿਪੋਰਟ ਕਿੱਦਾਂ ਦੀ ਦਊ, ਬਹੁਤ ਸਾਰੇ ਤੌਖਲੇ ਸੀ। ਕਿਸਾਨ ਜਥੇਬੰਦੀਆਂ ਕਿਹਾ ਕਿ ਭਾਈ ਅਸੀਂ ਇਹਨਾਂ ਦੇ ਕੋਲੇ ਨਹੀਂ ਜਾਣਾ। ਹੁਣ ਅਸੀਂ ਉਸ ਗੱਲ ਦੇ ਨਾਲ ਕਿਸਾਨ ਜਥੇਬੰਦੀਆਂ ਜਾਂਦੀਆਂ ਜਾਂ ਨਹੀਂ ਜਾਂਦੀਆਂ, ਪਰ ਉਸ ਗੱਲ ਨੇ ਪ੍ਰਭਾਵ ਪਾਉਣਾ। 2 ਮਹੀਨੇ ਦਾ ਸਮਾਂ ਦਿੱਤਾ ਸੀ ਨਾ ਸੰਧਾਲੀਆ ਸਾਹਿਬ, ਉਹ 2 ਮਹੀਨੇ 'ਚ ਉਹਨਾਂ ਨੇ ਰਿਪੋਰਟ ਸਬਮਿਟ ਕਰਨੀ ਆ। ਹੁਣ ਕਿਸਾਨ ਜਥੇਬੰਦੀਆਂ ਜਾਂਦੀਆਂ ਜਾਂ ਨਹੀਂ ਜਾਂਦੀਆਂ ਵੱਖਰੀ ਗੱਲ ਹੈ, ਪਰ ਜੇ ਉਹ 2 ਮਹੀਨਿਆਂ ਦੇ ਵਿੱਚ ਰਿਪੋਰਟ ਸਬਮਿਟ ਕਰ ਦਿੰਦੇ ਆ, ਉਹਦੇ ਤੋਂ ਬਾਅਦ ਸੁਪਰੀਮ ਕੋਰਟ ਕੋਈ ਫੈਸਲਾ ਲੈਂਦੀ ਹੈ, ਜੇ ਉਹ ਫੈਸਲਾ ਕੇਂਦਰ ਸਰਕਾਰ ਨੂੰ ਆਖੂ ਕਿ ਭਾਈ ਤੁਸੀਂ ਆ ਲਾਗੂ ਕਰ ਦਿਓ, ਸਾਨੂੰ ਸਾਡੀ ਮਾਹਿਰਾਂ ਦੀ ਬਣਾਈ ਕਮੇਟੀ 'ਚੋਂ ਆਹ ਚੀਜ਼ ਨਿਕਲੀ ਹੈ, ਫਿਰ ਇੱਕ ਨਵਾਂ ਕੂਣੀ ਮੋੜ ਆ ਜਾਊਗਾ ਇਸ ਕਿਸਾਨ ਅੰਦੋਲਨ ਦੇ ਵਿੱਚ। ਕਿਉਂਕਿ ਸੁਪਰੀਮ ਕੋਰਟ ਕੋਲ ਤਾਕਤ ਹੈ, ਸੁਪਰੀਮ ਕੋਰਟ ਦੇ ਫੈਸਲੇ ਨੂੰ ਆਧਾਰ ਬਣਾ ਕੇ ਸਰਕਾਰ ਫਿਰ ਅੱਗੋਂ ਕੰਮ ਕਰੂ, ਉਹ ਫੈਸਲੇ ਨੂੰ ਇੰਪਲੀਮੈਂਟ ਕਰੂ। ਹੁਣ ਉਹ ਕਮੇਟੀ ਚੁੱਪ ਕਰਕੇ ਤਾਂ ਨਹੀਂ ਬੈਠੀ, ਕੁਛ ਨਾ ਕੁਛ ਤਾਂ ਕਰਦੀ ਹੋਣੀ ਆ। ਇਹਦੇ 'ਚ ਨਾ ਆਪਾਂ ਇੱਕ ਚੀਜ਼ ਜ਼ਰੂਰ ਜ਼ਿਕਰ ਕਰੀਏ WhatsApp, ਹੋ ਸਕਦਾ ਕਿ ਐਂਗਲ ਬਹੁਤ ਵਾਰ ਚਰਚਾ ਦਾ ਵਿਸ਼ਾ ਬਣਿਆ ਹੋਵੇ ਪਰ ਚੰਗੀ ਤਰ੍ਹਾਂ ਡੂੰਘਾਈ ਨਾਲ ਵਿਚਾਰਿਆ ਨਹੀਂ ਗਿਆ। ਹੁਣ ਜਦੋਂ ਆਪਾਂ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਸੁਣਦੇ ਹਾਂ, ਖੇਤੀਬਾੜੀ ਮੰਤਰੀ ਸਾਹਿਬ ਦਾ ਭਾਸ਼ਣ ਸੁਣਦੇ ਹਾਂ, ਜਾਂ ਹੋਰਨਾਂ ਲੀਡਰ ਸਾਹਿਬਾਨਾਂ ਦਾ ਭਾਸ਼ਣ ਸੁਣਦੇ ਹਾਂ, ਜਾਂ ਸਰਕਾਰ ਪੱਖੀ ਜਿਹੜੇ ਅਰਥ ਸ਼ਾਸਤਰੀ ਨੇ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ, ਜਾਂ ਆਰਥਿਕ ਮਾਹਰ, ਆਰਥਿਕ ਸਲਾਹਕਾਰ ਨੇ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ,
ਤਾਂ ਉਹਦੇ ਵਿੱਚੋਂ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਆ, ਉਹ ਇਹ ਕਿ ਇਹ ਜਿਹੜੇ ਖੇਤੀ ਕਾਨੂੰਨ ਬਣਾਏ ਗਏ ਨੇ, ਤੁਸੀਂ ਇਹਨਾਂ ਨੂੰ ਮੂਲੋਂ ਰੱਦ ਨਹੀਂ ਕਰ ਸਕਦੇ। ਇਹਨਾਂ ਦੇ ਵਿੱਚ ਕਿਸਾਨਾਂ ਦਾ ਭਲਾ ਲੁਕਿਆ, ਕਿਸਾਨਾਂ ਦਾ ਫਾਇਦਾ ਲੁਕਿਆ। ਹੁਣ ਜਦੋਂ ਉਹ ਗੱਲ ਕਰਦੇ ਨੇ ਤੇ ਜਿਹੜੇ ਲੋਕਾਂ ਨੂੰ ਉਹਦੇ ਵਿੱਚ ਨੁਕਸਾਨ ਜਾਪਦਾ, ਉਹ ਕਲੀਅਰ ਕੱਟ ਉਹਦੇ ਤੇ ਲੀਕ ਮਾਰ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਸ ਹਿਸਾਬ ਨਾਲ ਇਹ ਫਾਇਦਾ ਦਿੰਦੇ ਨੇ ਉਸ ਹਿਸਾਬ ਨਾਲ ਆਪਣਾ ਫਾਇਦਾ ਹੋ ਨਹੀਂ ਸਕਦਾ। ਪਰ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ, ਭਾਰਤ ਦੇ ਬਹੁਤ ਸਾਰੇ ਸੂਬੇ ਨੇ ਤੇ ਉਹਨਾਂ ਸੂਬਿਆਂ 'ਚ ਬਹੁਤ ਮਾੜੇ ਲੈਵਲ ਦੀ ਖੇਤੀ ਵੀ ਹੁੰਦੀ ਹੈ। ਅੱਜ ਵੀ ਬਲਦਾਂ ਨਾਲ ਖੇਤੀ ਕਰਨ ਵਾਲੇ ਲੋਕ, ਅੱਜ ਵੀ ਮੀਂਹ ਦੇ ਉੱਪਰ ਮੁਨਸਰ ਕਰਨ ਵਾਲੇ ਲੋਕ, ਅੱਜ ਵੀ ਇੱਧਰ ਉੱਧਰ ਚਾਰ ਦਾਣੇ ਖਿਲਾਰ ਕੇ ਤੇ ਉਸ ਤੋਂ ਬਾਅਦ ਸੋਚਣ ਲੱਭਣ ਵਾਲੇ ਲੋਕ ਵੀ ਹਾਂ ਯਾਰ ਸ਼ਾਇਦ ਕੋਈ ਚਾਰ ਦਾਣੇ ਹੋ ਗਏ ਤੇ ਖਾ ਲਾਂਗੇ, ਨਹੀਂ ਤੇ ਫਿਰ ਮਜ਼ਦੂਰੀ ਤੇ ਹੈਗੀ ਆ। ਉਹ ਲੋਕ ਐਗਜ਼ਿਸਟ ਕਰਦੇ ਨੇ, ਉਹ ਪੈਲੀਆਂ, ਉਹ ਜ਼ਮੀਨਾਂ, ਉਹ ਸਟੇਟ ਹੈਗੇ ਨੇ। ਹੁਣ ਗੱਲ ਇਹ ਹੈ ਕਿ ਜਿਹੜੀ ਚੀਜ਼ ਇਸ ਵਕਤ ਸਰਕਾਰ ਕਰਨ ਜਾ ਰਹੀ ਆ, ਉਹਦਾ ਇਸ਼ਾਰਾ ਇਹ ਹੈ ਕਿ ਵੀ ਅਸੀਂ ਬਾਕੀਆਂ ਨੂੰ ਵੀ ਦੇਖਣਾ, ਅਸੀਂ ਬਾਕੀ ਕਿਸਾਨ ਜਿਹੜੇ ਨੇ ਉਹਨਾਂ ਦੀ ਉਪਜ ਨੂੰ ਵੀ ਅੱਗੇ ਲੈ ਕੇ ਆਉਣਾ, ਉਹਨਾਂ ਦੀ ਜਿਹੜਾ ਰਹਿਣ ਸਹਿਣ ਆ ਜਾਂ ਜ਼ਿੰਦਗੀ ਜਾਂ ਜੀਵਨ ਸ਼ੈਲੀ ਆ ਉਹਨੂੰ ਅਸੀਂ ਉੱਪਰ ਚੁੱਕਣਾ। ਤੇ ਸਾਨੂੰ ਇਹ ਜਾਪਦਾ ਹੈ ਕਿ ਜਦੋਂ ਅਸੀਂ ਪ੍ਰਾਈਵੇਟ ਵਪਾਰੀਆਂ ਨੂੰ ਇਸ ਤਰ੍ਹਾਂ ਖੁੱਲ੍ਹੀ ਛੁੱਟੀ ਦੇਵਾਂਗੇ, ਪਹਿਲਾਂ ਕਿ ਉਹ ਸਰਕਾਰੀ ਤੌਰ ਤੇ ਵੱਧੇ ਸੀਗੇ, ਤੇ ਉਹਨਾਂ ਦੇ ਹੱਥ ਖੋਲ੍ਹ ਦਿਆਂਗੇ ਤੇ ਉਹ ਉਹਨਾਂ ਲੋਕਾਂ ਤੱਕ ਪਹੁੰਚਣਗੇ। ਹੋ ਸਕਦਾ ਕਿ ਜਿਹਦੇ ਕੋਲੇ 4 ਸਿਆੜ ਪੈਲੇ ਹੈਗੀ ਆ ਪਰ ਉਹਦੇ ਕੋਲੇ ਇੰਨੇ ਪੈਸੇ ਨਹੀਂ ਹੈਗੇ ਵੀ ਉਹ ਟਰੈਕਟਰ ਲੈ ਸਕੇ, ਹੋ ਸਕਦਾ ਵੀ ਉਹਦੇ ਨਾਲ ਕੋਈ ਠੇਕਾ ਕਰਕੇ, ਉਹਦੇ ਨਾਲ ਕੋਈ ਹਿਸਾਬ ਕਿਤਾਬ ਲਾ ਕੇ, ਕੋਈ ਕਾਰਪੋਰੇਟ ਘਰਾਣਾ, ਕੋਈ ਵੱਡਾ ਵਪਾਰੀ ਆਖੇ ਵੀ ਜ਼ਮੀਨ ਤੇਰੀ, ਬਾਕੀ ਸਾਰਾ ਕੁਝ ਮੈਂ ਖਰਚਾ ਕਰਦਾ, ਜੋ ਆਮਦਨ ਵਿੱਚੋਂ ਨਿਕਲੂਗੀ ਆਪਾਂ ਇੰਨੇ ਤੇ ਖਰੀਦ ਲਵਾਂਗੇ, ਤੇਰਾ ਘਰ ਵੀ ਪੂਰਾ ਤੇ ਮੇਰਾ ਵੀ ਸਰ ਜੂ। ਜਾਂ ਕਿਸੇ ਨੂੰ ਇਹ ਹੋ ਸਕਦਾ ਵੀ ਪਾਣੀ ਦੀ ਲੋੜ ਹੋਵੇ, ਉੱਥੇ ਪਾਣੀ ਦੀ ਪਹੁੰਚ ਨਾ ਹੋ ਸਕਦੀ ਹੋਵੇ, 2-4 ਪਿੰਡਾਂ ਦੇ ਲਈ ਪਾਣੀ ਦਾ ਪ੍ਰਬੰਧ ਕੋਈ ਵੱਡਾ ਧਨਾੜ ਕਰ ਦੇਵੇ ਤੇ ਉਹਨਾਂ 5-4 ਪਿੰਡਾਂ ਦੇ ਵਿੱਚ ਪਾਣੀ ਖੁਣੋ ਜਿਹੜੀਆਂ ਜ਼ਮੀਨਾਂ ਬੰਜਰ ਪਈਆਂ ਸੀ ਉਹਨਾਂ 'ਚ ਹਰੀਆਂ ਭਰੀਆਂ ਫਸਲਾਂ ਹੋਣ ਲੱਗ ਪੈਣ ਤੇ ਉਹ ਕੋਈ ਇਹੋ ਜਿਹਾ ਕੰਟਰੈਕਟ ਕਰ ਲਵੇ ਵੀ ਇੱਥੇ ਜੋ ਕੁਝ ਹੋਊਗਾ ਤੁਸੀਂ ਪੈਦਾ ਕਰੋ, ਖਰਚਾ ਮੇਰਾ, ਉਸ ਤੋਂ ਬਾਅਦ ਚੱਕੂਗਾ ਮੈਂ। ਇਹ ਉਦਾਹਰਨਾਂ ਨੇ ਜਿਹੜੀਆਂ ਉਦਾਹਰਨਾਂ ਸਾਹਮਣੇ ਨਹੀਂ ਆਈਆਂ, ਪਰ ਇਹਨਾਂ ਉਦਾਹਰਨਾਂ ਨੂੰ ਸਰਕਾਰ ਜਾਂ ਸਰਕਾਰ ਦੇ ਲੀਡਰ ਸਾਹਿਬਾਨ ਜ਼ਰੂਰ ਕੋਟ ਕਰਦੇ ਨੇ। ਹੁਣ ਇੱਕ ਪਾਸੇ ਇੱਧਰਲੀ ਲੜਾਈ ਜਿੱਥੇ ਖੇਤੀ ਠੀਕ ਹੈ, ਜਿੱਥੇ ਖੇਤੀ ਦਾ ਕਰਕੇ ਬਹੁਤ ਵਧੀਆ ਜੀਵਨ ਹੈ ਤੇ ਉਹ ਜਿਵੇਂ ਦਾ ਪਹਿਲਾ ਤੰਤਰ ਸੀਗਾ ਉਹਦੇ ਹਿਸਾਬ ਨਾਲ ਚੱਲਦਿਆਂ ਕਿਸਾਨਾਂ ਨੂੰ ਵੀ ਲੱਗਦਾ ਕਿ ਜੇ ਇਸੇ ਤਰ੍ਹਾਂ ਚੱਲਦਾ ਰਹੇ ਤੇ ਸਾਡਾ ਜੀਵਨ ਠੀਕ ਹੈ, ਜੇ ਇਹਦੀ ਤਬਦੀਲੀ ਕਰੋਗੇ ਤਾਂ ਸਾਨੂੰ ਸ਼ੱਕ ਹੈ ਕਿ ਜੋ ਪਹਿਲਾਂ ਬਣੀ ਬਣਾਈ ਆ ਉਹ ਵਿਗੜ ਸਕਦੀ ਹੈ। ਤੇ ਦੂਜੇ ਪਾਸੇ ਸਰਕਾਰ ਦਾ ਪੱਖ ਹੋ ਕਿ ਜਿੱਥੇ ਜਿਨ੍ਹਾਂ ਨੂੰ ਜਿਵੇਂ ਦੀ ਲੋੜ ਹੈ ਉਹਨੂੰ ਜੇ ਸਰਕਾਰ ਪੈਸਾ ਨਹੀਂ ਮੁਹੱਈਆ ਕਰਵਾ ਸਕਦੀ ਤੇ ਅਸੀਂ ਪ੍ਰਾਈਵੇਟ ਅਦਾਰਿਆਂ ਕੋਲੋਂ ਮੁਹੱਈਆ ਕਰਵਾ ਦਿੰਦੇ ਹਾਂ। ਉਹ ਹੁਣ ਇਹ ਦੋ ਅਲੱਗ-ਅਲੱਗ ਪੱਖ ਨੇ ਜਿਹਨੂੰ ਮੇਰੇ ਖਿਆਲ ਨਾਲ ਲੀਕ ਮਾਰ ਕੇ ਦੇਖਣ ਦੀ ਲੋੜ ਹੈ ਕਿ ਜਿਹੜਾ ਇਹ ਅੰਦੋਲਨ ਇਸ ਵਕਤ ਚੱਲ ਰਿਹਾ ਉਹਦੇ ਵਿੱਚ ਫਿਊਚਰ ਚਾਹੇ ਕੁਛ ਵੀ ਹੋਵੇ, ਐਜ਼ ਇਟ ਇਜ਼ ਜਿੱਤ ਹੋ ਜਾਵੇ, ਐਜ਼ ਇਟ ਇਜ਼ ਮੰਗਾਂ ਮੰਨ ਲਈਆਂ ਜਾਣ, ਕੋਈ ਸੋਧਾਂ ਹੋ ਜਾਣ, ਕੋਈ ਵਿਚਲਾ ਰਾਹ ਨਿਕਲ ਆਵੇ, ਕੁਛ ਵੀ ਹੋਵੇ, ਪਰ ਕੀ ਇਹ ਸਾਰੇ ਕੁਛ ਤੋਂ ਬਾਅਦ ਆਪਾਂ ਇਹ ਮੰਨ ਲਈਏ ਕਿ ਬਰਾਬਰ ਪਾ ਕੇ 100/100 ਖੇਤੀ ਸਮੱਸਿਆਵਾਂ ਦਾ ਹੱਲ ਹੋ ਜਾਊਗਾ? ਇਹ ਵੱਡਾ ਮਸਲਾ ਸੰਧਾਲੀਆ ਸਾਹਿਬ। ਦੇਖੋ ਇੱਕ ਗੱਲ ਤਾਂ ਪੱਕੀ ਹੈ, ਪਹਿਲਾਂ ਲੋਕ ਪੈਦਲ ਸਫ਼ਰ ਕਰਦੇ ਸੀ, ਫਿਰ ਸਾਈਕਲ ਤੇ ਸਫ਼ਰ ਕਰਦੇ ਸੀ, ਫਿਰ ਸਕੂਟਰ ਆ ਗਿਆ, ਫਿਰ ਕਾਰ ਆ ਗਈ, ਫਿਰ ਬੱਸਾਂ ਆਈਆਂ, ਰੇਲ ਗੱਡੀ ਆਈ, ਹਵਾਈ ਜਹਾਜ਼ ਆਇਆ, ਅੱਜ ਕੱਲ੍ਹ ਤਾਂ ਹੋਰ ਬਹੁਤ ਕੁਝ ਆਉਣ ਲੱਗ ਪਿਆ। ਹੁਣ ਜਦੋਂ ਸਕੂਟਰ ਲੈਣਾ ਤੇ ਇਹਦਾ ਮਤਲਬ ਪੈਸੇ ਚਾਹੀਦੇ ਆ, ਸਕੂਟਰ ਬਣਾਉਣ ਦੇ ਲਈ ਫੈਕਟਰੀ ਲੱਗਣੀ ਆ, ਪੈਸੇ ਚਾਹੀਦੇ ਆ, ਫਿਰ ਆਪਾਂ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਨਾ, ਲੱਖਾਂ ਰੁਪਈਆਂ ਦੀਆਂ ਟਿਕਟਾਂ ਆਉਂਦੀਆਂ, ਪੈਸੇ ਚਾਹੀਦੇ ਆ, ਉਹਦੇ ਲਈ ਹਵਾਈ ਅੱਡਾ ਵੀ ਬਣਾਉਣਾ ਪਊਗਾ, ਜਿੱਥੇ ਹਵਾਈ ਜਹਾਜ਼ ਬਣਨੇ ਆ, ਕੰਪਨੀ ਉਹ ਬਣੂਗੀ, ਉਹ ਹਵਾਈ ਜਹਾਜ਼ ਦੇ ਵਿੱਚ ਫੂਡ ਜਿਹੜਾ ਪੈਕ ਕਰਕੇ ਵਿੱਚ ਰੱਖਣਾ, ਹੋਰ 20 ਚੀਜ਼ਾਂ ਨੇ, ਆਕਸੀਜਨ ਦਾ ਪ੍ਰਬੰਧ ਕਰਨਾ, ਛੋਟੀਆਂ ਗੱਲਾਂ ਥੋੜ੍ਹੀ ਆ। ਜਾਣੀ ਕਿ ਪੈਸੇ ਤਾਂ ਚਾਹੀਦੇ ਆ। ਹੁਣ ਕਿਹੜਾ ਬੰਦਾ, ਜਿਹੜੀ ਗੱਲ ਇਸ ਲਈ ਗੋਲਣ ਵਾਲੀ ਹੈ, ਕਿਹੜਾ ਬੰਦਾ ਜਿਹੜਾ ਕਹਿੰਦਾ ਕਿ ਭਾਈ ਮੈਂ ਬੋਲਦਾ ਨਾ ਖੇਤੀ ਕਰਨੀ ਹੈ, ਉਹ ਕਹਿੰਦਾ ਕਿ ਟਰੈਕਟਰ ਵੀ ਹੋਣਾ ਚਾਹੀਦਾ। ਕਿਹੜਾ ਪੰਜਾਬ ਦਾ ਜਾਂ ਹਰਿਆਣੇ ਦਾ ਕਿਸਾਨ ਕਹੂਗਾ ਕਿ ਭਾਈ ਮੇਰੇ ਪਿੰਡ ਦੇ ਕੋਲ ਦੀ ਨਹਿਰ ਨਾ ਨਿਕਲੇ, ਜਾਂ ਮੇਰਾ ਜਿਹੜਾ ਸੂਆ ਜਾਂ ਜਿਹੜੀ ਟੇਲ ਹੈ ਉਹਦੀ ਸਫਾਈ ਨਾ ਹੋਵੇ? ਕਿਹੜਾ ਬੰਦਾ ਜਿਹੜਾ ਕਵੇ ਕਿ ਫੁਹਾਰਾ ਕਲਚਰ ਜਿਹੜਾ ਹੈਗਾ ਉਹਦੇ ਨਾਲ, ਜਾਂ ਡ੍ਰਿਪ ਸਿਸਟਮ ਜਿਹੜਾ ਬੂੰਦ ਪ੍ਰਣਾਲੀ, ਜਿਹੜੀ ਤੁਪਕਾ ਪ੍ਰਣਾਲੀ ਹੈ, ਕਿ ਉਹਦੇ ਨਾਲ ਮੇਰੇ ਖੇਤਾਂ ਦੇ ਵਿੱਚ ਜਿਹੜੀ ਹੈ ਉਹ ਸਿੰਚਾਈ ਨਾ ਹੋਵੇ? ਕਿਹੜਾ ਬੰਦਾ ਕਹਿੰਦਾ ਕਿ ਭਾਈ ਗ੍ਰੀਨ ਹਾਊਸ ਪ੍ਰੋਜੈਕਟ ਮੇਰੇ ਖੇਤ ਦੇ ਵਿੱਚ ਨਾ ਲੱਗੇ? ਸਾਰੇ ਹੀ ਕਹਿੰਦੇ ਆ। ਹੁਣ ਜਦੋਂ ਪੈਸੇ ਚਾਹੀਦੇ, ਸਰਕਾਰ ਦੇ ਕੋਲੇ ਇੰਨੇ ਹੈ ਨਹੀਂ, ਪਤਾ ਆ, ਪ੍ਰਾਈਵੇਟ ਇਨਵੈਸਟਮੈਂਟ ਚਾਹੀਦੀ ਹੈ, ਸਾਰੇ ਮੰਨਦੇ ਆ, ਪਰ ਅਸਲ 'ਚ ਤੌਖਲਾ ਕਿੱਥੇ ਕੁ ਜਾ ਕੇ ਆ? ਲੋਕ ਘਬਰਾਉਂਦੇ ਕਿਉਂ ਆ? ਕਿਸਾਨ ਜਥੇਬੰਦੀਆਂ ਡਰਦੀਆਂ ਕਿਉਂ ਆ? ਆਮ ਬੰਦਾ ਤਹਿਕਦਾ ਕਿਉਂ ਆ? ਸੰਧਾਲੀਆ ਸਾਹਿਬ, ਲੋਕਾਂ ਦੇ ਕੋਲੇ ਐਗਜ਼ਾਮਪਲਸ ਨੇ, ਲੋਕਾਂ ਦੇ ਕੋਲ ਉਦਾਹਰਣ ਹੈ। ਮੈਂ ਇੱਕ ਛੋਟੀ ਜਿਹੀ ਪੰਜਾਬ ਦੇ ਨਾਲ ਸੰਬੰਧਿਤ ਕਰਕੇ ਉਦਾਹਰਣ ਦਿੰਦਾ, ਖੇਤੀ ਦੇ ਨਾਲ ਸੰਬੰਧਿਤ ਨਹੀਂ ਹੈ, ਪਰ ਲੋਕਾਂ ਦੇ ਮਨ ਦੇ ਵਿੱਚ ਸ਼ੌਹ ਬਹਿ ਜਾਂਦਾ ਨਾ, ਡਰ ਬਹਿ ਜਾਂਦਾ ਹਨੇਰੇ ਦੇ ਵਿੱਚੋਂ। ਹੁਣ ਕਈ ਵਾਰੀ ਜੇ ਮਾਂ ਬਚਪਨ ਤੋਂ ਦੱਸਣ ਲੱਗ ਪਏ ਭੂਤ ਹੁੰਦਾ, ਪੁੱਤ ਹਨੇਰੇ 'ਚ ਨਹੀਂ ਆਉਣਾ, ਭੂਤ ਹੁੰਦਾ, ਉਹ ਕਈ ਵਾਰੀ ਵੱਡਾ ਹੋ ਜਾਂਦਾ ਬੰਦਾ, ਹਨੇਰੇ 'ਚ ਉਹਨੂੰ ਭੂਤ ਨਜ਼ਰ ਆਉਣ ਲੱਗ ਪੈਂਦਾ। ਕਿਉਂ? ਕੀ ਆ ਭੂਤ ਲੱਗਦਾ? ਹੁੰਦਾ ਕੱਖ ਨਹੀਂ ਜੇ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ, ਮੈਂ ਪਹਿਲਾਂ ਵੀ ਕਈ ਵਾਰੀ ਉਹ ਗੱਲ ਕੋਟ ਕੀਤੀ ਹੈ ਕਿਉਂਕਿ ਆਮ ਲੋਕਾਂ ਦੇ ਨਾਲ ਸੰਬੰਧਿਤ ਹੈ, ਕਦੇ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਹੀ ਹੁੰਦੀਆਂ ਸੀ। ਪੰਜਾਬ ਰੋਡਵੇਜ਼ ਦੀਆਂ 2407 ਬੱਸਾਂ ਦਾ ਫਲੀਟ ਸੀ, 2407 ਬੱਸਾਂ ਚੱਲਦੀਆਂ ਸੀ। ਉਹਦੇ ਵਿੱਚ ਵਿਦਿਆਰਥੀ ਆਪਣੇ ਘਰੋਂ ਪੰਜਾਬ ਰੋਡਵੇਜ਼ ਦੇ ਸਵਾਰ ਹੁੰਦਾ ਸੀ, ਕਾਲਜ ਸਕੂਲ ਦੇ ਮੂਹਰੇ, ਯੂਨੀਵਰਸਿਟੀ ਦੇ ਮੂਹਰੇ ਜਾ ਕੇ ਉਤਰਦਾ ਸੀ, ਉਹਨੂੰ
ਘੱਟ ਪੈਸਿਆਂ ਦੇ ਵਿੱਚ ਪਾਸ ਮਿਲਦਾ ਸੀ। ਸਰਕਾਰ ਦੀ ਨੀਤੀ ਸੀ ਕਿ ਬੱਚੇ ਦੇ ਉੱਤੇ ਬੋਝ ਨਹੀਂ ਪੈਣਾ ਚਾਹੀਦਾ, ਉਹਦੀ ਪੜ੍ਹਾਈ ਨਾ ਰੁਕੇ, ਅਸੀਂ ਰਿਆਇਤੀ ਬੱਸ ਪਾਸ ਦੇਵਾਂਗੇ। ਠੀਕ ਹੈ, ਪਰ ਹੌਲੀ ਹੌਲੀ ਜਨਸੰਖਿਆ ਵਧੀ, ਬੱਸਾਂ ਹੋਰ ਪਾਉਣੀਆਂ, ਸਰਕਾਰ ਦੇ ਕੋਲੇ ਪੈਸਾ ਟਕਾ ਹੈ ਨਹੀਂ, ਟੈਕਸ 'ਚੋਂ ਪੈਸੇ ਨਹੀਂ ਆਉਂਦੇ, ਪ੍ਰਾਈਵੇਟ ਕੰਪਨੀਆਂ ਨੂੰ ਰੂਟ ਦੇਣ ਲੱਗ ਪਏ। 2407 ਦੇ ਵਿੱਚੋਂ ਪੰਜਾਬ ਰੋਡਵੇਜ ਹੌਲੀ ਹੌਲੀ ਕੰਡਮ ਹੁੰਦੀ ਗਈ, 100 ਬੱਸਾਂ ਮੰਨ ਲਓ ਕੰਡਮ ਹੋ ਗਈਆਂ, ਉੱਥੇ ਪ੍ਰਾਈਵੇਟ ਪਾਤੀਆਂ। ਹੁਣ ਜੇ ਪ੍ਰਾਈਵੇਟ ਬੱਸਾਂ ਨੂੰ ਪਰਮਿਟ ਦੇਣੇ ਵੀ ਆ, ਪਨ ਬੱਸ ਨੂੰ ਦੇਣੇ ਆ, ਕਿਸੇ ਨੂੰ ਵੀ ਦੇਣੇ ਆ, ਕਿਲੋਮੀਟਰ ਸਕੀਮ 'ਚ ਦੇਣੇ ਆ, ਲੋਕਾਂ ਨੂੰ ਨੁਕਸਾਨ ਕੀ ਹੋਇਆ? ਬੱਸ ਤਾਂ ਚੱਲ ਪਈ, ਪਰ ਅਗਲਿਆਂ ਨੇ ਕਿਹਾ ਨਾ 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 ਨਾ, ਇਹਦੇ ਵਿੱਚ ਬਜ਼ੁਰਗ ਨਹੀਂ ਬਹਿ ਸਕਦਾ ਅੱਧੀ ਟਿਕਟ ਵਾਲਾ, ਇਹਦੇ ਵਿੱਚ ਅੰਗਹੀਣ ਨਹੀਂ ਬਹਿ ਸਕਦਾ ਅੱਧੀ ਟਿਕਟ ਜਿਹਦੀ ਲੱਗਦੀ ਸੀ, ਇਹਦੇ ਵਿੱਚ ਰਿਆਇਤੀ ਬੱਸ ਪਾਸ ਨਹੀਂ ਸਟੂਡੈਂਟ ਦਾ ਚੱਲੂਗਾ। ਹੁਣ ਨੁਕਸਾਨ ਲੋਕਾਂ ਨੂੰ ਕੀ ਹੋਇਆ ਕਿ ਉਹਨਾਂ ਨੂੰ ਤਾਂ ਪੈਸੇ ਮਿਲਣ ਲੱਗ ਪਏ, ਪਰ ਜਿਹੜਾ ਗਰੀਬ ਘਰ ਦਾ, ਆਰਥਿਕ ਤੌਰ ਤੇ ਕਮਜ਼ੋਰ ਘਰ ਦਾ ਬੱਚਾ, ਉਹ ਸਕੂਲੇ ਕਿੱਦਾਂ ਜਾਊਗਾ? ਕਿਉਂਕਿ 50 ਰੁਪਏ ਰੋਜ਼ ਦੇ ਕਿਰਾਇਆ ਦੇਣ ਨੂੰ ਪਰਿਵਾਰ ਦੇ ਕੋਲੇ ਹੈ ਨਹੀਂ। ਇਦਾਂ ਹੀ ਲੋਕਾਂ ਨੂੰ ਲੱਗਦਾ ਕਿ ਭਾਈ ਇਨਵੈਸਟਮੈਂਟ ਤੁਸੀਂ ਕਰਾਉਣੀ ਆ ਕਰਾਓ, ਪਰ ਸਰਕਾਰ ਦਾ ਕੰਟਰੋਲ ਤਾਂ ਹੋਵੇ। ਕਿਉਂ ਨਹੀਂ ਪੰਜਾਬ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਇਹ ਕਰ ਸਕਦੀ ਸੀ ਕਿ ਜੇ ਤੁਸੀਂ ਸਰਕਾਰੀ ਬੱਸ ਦਾ ਰੂਟ, ਪਰਮਿਟ, ਟਾਈਮ ਟੇਬਲ ਦੇ ਵਿੱਚੋਂ ਟਾਈਮ ਜੇ ਪ੍ਰਾਈਵੇਟ ਬੱਸ ਕੰਪਨੀ ਨੂੰ ਦੇਣਾ ਵੀ ਹੈ ਤਾਂ ਘੱਟੋ ਘੱਟ ਉਹਦੇ ਵਿੱਚ ਇੰਨਾ ਨਿਯਮ ਲਾਗੂ ਕਰਦਿਆਂ ਦੇ ਕਿਹੜਾ ਗੋਡੇ ਦੁਖਦੇ ਆ ਕਿ ਭਾਈ ਇਹਦੇ ਵਿੱਚ ਬੱਚੇ ਜਾਣਗੇ, ਇਹਦੇ ਵਿੱਚ ਬਜ਼ੁਰਗ ਸਾਡਾ ਅੱਧੀ ਟਿਕਟ ਤੇ ਜਾਊਗਾ, ਇਹਦੇ ਵਿੱਚ ਅੰਗਹੀਣ ਬੰਦਾ ਜਾਊਗਾ, ਇਹਦੇ ਵਿੱਚ ਆਜ਼ਾਦੀ ਘੁਲਾਟੀਆ ਬੈਠੂਗਾ। ਆਜ਼ਾਦੀ ਘੁਲਾਟੀਆਂ ਨੂੰ ਧੱਕੇ ਪੈਂਦੇ ਉਹਨਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਬੱਸਾਂ ਦੇ ਪਾਸ ਦਿੱਤੇ ਸੀ। ਇਸ ਕਰਕੇ ਲੋਕ ਡਰਦੇ ਆ ਕਿ ਹੌਲੀ ਹੌਲੀ ਕਿਤੇ ਉਧਰਲੇ ਪਾਸੇ ਸੌਂਪ ਨਾ ਦਿੱਤੇ ਜਾਣ। ਆਖੋ ਜੀ। ਇਹ ਬਾਟ ਸਾਹਿਬ ਅਜੇ ਵੀ ਬਹੁਤ ਪਰਿਵਾਰ, ਬਹੁਤ ਘਰ ਤੁਹਾਨੂੰ ਐਸੇ ਮਿਲ ਜਾਣਗੇ, ਐਂਡ ਬਹੁਤ ਸਾਰੇ ਨੌਜਵਾਨ ਹੋ ਸਕਦਾ ਤੁਹਾਨੂੰ ਵਿਦੇਸ਼ਾਂ 'ਚ ਬੈਠੇ ਵੀ ਅੱਜ ਦੀ ਡੇਟ ਦੇ ਵਿੱਚ ਮਿਲਣ, ਜਿਹੜੇ ਕਿ ਉਦੋਂ ਨੌਜਵਾਨ ਹੁੰਦੇ ਸੀ ਜਦੋਂ ਕਿਤੇ ਕਾਲਜ ਪੜ੍ਹਦੇ ਸੀ ਤੇ ਕਾਲਜਾਂ ਦੇ ਗੇਟਾਂ ਅੱਗੇ ਬੱਸ ਘੇਰਨੀ, ਬੱਸ ਦੇ ਸ਼ੀਸ਼ੇ ਤੋੜਨੇ, ਕੰਡਕਟਰ ਕੁੱਟਣਾ, ਡਰਾਈਵਰ ਕੁੱਟਣਾ, ਨਾਅਰੇ ਲਾਉਣੇ, ਧਰਨੇ ਲਾਉਣੇ। ਕਿਉਂ? ਇਹ ਸਾਡਾ ਪਾਸ ਨਹੀਂ ਚੱਲਣ ਦਿੰਦਾ, ਇਹ ਉੱਥੇ ਬੱਸ ਨਹੀਂ ਰੋਕਦਾ, ਕੱਲ੍ਹ ਇਹਨੇ ਸਾਨੂੰ ਗਾਲਾਂ ਕੱਢੀਆਂ ਸੀ। ਇਹ ਕਿਉਂ ਹੁੰਦਾ ਰਿਹਾ? ਇਸੇ ਕਰਕੇ ਹੁੰਦਾ ਰਿਹਾ ਕਿਉਂਕਿ ਸਰਕਾਰ ਆਪਣਾ ਹੱਥ ਪਿੱਛੇ ਖਿੱਚ ਗਈ। ਉਹਨੇ ਆਖਿਆ ਵੀ ਪ੍ਰਾਈਵੇਟ ਬੱਸ ਹੈ, ਪ੍ਰਾਈਵੇਟ ਬੱਸ ਦਾ ਮਾਲਕ ਜਾਣੇ, ਉਹਨਾਂ ਦਾ ਜਾਣੇ ਕੰਮ, ਲੋਕਾਂ ਨੇ ਲੜਨਾ ਤੇ ਉਹਨਾਂ ਦੇ ਨਾਲ ਲੜੂਗਾ, ਅਸੀਂ ਲਾਂਭੇ, ਸਾਨੂੰ ਕੀ ਲੈਣ ਦੇਣਾ। ਹਾਲਾਂਕਿ ਪਤਾ ਇਹ ਵੀ ਸੀਗਾ ਵੀ ਚਲੋ ਬੱਸਾਂ ਤਾਂ ਲੀਡਰਾਂ ਦੀਆਂ ਨੇ, ਪਰ ਲੀਡਰ ਨੇ ਕਿਹੜਾ ਆਪ ਜਾਂ ਦਾਤਰ ਲੈ ਕੇ ਲੜਨਾ। ਛਿੱਤਰ ਤਾਂ ਵਿਚਾਰੇ ਜਾਂ ਮਾਤਰ ਕੰਡਕਟਰ ਦੇ ਪੈਂਦੇ ਆ ਜਾਂ ਡਰਾਈਵਰ ਦੇ ਪੈਂਦੇ ਆ, ਜਾਂ ਫਿਰ ਜਦੋਂ ਕੇਸ ਹੋ ਜਾਂਦਾ ਤਾਂ ਫਿਰ ਠਾਣੇ ਉਠਾਣੀ ਉਹ ਵਿਚਾਰੇ ਸਟੂਡੈਂਟ ਜਾਂ ਜਿਹੜੇ ਨੌਜਵਾਨ ਸੀਗੇ ਉਹਨਾਂ ਦੇ ਮਾਪੇ, ਤੇ ਜਾਂ ਫਿਰ ਦੂਸਰੇ ਪਾਸੇ ਬੱਸ ਕੰਪਨੀ ਵਾਲੇ। ਇਹ ਸਾਰਾ ਕੁਝ ਹੁੰਦਾ ਰਿਹਾ। ਇਹ ਜਿਹੜੀਆਂ ਚੀਜ਼ਾਂ ਨੇ, ਇੱਥੋਂ ਆਪਾਂ ਇੱਕ ਉਦਾਹਰਨ ਲੈ ਸਕਦੇ ਹਾਂ ਬਾਟ ਸਾਹਿਬ ਕਿ ਸੇਮ ਚੀਜ਼ ਇਸ ਵਕਤ ਖੇਤੀ ਵਾਲੇ ਪਾਸੇ ਵੀ ਹੋ ਸਕਦੀ। ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਮੰਨ ਲੈਂਦੇ ਹਾਂ ਜੀ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਦੀ ਖੇਤੀ ਦੇ ਵਿੱਚ ਨਿਵੇਸ਼ ਕਰਨ ਲਈ ਪ੍ਰਾਈਵੇਟ ਪੂੰਜੀ ਦੀ ਲੋੜ ਹੈ, ਪਰ ਇੱਥੇ ਉਹ ਵੀ ਬਹੁਤ ਵੱਡਾ ਤਬਕਾ ਹੈ ਜਿਹੜਾ ਕਿ ਇਸ ਵਕਤ ਇਸ ਦੇਸ਼ ਨੂੰ ਰੋਟੀ ਜੋਗਾ ਕਰ ਚੁੱਕਾ, ਜਾਂ ਕਹਿ ਲਓ ਕਿ ਜਿਹੜੇ ਅੰਨ ਭੰਡਾਰ ਅੱਜ ਭਰੇ ਲੱਗਦੇ ਨੇ, ਉਛਲਦੇ ਲੱਗਦੇ ਨੇ, ਉਹ ਦਾਣੇ ਕਿਤੇ ਉੱਪਰੋਂ ਨਹੀਂ ਆ ਕੇ ਡਿੱਗੇ, ਉਹਨਾਂ ਦਾਣਿਆਂ ਨੂੰ ਪਸੀਨਾ ਡੋਲ ਡੋਲ ਕੇ ਪੈਦਾ ਕਰਨ ਵਾਲੇ ਲੋਕ ਵੀ ਇੱਥੇ ਵਸਦੇ ਨੇ। ਸੋ ਇਹ ਜਿਹੜਾ ਬਿਲਕੁਲ ਹੀ ਰੱਸਾ ਲਾ ਕੇ ਤੇ ਦੂਸਰੇ ਨੂੰ ਫੜਾ ਦੇਣ ਵਾਲੀ ਗੱਲ ਕਰਨ ਵਾਲੀ ਗੱਲ ਕਰ ਰਹੀ ਸਰਕਾਰ, ਉਹ ਕਿਤੇ ਨਾ ਕਿਤੇ ਅਸਲ ਕਾਰਨ ਹੈ ਜਿਹਦਾ ਕਰਕੇ ਇਹ ਖੇਤੀ ਅੰਦੋਲਨ ਹੋ ਰਿਹਾ। ਇਹਦਾ ਜਿਹੜਾ ਰਾਹ ਰਸਤਾ ਨਿਕਲਣਾ ਬਾਟ ਸਾਹਿਬ, ਉਹ ਤਾਂ ਇਸ ਪਾਸਿਓਂ ਨਿਕਲਣਾ ਚਾਹੀਦਾ ਵੀ ਸਰਕਾਰ ਜਮਾਂ ਵਿਚਾਲੇ ਰਹੇ। ਜੇ ਉਹਨਾਂ ਨੂੰ ਜਾਪਦਾ ਵੀ ਜਿਨ੍ਹਾਂ ਨੇ ਖੇਤੀ ਕੀਤੀ, ਜਿਨ੍ਹਾਂ ਨੇ ਮਿਹਨਤ ਕੀਤੀ, ਉਹਨਾਂ ਦੇਸ਼ ਲਈ ਇੰਨਾ ਕੁਛ ਕੀਤਾ, ਉਹਨਾਂ ਦਾ ਰਿਵਾਰਡ ਵੀ ਮਿਲਣਾ ਚਾਹੀਦਾ। ਜਿਹੜਾ ਪੱਖ ਨੂੰ ਲੱਗਦਾ ਵੀ ਥੋੜ੍ਹਾ ਪਿੱਛੇ ਰਹਿ ਗਿਆ, ਉਹਨੂੰ ਅਸੀਂ ਉੱਪਰ ਚੁੱਕਣਾ, ਉਹਨਾਂ ਦੇ ਪੱਖ ਦੇ ਹਿਸਾਬ ਨਾਲ ਵੱਖਰੇ ਤੌਰ 'ਤੇ ਸੋਚ ਲਏ। ਪਰ ਜਿਹੜਾ ਇਹ ਇੱਕੋ ਰੱਸੇ ਹਰੇਕ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸਲ ਰੇੜਕਾ ਮੇਰੇ ਖਿਆਲ ਨਾਲ ਇੱਥੇ ਹੈ। ਸੰਧਾਲੀਆ ਸਾਹਿਬ, ਤੁਸੀਂ ਜ਼ਿਕਰ ਕੀਤਾ ਸੀ ਕਿ ਭਾਈ ਹੱਲ ਕਿੱਥੇ ਖਲੋਤਾ, ਕਿੱਧਰਲੇ ਪਾਸੇ ਨੂੰ ਚਲੀ ਆ ਰੇੜਕਾ, ਤੁਸੀਂ ਦੱਸ ਦਿੱਤਾ ਬਹੁਤ ਚੰਗੇ ਤਰੀਕੇ। ਅੱਜ ਲਾਂਭੇ ਕੀਤਾ ਜਾ ਰਿਹਾ ਕਿਸਾਨ, ਅੱਜ ਆਮ ਬੰਦਾ ਜਿਹਨੇ ਪਹਿਲਾਂ ਸਾਰਾ ਕੁਝ ਨਿੱਠ ਕੇ ਕੀਤਾ ਸੀ ਤੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਅਨਾਜ ਦੇ ਪੱਖੋਂ। ਘਰ ਦੇ ਵਿੱਚ ਦੋ ਤਰ੍ਹਾਂ ਦੇ ਬਜ਼ੁਰਗ ਹੋ ਸਕਦੇ ਆ। ਇੱਕ ਉਹ ਬਜ਼ੁਰਗ ਸੰਧਾਲੀਆ ਸਾਹਿਬ ਜਿਹੜਾ ਪਿਛਲੇ ਕੋਠੜੀ ਦੇ ਵਿੱਚ ਉਹਦਾ ਮੰਜਾ ਹੁੰਦਾ, ਉਹ ਉੱਥੇ ਰੌਲਾ ਪਾਉਂਦਾ ਹੁੰਦਾ, ਜੇ ਕੋਈ ਆਂਢੀ ਗੁਆਂਢੀ ਕਿਤੇ ਮਹੀਨੇ ਬਾਅਦ ਆ ਜਾਵੇ, ਕੋਈ ਰਿਸ਼ਤੇਦਾਰ ਆ ਜਾਵੇ, ਸਾਰੀ ਉਮਰ ਕਹਿੰਦਾ ਹੁੰਦਾ ਹੱਡ ਤੜਾਏ ਕੰਮ ਕੀਤਾ, ਕੋਠੇ ਨਿਆਣਿਆਂ ਨੂੰ ਪਾ ਕੇ ਦਿੱਤੇ, ਇਹਨੂੰ ਪੜ੍ਹਾਇਆ, ਇਹਨੂੰ ਨੌਕਰੀ ਲਵਾਇਆ, ਤੇ ਹੁਣ ਪਾਣੀ ਦਾ ਘੁੱਟ ਨਹੀਂ ਪੁੱਛਦੇ, ਹੁਣ ਪਤਾ ਨਹੀਂ ਕੀ ਕਰੀ ਜਾਂਦੇ ਆ, ਹੁਣ ਕਹਿੰਦੇ ਆ ਕਿ ਆ ਜ਼ਮੀਨ ਵੇਚ ਕੇ ਫਲਾਨਾ ਕੰਮ ਕਰਨਾ। ਇੱਕ ਉਹ ਬਜ਼ੁਰਗ ਹੁੰਦਾ ਜਿਹੜੇ ਬਜ਼ੁਰਗ ਦੇ ਚਿੱਟੇ ਕੱਪੜੇ ਪਾਏ ਹੁੰਦੇ ਆ, ਬਾਹਰ ਵਿਹੜੇ ਦੇ ਵਿੱਚ ਐਨ ਮੰਜਾ ਢਾ ਕੇ ਚਿੱਟੀ ਚਾਦਰ ਵਿਛਾ ਕੇ ਉੱਪਰ ਉਹਨੂੰ ਬਿਠਾਇਆ ਹੁੰਦਾ, ਤੇ ਆਉਣ ਜਾਣ ਵਾਲਾ ਪ੍ਰਾਹੁਣਾ ਵੀ ਪਹਿਲਾਂ ਉਹਨੂੰ ਆਣ ਕੇ ਫਤਿਹ ਬੁਲਾਉਂਦਾ, ਤੇ ਨਿਆਣੇ ਕੀ ਕਹਿੰਦੇ ਹੁੰਦੇ ਆ, ਬਾਪੂ ਬੜਾ ਕੰਮ ਕੀਤਾ ਤੂੰ, ਬਾਪੂ ਸਾਡੇ ਨੇ ਸਾਡੇ ਪੈਰ ਲਾਏ ਆ, ਬਾਪੂ ਹੁਣ ਐਂ ਕਰ ਲਈ। ਉਹਨੇ ਕਿਹੜਾ ਮਨਾ ਕਰਨਾ ਹੁੰਦਾ। ਜਾਣੀ ਉਹਨੂੰ ਮਾਣ ਤਾਣ ਤਾਂ ਦਿਓ, ਉਹਦੀ ਸਲਾਹ ਤਾਂ ਲਓ। ਘੱਟੋ ਘੱਟ ਕਈ ਮੈਂ ਦੇਖਿਆ ਘਰਾਂ ਦੇ ਵਿੱਚ ਕਿਸੇ ਨੂੰ ਤਨਖਾਹ ਮਿਲਦੀ, ਲਿਆ ਕੇ ਉਹਨੂੰ ਫੜਾ ਦਿੰਦੇ, ਹਾਲਾਂਕਿ ਬਾਪੂ ਨੇ ਫਿਰ ਉਹਨੂੰ ਦੇ ਦੇਣੀ ਹੁੰਦੀ ਹੈ। ਉਹਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ, ਉਹਦਾ ਮਾਣ ਤਾਣ ਰੱਖੋ, ਉਹਨੂੰ ਪੁੱਛੋ ਕਿ ਭਾਈ ਕੀ ਚਾਹੁੰਦਾ ਹੈ। ਤੇ ਜੇ ਨਹੀਂ ਪੁੱਛਣਾ ਫਿਰ ਤਾਂ ਕੋਠੜੀ ਵਾਲੇ ਬਾਪੂ ਵਾਲੇ ਹਾਲਾਤ ਜੇ ਆਪਾਂ ਕਰਨੇ ਆ ਕਿ ਭਾਈ ਆ ਸਾਡੇ ਕੋਲ ਨਵੇਂ ਬੰਦੇ ਆ ਗਏ ਆ,
ਤੁਸੀਂ ਖਾਦ ਪਾਈ ਹੋਊਗੀ, ਤੁਸੀਂ ਹਰੀ ਕ੍ਰਾਂਤੀ ਲਿਆਂਦੀ ਹੋਊਗੀ, ਤੁਸੀਂ ਅਮਰੀਕਾ ਤੋਂ ਕਣਕ ਜਿਹੜੀ ਅਸੀਂ ਮੰਗਵਾਉਂਦੇ ਸੀ ਸਿਰ ਥੱਲੇ ਨੂੰ ਹੁੰਦਾ ਸੀ, ਉੱਥੋਂ ਸਾਡਾ ਸਿਰ ਉੱਪਰ ਨੂੰ ਕੀਤਾ ਹੋਊਗਾ, ਹੁਣ ਸਾਰੀ ਉਮਰ ਤੁਹਾਡੀ ਥੋੜ੍ਹੇ ਚੱਲਣ ਦੇਣੀ ਹੈ। ਇੱਕ ਗੱਲ ਇੱਥੇ ਸੰਧਾਲੀਆ ਸਾਹਿਬ ਤੁਸੀਂ ਜਿਹੜੇ ਹੱਲ ਦੀ ਕੀਤੀ ਸੀ, ਦੇਖੋ ਮੈਂ ਪ੍ਰਿਯੰਕਾ ਗਾਂਧੀ ਬੀਬੀ ਜੀ ਕਾਂਗਰਸ ਪਾਰਟੀ ਦੇ ਲੀਡਰ ਨੇ, ਉਹ ਉੱਤਰ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨੀ ਗਏ। ਉਹ ਕਹਿੰਦੇ ਜੇ ਸਾਡੀ ਸਰਕਾਰ ਬਣ ਗਈ ਨਾ ਅਸੀਂ ਆ ਖੇਤੀ ਕਾਨੂੰਨ ਰੱਦ ਕਰ ਦੇਣੇ ਆ। ਠੀਕ ਹੈ, ਉਹਨਾਂ ਨੇ ਇੱਕ ਧਾਰਮਿਕ ਸਥਾਨ ਤੇ ਮੱਥਾ ਵੀ ਟੇਕਿਆ, ਵਿਸ਼ੇਸ਼ ਕਿਸਮ ਦੇ ਕੱਪੜੇ ਵੀ ਪਾਏ, ਜਾ ਕੇ ਉੱਥੇ ਕਾਂਗਰਸ ਪਾਰਟੀ ਦੀਆਂ ਕਿਸਾਨਾਂ ਦੀਆਂ ਰੈਲੀਆਂ 'ਚ ਹਿੱਸਾ ਲਿਆ। ਜਿਹੜੇ ਨਵਰੀਤ ਸਿੰਘ ਦੀ ਗੱਲ ਕੀਤੀ ਸੀ ਉਹਦੀ ਅੰਤਿਮ ਅਰਦਾਸ ਤੇ ਵੀ ਗਏ ਸੀ। ਸਵਾਲ ਤਾਂ ਸੰਧਾਲੀਆ ਸਾਹਿਬ ਇੱਥੇ ਪੈਦਾ ਹੁੰਦਾ ਨਾ ਕਿ ਠੀਕ ਹੈ ਸਰਕਾਰ ਉਹਨਾਂ ਦੀ ਬਣ ਗਈ ਮੰਨ ਲਓ, ਪਰ ਕੀ ਆ 23 ਦੀਆਂ 23 ਫਸਲਾਂ ਦੀ MSP ਤੇ ਸਰਕਾਰੀ ਖਰੀਦ ਦੀ ਗਾਰੰਟੀ ਦੇਣ ਜੋਗੇ ਹੈਗੇ ਆ? ਉਹ ਉਹਨਾਂ ਦੇ ਕੋਲੇ ਕੋਈ ਰੋਡ ਮੈਪ ਹੈਗਾ? ਅੱਜ ਉਹ ਕਹਿ ਦੇਣਗੇ ਕਿਉਂਕਿ ਉੱਥੇ ਤਾਂ ਸਿਰਫ ਸਰਕਾਰ ਦੀ ਤਬਦੀਲੀ ਹੋਣੀ ਆ, ਪਾਲਿਸੀਜ਼ ਤਾਂ ਉਹੀ ਨੇ, ਉਦਾਂ ਦਾ ਕੰਮ ਹੀ ਕਰਨਾ। ਕੀ ਉਹਨਾਂ ਦੇ ਕੋਲੇ ਬਾਰਦਾਨਾ ਸਾਰਿਆਂ ਨੂੰ ਦੇਣ ਦੇ ਪੈਸੇ ਹੈਗੇ ਆ? ਜਿਹੜੀ ਆ ਹੁਣ ਦੀ ਕੇਂਦਰ ਸਰਕਾਰ ਕਹਿੰਦੀ ਆ ਕਿ ਜੇ ਅਸੀਂ ਸਾਰੀਆਂ ਫਸਲਾਂ ਖਰੀਦਣਗੇ ਇੰਨੇ 1000 ਕਰੋੜ ਰੁਪਈਆ ਲੱਗਣਾ ਹੈ, ਸਾਡੇ ਕੋਲੇ ਉਹਨੇ ਪੈਸੇ ਹੈ ਨਹੀਂ। ਹੁਣ ਰਾਹੁਲ ਗਾਂਧੀ ਹੋਰੀ ਦੱਸਣ, ਬੀਬੀ ਪ੍ਰਿਯੰਕਾ ਗਾਂਧੀ ਦੱਸਣ, ਜਾਂ ਜਿਹੜੀਆਂ ਵੀ ਪਾਰਟੀਆਂ ਅੱਜ ਕਹਿੰਦੀਆਂ ਕਿ ਅਸੀਂ ਆ ਕੇ ਤਾਂ ਰੱਦ ਕਰ ਦੇਣੇ ਤਾਂ ਫਿਰ ਬਾਕੀ ਮਸਲੇ ਤਾਂ ਖਲੋਤੇ ਨੇ ਨਾ। ਜਾਣੀ ਸਾਨੂੰ ਬਰੀਕੀ ਨਾਲ ਦੇਖਣਾ ਪਊਗਾ। ਆਹ ਮਸਲਾ ਖਲੋਤਾ ਹੈ, ਜੇ ਕਾਨੂੰਨ ਰੱਦ ਵੀ ਹੋ ਜਾਂਦੇ ਉਹਦੇ ਬਾਵਜੂਦ ਵੀ ਸਾਡੇ ਕੋਲੇ ਅੰਬਾਰ ਲੱਗੇ ਸਮੱਸਿਆਵਾਂ ਦੇ ਉਹਦੇ ਹੱਲ ਲੱਭਣੇ ਪੈਣੇ ਬਹੁਤ ਜ਼ਰੂਰੀ ਨੇ। ਮੇਰਾ ਖਿਆਲ ਬਾਟ ਸਾਹਿਬ ਹੁਣ ਜੇ ਸਿਆਸੀ ਲੀਡਰਾਂ ਨੇ ਆਹੀ ਕੁਝ ਕਰਨਾ ਵੀ ਜਦੋਂ ਮੈਂ ਲੀੜੇ ਪਾ ਲਾਂ ਉਹ ਜੇ, ਜਦੋਂ ਮੈਂ ਕੱਪੜੇ ਪਾ ਲਾਂ, ਜਦੋਂ ਮੈਂ ਉਹਨਾਂ ਦੀ ਗੱਲ ਕਰਾਂ ਫਿਰ ਵੋਟਾਂ ਪੈ ਜਾਣਗੀਆਂ। ਜੇ ਤਾਂ ਵੋਟਾਂ ਤੱਕ ਦੀ ਰਾਜਨੀਤੀ ਕਰਨੀ ਆ ਵੀ 5 ਸਾਲ ਗਾਂਹ ਨਿਆਣੇ ਕਿਵੇਂ ਸੈੱਟ ਕਰਨੇ ਆ, ਫਿਰ ਛਕਣਾ ਛਕਾਉਣਾ ਕਿੱਦਾਂ, ਫਿਰ ਤਾਂ ਇਦਾਂ ਹੀ ਚੱਲੀ ਜਾਣਾ। ਹੁਣ ਜਦੋਂ ਆਪਾਂ 90 ਦੇ ਦਹਾਕੇ ਦੀ ਗੱਲ ਕਰਦੇ ਹਾਂ, ਜਦੋਂ WTO ਵਾਲਾ ਸਮਝੌਤਾ ਹੁੰਦਾ, ਸਰਦਾਰ ਮਨਮੋਹਨ ਸਿੰਘ ਹੋਰੀ ਉਦੋਂ ਫਾਈਨੈਂਸ ਮੰਤਰੀ ਹੁੰਦੇ ਨੇ, ਨਰਸਿਮਹਾ ਰਾਓ ਹੋਣੀ ਪ੍ਰਧਾਨ ਮੰਤਰੀ ਹੁੰਦੇ ਨੇ, ਉਦੋਂ ਨੀਤੀਆਂ ਸੋਚੀਆਂ ਗਈਆਂ ਹੋਣਗੀਆਂ ਕੁਛ, ਉਦੋਂ ਜਾਪਿਆ ਹੀ ਹੋਊਗਾ ਵੀ ਹਾਂ ਯਾਰ ਆਪਾਂ ਵੀ ਇਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਉਹਦੇ ਨਾਲ ਸਮਝੌਤਾ ਕਰਨਾ, ਇਹ ਸਾਰਾ ਕੁਛ ਕਰਕੇ ਫਿਰ ਆਪਾਂ ਆਪਣੇ ਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਪਾਰਕ ਸਮਝੌਤੇ ਕਰਨੇ ਆ। ਹੁਣ 29-30 ਸਾਲ ਹੋ ਗਏ ਉਹ ਸਾਰਾ ਕੁਛ ਸ਼ੁਰੂ ਹੋਇਆਂ ਨੂੰ। ਜੇ 29-30 ਸਾਲਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਵਿੱਚੇ ਗੱਠਜੋੜਾਂ ਦੀਆਂ, ਵਿੱਚੇ ਦੂਸਰੇ ਗੱਠਜੋੜਾਂ ਦੀਆਂ, ਤੇ ਇਸ ਵਕਤ ਵਿਰੋਧੀ ਤੇ ਰਾਜ ਕਰਦੀਆਂ ਪਾਰਟੀਆਂ ਦੀਆਂ ਸਰਕਾਰਾਂ ਲੰਘ ਚੁੱਕੀਆਂ, ਭੁਗਤ ਚੁੱਕੀਆਂ, ਤੇ 30 ਸਾਲ ਬਾਅਦ ਵੀ ਉਹੀ ਚੀਜ਼ ਹੋ ਰਹੀ ਹੈ ਜਿਹੜੀ ਕਿਤੇ ਉਦੋਂ ਦਿਮਾਗ ਦੇ ਵਿੱਚ ਸੋਚੀ ਗਈ ਹੋਊਗੀ, ਇਹਨਾਂ ਨੇ ਸੋਚੀ ਜਾਂ ਇਹਨਾਂ ਤੇ ਦਬਾਅ ਪਾ ਕੇ ਵਿਦੇਸ਼ੀਆਂ ਨੇ ਸੋਚ ਲਈ। ਤੇ ਜੇ 30 ਸਾਲ ਬਾਅਦ ਵੀ ਦੇਸ਼ ਉੱਥੇ ਦਾ ਉੱਥੇ ਹੀ ਖੜਾ ਤੇ ਆਪਾਂ ਅਜੇ ਵੀ ਇਹ ਕਹੀਏ ਵੀ ਕੋਈ ਗੱਲ ਨਹੀਂ ਸਾਡੀ ਸਰਕਾਰ ਆ ਗਈ ਤੇ ਆਪਾਂ ਫਿਰ ਐਂ ਕਰ ਦੇਵਾਂਗੇ, ਇਹਦਾ ਮਤਲਬ ਇਹੀ ਹੈ ਵੀ ਗੇਅਰ ਪਾ ਲੈਣਾ, ਅਗਲੇ ਨੂੰ ਵਿਖਾ ਲੈਣਾ, ਕਲੱਚ ਨਹੀਂ ਛੱਡਣਾ। ਉਦੋਂ ਬਾਅਦ ਫਿਰ ਆਖਣਾ ਨਾ 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 ਜੇ ਸਾਡੀ ਸਰਕਾਰ ਆ ਗਈ ਆਪਾਂ ਫਿਰ ਨਿਊਟਰਲ ਕਰ ਦਿਆਂਗੇ। ਨਿਊਟਰਲ ਕਰ ਲਓ, ਪਰ ਗੱਡੀ ਤੇ ਨਹੀਂ ਨਾ ਤੁਰ ਰਹੀ ਕਿਸੇ ਪਾਸੇ। ਇੱਕ ਬੰਦਾ ਗੇਅਰ ਪਾ ਦਿੰਦਾ, ਦੂਜਾ ਕੱਢ ਦਿੰਦਾ, ਇੱਕ ਪਾ ਦਿੰਦਾ, ਦੂਜਾ ਕੱਢ ਦਿੰਦਾ, ਜੇ ਤਾਂ ਕੰਮ ਚੱਲਣਾ ਇੱਦਾਂ ਹੀ। ਫਿਰ ਇਹ ਜਿਹੜੇ ਲੋਕ ਇਸ ਵਕਤ ਖੁਦਕੁਸ਼ੀਆਂ ਦੇ ਰਾਹ ਪੈ ਗਏ, ਤੇ ਸਰਕਾਰੀ ਅੰਕੜੇ ਵੀ ਦੱਸਦੇ ਆ ਕਿ 4.5 ਲੱਖ ਦੇ ਕਰੀਬ ਖੁਦਕੁਸ਼ੀਆਂ ਹੋ ਚੁੱਕੀਆਂ ਨੇ, ਜਿਹੜਾ ਕਿ ਸਰਕਾਰੀ ਅੰਕੜਾ, ਉਹ ਤੋਂ ਬਿਨਾਂ ਪਤਾ ਨਹੀਂ ਕਿੰਨੀਆਂ ਹੋ ਗਈਆਂ, ਹੁਣ ਆਪਾਂ ਕਹਿ ਨਹੀਂ ਸਕਦੇ। ਉਹਨਾਂ ਲੋਕਾਂ ਦਾ ਭਵਿੱਖ ਫਿਰ ਕਿੱਥੇ ਹੈ? ਉਹ ਤਾਂ ਫਿਰ ਦੀਵਾ ਲੈ ਕੇ ਵੀ ਭਾਲਣ ਦਾ ਭਵਿੱਖ ਲੱਭਦਾ ਨਹੀਂ ਉਹਨਾਂ ਨੂੰ। ਇਹ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਕਈ ਤਰ੍ਹਾਂ ਦੇ ਸੱਚ ਹੁੰਦੇ ਆ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ, ਤੇ ਕਈ ਤਰ੍ਹਾਂ ਦੇ ਸੱਚ ਉਹ ਹੁੰਦੇ ਆ ਜਿਹੜੇ ਸਾਨੂੰ ਨਜ਼ਰ ਆਉਂਦੇ ਆ ਪਰ ਅਸੀਂ ਉਹਨਾਂ ਤੋਂ ਅੱਖਾਂ ਮੀਚ ਕੇ ਰੱਖਦੇ ਹਾਂ। ਤੁਸੀਂ 1992 ਤੋਂ ਸ਼ੁਰੂ ਕੀਤਾ ਤੇ 2021 ਆ, 29-30 ਸਾਲ। ਦੇਖੋ ਕਿੰਨੀ ਲੰਬੇ ਸਮੇਂ ਦੀ ਸੋਚੀ ਹੋਏਗੀ। 1992 ਦੇ ਵਿੱਚ ਜਿਹੜਾ ਕੰਮ ਹੋਇਆ ਵਿਸ਼ਵ ਵਪਾਰ ਸਮਝੌਤੇ ਵਾਲਾ, ਵਿਸ਼ਵ ਵਪਾਰ ਸੰਸਥਾ ਵਾਲਾ, ਉਹਨਾਂ ਨੇ ਇਹ ਥੋੜ੍ਹੀ ਕਿਹਾ ਸੀ 1993 ਦੇ ਵਿੱਚ ਸਾਰਾ ਕੁਝ ਆਪਾਂ ਲਪੇਟ ਦੇਣਾ। ਪੜਾਅ ਦਰ ਪੜਾਅ, ਪਹਿਲਾਂ ਆਹ ਕਰਨਾ, ਟੀਚੇ 15-15 ਸਾਲਾਂ ਦੇ ਰੱਖ ਕੇ ਚੱਲਦੇ ਅਗਲੇ ਕਿ ਭਾਈ ਹੌਲੀ ਹੌਲੀ ਐਨ ਨਿਚੋੜਨਾ ਜੇ ਕੰਮ। ਹੁਣ ਇੱਕ ਪਾਸੇ ਤਾਂ ਉਹ ਨੇ ਜਿਹੜੇ ਸਰਮਾਏਦਾਰੀ ਵਾਲੇ ਪਾਸੇ ਆ ਕਿ 5-7 ਬੰਦਿਆਂ ਦੇ ਕੋਲੇ ਸਾਰਾ ਕੰਮ ਚੱਲੇ ਜਾ, ਬਾਕੀ ਅਸੀਂ ਲੈਣਾ ਕੀ ਹੈ। ਲੋਕ ਭੁੱਖੇ ਮਰਦੇ, ਢੱਠੇ ਖੂਹ ਜਾਂਦੇ ਜਾਣ, ਲੋਕਾਂ ਦੇ ਖੇਤ ਜਾਂਦੇ ਜਾਣ, ਲੋਕਾਂ ਨੂੰ ਫੈਕਟਰੀਆਂ ਦੇ ਵਿੱਚ ਕੰਮ ਕਰਨਾ ਪੈਂਦਾ, ਉੱਥੇ ਕੰਮ ਕਰਨ ਦੇ ਹਾਲਾਤ ਚੰਗੇ ਨਹੀਂ, ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਗਰੋਥ ਦਿਖਾਉਣੀ ਹੈ, ਅਸੀਂ ਇਹ ਦਿਖਾਉਣਾ ਹੈ ਕਿ ਆਹ ਦੇਖੋ ਜੀ ਵਿਕਾਸ ਦਰ ਕਿੱਥੇ ਪਹੁੰਚ ਗਈ, ਸਾਡਾ ਵਿਦੇਸ਼ੀ ਭੰਡਾਰ ਕਿੱਥੇ ਹੋ ਗਿਆ, ਲੋਕਾਂ ਦੀ ਸਿਹਤ ਕਿੱਥੇ ਹੈ, ਲੋਕਾਂ ਨੂੰ ਬਿਮਾਰੀਆਂ ਕਿੰਨੀਆਂ ਲੱਗੀਆਂ, ਸਾਡੀ ਜ਼ਮੀਨ ਦਾ ਪੱਧਰ ਕੀ ਹੈ, ਸਾਡੀ ਪਾਣੀ ਦਾ ਪੱਧਰ ਕੀ ਹੈ। ਉਧਰਲੇ ਪਾਸੇ ਲੈਣਾ ਦੇਣਾ ਕੋਈ ਨਹੀਂ। ਹੁਣ ਜੇ ਅਗਲੇ 40-45-50 ਸਾਲ ਦੀ ਪਾਲਿਸੀ ਬਣਾ ਕੇ ਚੱਲਦੇ ਆ, ਤੇ ਜੇ ਅਸੀਂ 1 ਸਾਲ ਦੀ ਵੀ ਨੀਤੀ ਨਹੀਂ ਬਣਾ ਕੇ ਚੱਲਦੇ, ਮੁਕਾਬਲਾ ਕਿੱਦਾਂ ਕਰਾਂਗੇ? ਆਮ ਲੋਕਾਂ ਦੀ ਗੱਲ ਕਰਦੇ ਹਾਂ, ਲੜਨ ਦੀ ਗੱਲ ਨਹੀਂ ਹੈ। ਸੰਧਾਲੀਆ ਸਾਹਿਬ ਅੱਜ ਕਿਸੇ ਨੂੰ ਕਹਿ ਦੋ ਨਾ ਕਿ ਭਾਈ ਖਾਦ ਘਟਾਉਣੀ ਪਊ, ਦਵਾਈ ਥੋੜ੍ਹੀ ਜਿਹੀ ਘਟਾਉਣੀ ਪਊ, ਥੋੜ੍ਹੀ ਜਿਹੀ ਸ਼ੱਕਰ ਖਾਣੀ ਪਊ, ਖੰਡ ਤੋਂ ਗਰੇਜ਼ ਕਰਨਾ ਪਊ, ਨਿੰਬੂ ਪਾਣੀ ਚੰਗਾ ਆ ਠੰਡਿਆਂ ਠੁੰਡਿਆਂ ਦੇ ਨਾਲੋਂ, ਆਹ ਕੰਮ ਕਰ ਲਈਏ, ਥੋੜ੍ਹੀ ਜਿਹੀ ਕਸਰਤ ਕਰਨੀ ਪਊ, ਆਹ ਮੜ ਜਾ ਫਾਸਟ ਫੂਡ ਘਟਾ ਦਈਏ, ਆਹ ਚੀਜ਼ਾਂ ਆਪਾਂ ਘਰ ਉਗਾ ਕੇ ਖਾਈਏ, ਸਿਹਤ ਚੰਗੀ ਰਹੂ। ਉਹ ਕਹਿੰਦੇ ਕਿੱਥੇ, ਇੱਦਾਂ ਤਾਂ 5-6 ਸਾਲ ਲੱਗਣੇ ਆ। ਅਗਲੇ 40 ਸਾਲ ਦਾ ਪਲਾਨ ਬਣਾ ਕੇ ਸਾਡੇ ਵਾਲੇ ਪਾਸੇ ਸ਼ਿਕੰਜਾ ਕੱਸਦੇ ਆ, ਸਾਡੇ ਕੋਲੋਂ 5-7 ਜਾਂ 10 ਸਾਲ ਦਾ ਪਲਾਨ ਨਹੀਂ ਬਣਦਾ। ਮੁਕਾਬਲਾ ਕਿੱਦਾਂ ਹੋ ਜੂ? ਹੁਣ ਤੁਸੀਂ ਦੇਖੋ ਜੀ ਸੰਧਾਲੀਆ ਸਾਹਿਬ, ਦੇਖੋ ਮੈਂ ਸਮਝਾ ਦਿਆਂ, ਹੋ ਸਕਦਾ ਬਹੁਤ ਸਾਰੇ ਬੰਦੇ ਇਸ ਵਕਤ ਸੋਚਦੇ ਹੋਣ ਵੀ ਯਾਰ
ਇਹ ਗੱਲਾਂ ਕਿੱਦਾਂ ਦੀਆਂ ਕਰਨ ਲੱਗ ਪਈ। ਗੱਲਾਂ ਥੋੜ੍ਹੀਆਂ ਜਿਹੀਆਂ ਤੁਹਾਨੂੰ ਐਂ ਲੱਗਦਾ ਹੋ ਸਕਦਾ ਵੀ ਯਾਰ ਥੋੜ੍ਹੀਆਂ ਜਿਹੀਆਂ ਉੱਪਰਲੀਆਂ ਗੱਲਾਂ ਨੇ ਯਾਰ, ਤੂੰ ਕੋਈ ਪਿੰਡਾਂ ਵਾਲੀ ਕੋਈ ਸੱਥ ਵਾਲੀ ਗੱਲ ਕਰੋ। ਚਲੋ ਪਿੰਡਾਂ ਵਾਲੀ ਸੱਥ ਵਾਲੀ ਕਰ ਲਈਏ। ਹੁਣ ਆਪਾਂ ਮੰਨ ਲਓ ਫਸਲ ਬੀਜਦੇ ਹਾਂ, ਆਪਣੀ ਫਸਲ ਕਿੰਨੇ ਕੁ ਚਿਰ ਦੀ ਹੁੰਦੀ? ਵੱਧ ਤੋਂ ਵੱਧ 6 ਦੀ 6 ਮਹੀਨਿਆਂ ਦੀ। ਵੀ 6 ਮਹੀਨੇ ਦੀ ਫਸਲ ਹੈ ਭਾਈ, 6 ਮਹੀਨੇ ਬਾਅਦ ਘਰੇ ਦਾਣੇ ਆਉਣੇ ਚਾਹੀਦੇ ਆ। ਜੇ ਨਾ ਆਏ ਤਾਂ ਆਪਾਂ ਗਏ। ਇੱਕ ਪਾਸੇ 6 ਮਹੀਨੇ 3 ਮਹੀਨੇ ਜੇ ਦਾਲਾਂ ਲਾ ਲਈਏ, 3 ਮਹੀਨਿਆਂ ਵਾਲੀ ਆਪਾਂ ਫਸਲ ਦੀ ਗੱਲ ਕਰ ਲਈਏ, ਬਹੁਤਾ ਤੁਸੀਂ ਕੋਈ ਗੇਤੇ ਵਾਲਾ ਝੋਨਾ ਵੀ ਲਾ ਲਓ, ਵੀ ਜਿਹੜਾ ਬਸ ਉਹ ਜਿਹਨੂੰ 60 ਝੋਨਾ ਕਹਿ ਦਿੰਦੇ ਆ, ਉਹ ਵੀ ਮੈਂ ਕਹਿੰਦਾ 3 ਮਹੀਨੇ ਤਾਂ ਲੈ ਜਾਂਦਾ। ਇੱਕ ਪਾਸੇ ਆਪਾਂ 3 ਮਹੀਨੇ ਨਹੀਂ ਕੱਢ ਸਕਦੇ ਤੇ ਦੂਜੇ ਪਾਸੇ ਅਗਲੇ ਨੇ 3 ਦਹਾਕੇ ਹੋ ਗਏ ਇਸ ਚੀਜ਼ ਦੇ ਉੱਪਰ ਕੰਮ ਕਰਦਿਆਂ। ਹੁਣ 3 ਦਹਾਕਿਆਂ ਦੇ ਤੌਰ ਦੇ ਉੱਪਰ ਬਣੀਆਂ ਹੋਈਆਂ ਪਾਲਿਸੀਆਂ, ਉਸ ਪਾਸੇ ਨੂੰ ਤੁਰਦੀ ਹੋਈ ਚੀਜ਼, ਉਸ ਪਾਸੇ ਨੂੰ ਚੱਲਦਾ ਹੋਇਆ ਹੌਲੀ ਹੌਲੀ ਪੈਰ, ਆਪਾਂ ਆਪਣੇ ਤੌਰ ਦੇ ਉੱਪਰ ਇਹ ਸੋਚੀਏ ਵੀ ਸਾਡੇ ਕੋਲੋਂ 3 ਮਹੀਨੇ ਨਹੀਂ ਨਿਕਲਦੇ ਤੇ ਅਸੀਂ ਮਰ ਜਾਵਾਂਗੇ, ਅਸੀਂ ਲੁੱਟੇ ਜਾਵਾਂਗੇ। ਫਿਰ ਉਹ ਲੜਾਈ ਜਿਹੜੀ ਉਹ ਸਾਵੀਂ ਜਾਪਦੀ ਹੈ ਕਿਸੇ ਪਾਸਿਓਂ। ਇੰਨਾ ਹੀ ਸੋਚ ਲਿਆ ਆਪਣੀ ਕਹਾਣੀ ਸਮਝ ਆ ਜਾਣੀ। ਇਹ ਗੱਲ ਤੁਹਾਡੀ ਠੀਕ ਹੈ। ਜਦੋਂ ਲੜਾਈ ਦਾ ਬੈਲੈਂਸ ਹੀ ਨਹੀਂ ਹੋਊਗਾ, ਸੰਤੁਲਨ ਹੀ ਨਹੀਂ ਹੋਊਗਾ, ਤਾਂ ਫਿਰ ਗੱਲ ਜਾਊ ਕਿੱਧਰ ਨੂੰ। ਸੰਧਾਲੀਆ ਸਾਹਿਬ, ਇੱਕ ਮੈਂ ਉਦਾਹਰਣ ਦੇਣ ਦੀ ਕੋਸ਼ਿਸ਼ ਕਰਦਾ, ਸ਼ਾਇਦ ਕਿਉਂਕਿ ਆਪਣੇ ਤੋਂ ਤਾਂ ਸਾਰੇ ਬੰਦੇ ਬੜੇ ਸੁਘੜ ਨੇ, ਸਿਆਣੇ ਨੇ, ਸ਼ਾਇਦ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਖਾਸ ਤੌਰ ਤੇ ਜਿਹੜੇ ਸਾਡੇ ਸੱਜਣ ਟਰਾਲੀਆਂ ਦੇ ਵਿੱਚ ਬੈਠੇ ਇਸ ਵੇਲੇ ਦਿੱਲੀ 'ਚ। ਮੈਂ ਸੋਚ ਰਿਹਾ ਸੀ ਕਿ ਇੱਕ ਠੀਕ ਘਰ ਜਿਹੜਾ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਬਣਿਆ, ਠੀਕ ਠਾਕ ਘਰ, ਅਸੀਂ ਉੱਥੇ ਦੇਖੀਏ ਕਿ ਆ ਜਿਹੜੇ ਸਰਮਾਏਦਾਰਾਂ ਦੀ ਗੱਲ ਚੱਲਦੀ ਹੈ, ਕਾਰਪੋਰੇਟਾਂ ਦੀ ਗੱਲ ਚੱਲਦੀ ਹੈ, ਕੋਈ ਵੱਡੀਆਂ ਕੰਪਨੀਆਂ ਨੇ। ਸਾਡੇ ਕੋਲੇ ਸਾਫ਼ ਪਾਣੀ ਸੀ, ਸਾਨੂੰ ਕਿਹਾ ਗਿਆ, ਅਸੀਂ ਫੁੱਲ ਚੜਾਏ, ਪਾਣੀ ਗੰਦਲਾ ਹੋ ਗਿਆ, ਅਸੀਂ 10 15 20 ਹਜ਼ਾਰ ਦਾ ਵਾਟਰ ਪਿਊਰੀਫਾਇਰ ਲਵਾਇਆ। ਹੁਣ ਪੰਜਾਬ ਦੇ ਵਿੱਚ 50 ਲੱਖ ਘਰ ਨੇ, ਜੇ ਐਵਰੇਜ 10,000 ਰੁਪਈਆ ਵੀ ਆਪਾਂ ਇੱਕ ਵਾਟਰ ਪਿਊਰੀਫਾਇਰ ਦੇ ਉੱਤੇ ਲਾਇਆ ਤੇ ਉਹਨੂੰ 50 ਲੱਖ ਨਾਲ ਗੁਣਾ ਕਰ ਲਈਏ, ਕਿੰਨੇ ਪੈਸੇ ਅਸੀਂ ਸਰਮਾਏਦਾਰਾਂ ਦੀ ਜੇਬ ਦੇ ਵਿੱਚ ਪਾ ਦਿੱਤੇ। ਉਹ ਪੈਸੇ ਮੁੜ ਕੇ ਸਾਡੇ ਉੱਥੇ ਕੋਲਡ ਸਟੋਰ ਬਣਾਉਣਗੇ, ਪ੍ਰਾਈਵੇਟ ਉਹ ਇਨਵੈਸਟਮੈਂਟ ਕਰਨਗੇ, ਸਾਨੂੰ ਖਾਣਗੇ। ਉਹਦੇ ਤੋਂ ਬਾਅਦ ਇੱਥੇ ਗੱਲ ਕਰ ਦਈਏ WhatsApp, ਇਹ ਵੀ ਕਰ ਦਈਏ। ਇਹ ਉਦੋਂ ਹੋਇਆ ਜਦੋਂ ਸਾਰੇ ਪੰਜਾਬ ਦੇ ਘਰ ਘਰ ਆਰਓ ਲੱਗ ਗਏ ਤੇ ਬੰਦਾ ਗੋਲ ਗੱਪਿਆਂ ਦੀ ਰੇਹੜੀ ਤੇ ਜਾ ਕੇ ਵੀ ਪੁੱਛਦਾ, ਭਾਜੀ ਇਹ ਪਾਣੀ ਆਰਓ ਵਾਲਾ ਕਿ ਦੂਜਾ? ਉਦੋਂ ਪਿਛਲੇ ਸਮੇਂ ਤੁਹਾਨੂੰ ਯਾਦ ਹੋਣਾ, ਅੱਜ ਦੀ ਡੇਟ ਦੇ ਵਿੱਚ ਅਫਸਰ ਸਾਹਿਬ ਉਹ ਰਿਟਾਇਰ ਹੋ ਗਏ ਨੇ। ਉਸ ਅਫਸਰ ਸਾਹਿਬ ਦੀ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਰਿਪੋਰਟ ਆਈ ਸੀ ਕਿ ਪੰਜਾਬ 'ਚ ਤਾਂ ਆਰਓ ਦੀ ਲੋੜ ਹੀ ਨਹੀਂ। ਬੰਦਾ ਪੁੱਛੇ, ਜਦੋਂ ਤੁਹਾਨੂੰ ਪਤਾ ਸੀ ਆਰਓ ਦੀ ਲੋੜ ਨਹੀਂ ਤਾਂ ਫਿਰ ਰੋਕਣਾ ਕਿੰਨੇ ਸੀ? ਕਿੰਨੇ ਸਮਝੌਤਾ ਕਰਕੇ ਉਹ ਸਾਰੇ ਪੰਜਾਬ ਦੇ ਵਿੱਚ ਆਰਓ ਸਿਸਟਮ ਲਵਾਏ? ਕਿਹੜੀਆਂ ਸਰਕਾਰਾਂ ਸੀ ਉਦੋਂ? ਕਿੰਨੇ ਦੱਸਣਾ ਸੀ ਲੋਕਾਂ ਨੂੰ ਵੀ ਕਿਉਂ ਖੱਜਲ ਹੋਣਾ ਯਾਰ, ਕਿਉਂ ਇੰਨੇ ਪੈਸੇ ਲਾਉਣਾ ਆਰਓ ਤੇ, ਨਾਲੇ ਆਪਣੀ ਸਿਹਤ ਖਰਾਬ ਕਰਦਾ, ਤੈਨੂੰ ਤਾਂ ਲੋੜ ਹੀ ਨਹੀਂ। ਪਰ ਜਦੋਂ ਪਤਾ ਲੱਗ ਗਿਆ ਵੀ ਘਰ ਘਰ ਇੱਕ ਛੱਡ ਕੇ 2-2 ਵੀ ਲੱਗ ਗਏ, ਉਦੋਂ ਆਪਾਂ ਜਾ ਕੇ ਰਿਪੋਰਟ ਕੱਢ ਦਿੰਦੇ ਵੀ ਪੰਜਾਬ 'ਚ ਤਾਂ ਆਰਓ ਸਿਸਟਮ ਦੀ ਲੋੜ ਹੀ ਨਹੀਂ। ਸੰਧਾਲੀਆ ਸਾਹਿਬ, ਇਹ ਜ਼ਰੂਰੀ ਹੈ ਇਹਨੂੰ, ਇਸ ਗੱਲ ਨੂੰ ਸਮਝਣਾ, ਨਹੀਂ ਤਾਂ ਔਖੇ ਹੋਵਾਂਗੇ। ਮੈਂ ਇੱਕ ਐਗਜ਼ਾਮਪਲ ਕੋਟ ਕਰਨ ਲੱਗਾ ਸੀ ਕਿ ਆਪਾਂ ਘਰ ਬਣਾ ਲਿਆ, 3 ਜੀਆਂ, ਕਮਰੇ 6 ਬਣਾ ਲਏ, 6 ਕਮਰਿਆਂ ਦੇ ਵਿੱਚ 3 ਜਗ੍ਹਾ ਦੇ ਉੱਤੇ ਸੋਫੇ ਰੱਖ ਲਿਆ ਕਿ ਆਉਣ ਜਾਣ ਵਾਲੇ ਲਈ, ਆਪਣੇ ਲਈ ਜ਼ਰੂਰੀ ਹੈ ਸਾਰਾ ਕੁਝ, ਮੈਂ ਨਹੀਂ ਕਹਿੰਦਾ ਨਹੀਂ ਜ਼ਰੂਰੀ। ਪਰ ਉਹ ਜਿਹੜੇ ਸੋਫੇ ਬਣੇ ਆ, ਉਹਨਾਂ ਦੇ ਵਿੱਚੋਂ ਬਹੁਤ ਸਾਰਾ ਸੌਦਾ ਪੱਤਾ ਜਿਹੜਾ ਉਧਰਲੇ ਪਾਸੇ ਆਉਂਦਾ, ਅਸੀਂ ਕਹਿੰਦੇ ਕਿ ਨਹੀਂ ਭਾਈ ਇਹ ਦੇਸੀ ਨਹੀਂ ਹੈ, ਲੋਕਲ ਨਹੀਂ ਹੈ, ਇਹ ਤਾਂ ਉੱਥੋਂ ਮੰਗਵਾਇਆ, ਫਲਾਨੀ ਕੰਪਨੀ ਦੇ ਆ। ਉਹ ਕੰਪਨੀ ਨੂੰ ਜਿਹੜਾ ਰੁਪਈਆ ਦਿੱਤਾ, ਉਹ ਆਣ ਕੇ ਸਾਡੀ ਧੌਣ ਦੇ ਉੱਤੇ ਕੀਲਾ ਉਹਨਾਂ ਨੇ ਮੁੜ ਕੇ ਗੱਡਣਾ। ਫਿਰ ਅਸੀਂ ਜੇ ਵੱਧ ਕਮਰੇ ਬਣਾਉਣੇ, ਮੈਂ ਨਹੀਂ ਕਹਿੰਦਾ ਕਿ ਵੱਡੀਆਂ ਕੋਠੀਆਂ ਬੰਗਲੇ ਨਾ ਪਾਈਏ, ਪਾਉਣੇ ਚਾਹੀਦੇ ਆ, ਪਰ ਆਪਾਂ ਨੂੰ ਕਦੇ ਕਦੇ ਹਾਲਾਤ ਦੇਖਣੇ ਪੈਣਗੇ। ਸਰੀਆ ਪੰਜਾਬ ਦੇ ਵਿੱਚ ਨਹੀਂ ਹੁੰਦਾ, ਅਸੀਂ ਲੋਹਾ ਬਾਹਰੋਂ ਮੰਗਵਾਉਂਦੇ ਆ। ਸੀਮੈਂਟ ਪੰਜਾਬ 'ਚ ਨਹੀਂ ਹੁੰਦਾ, ਅਸੀਂ ਲੋੜ ਤੋਂ ਵੱਡੀ ਚੀਜ਼ ਬਣਾਈ। ਠੀਕ ਹੈ, ਸਾਨੂੰ ਪੰਜਾਬੀਆਂ ਨੂੰ ਇੱਕ ਮਾਣ ਹੈ ਕਿ ਅਸੀਂ ਮਿਹਨਤ ਕਰਦੇ ਹਾਂ, ਤੇ ਅਸੀਂ ਫਿਰ ਮਿਹਨਤ ਕਰਦੇ ਹਾਂ ਤਾਂ ਕਿਉਂ ਨਾ ਵੱਡੇ ਘਰ ਬਣਾਈਏ। ਪਰ ਉਸ ਵੱਡੇ ਘਰ ਦੇ ਵਿੱਚ ਲੱਗਾ ਸੀਮੈਂਟ, ਉਸ ਵੱਡੇ ਘਰ 'ਚ ਲੱਗਾ ਸਰੀਆ, ਉਸ ਵੱਡੇ ਘਰ ਦੇ ਵਿੱਚ ਲੱਗਾ ਸਟੀਲ, ਉੱਥੇ ਹੋਰ ਬਹੁਤ ਸਾਰੀਆਂ ਬਿਜਲੀ ਦੀਆਂ ਜਿੰਨੀਆਂ ਸੌਕਟ ਵਾਧੂ ਲੱਗੀਆਂ, ਜਿੰਨੀਆਂ ਟਿਊਬ ਲਾਈਟਾਂ ਵਾਧੂ ਲੱਗੀਆਂ, ਅਸੀਂ ਕਰਟਨ, ਪਰਦੇ ਕਿੰਨੇ ਵਧੀਆ ਵਧੀਆ ਬਹੁਤ ਠੋਕ ਕੇ ਪੈਸੇ ਖਰਚਦੇ। ਕਾਹਦੇ ਲਈ? ਅਸੀਂ ਆਪ ਵੀ ਉਹੀ ਪੰਜਾਬੀ ਹਾਂ, ਸਾਡੇ ਘਰ ਦੇ ਵਿੱਚ ਆਉਣ ਵਾਲਾ ਵੀ ਉਹੀ ਪੰਜਾਬੀ ਹੈ। ਅਸੀਂ ਪੰਜਾਬ ਦਾ ਸਰਮਾਇਆ ਔਖੇ ਹੋ ਕੇ ਜਿਹੜਾ ਕਮਾਇਆ, ਕਿਹਦੀਆਂ ਜੇਬਾਂ 'ਚ ਪਾ ਰਹੇ ਹਾਂ? ਮਾੜਾ ਜਿਹਾ ਸੋਚੀਏ, ਵਿਚਾਰੇ ਬੱਚੇ ਦੀ ਪੜ੍ਹਾਈ ਤੇ ਲਾਉਣੇ, ਠੋਕ ਕੇ ਲਾਓ ਪੈਸੇ। ਆਪਦੀ ਸਿਹਤ ਕਾਇਮ ਕਰਨੀ ਹੈ, ਠੋਕ ਕੇ ਲਾਓ ਪੈਸੇ। ਕੋਈ ਬੰਦਾ ਮਨਾ ਨਹੀਂ ਕਰਦਾ, ਪਰ ਜਿਹੜੀ ਚੀਜ਼ ਫੌਰੀ ਤੌਰ ਤੇ ਰੋਕ ਸਕਦੀ ਹੈ ਸਾਡੀ ਪੂੰਜੀ ਨੂੰ, ਸਾਡੀ ਕੈਪੀਟਲ ਨੂੰ, ਸਾਡੇ ਪੈਸੇ ਨੂੰ, ਅਸੀਂ ਗੈਰ ਜ਼ਰੂਰੀ ਉਹਨਾਂ ਲੋੜਾਂ ਦੇ ਉੱਤੇ ਨਹੀਂ ਖਰਚਣਾ ਜਿਹੜੀਆਂ ਰੋਕੀਆਂ ਜਾ ਸਕਦੀਆਂ। ਤੇ ਰੁਪਈਆ ਸਾਡਾ ਕਿੱਥੇ ਜਾਂਦਾ? ਮੁੜ ਕੇ ਉਹੀ ਕਹਿੰਦੇ ਆ, ਨਾ ਤੁਹਾਡੀ ਸਰਕਾਰ ਦੇ ਕੋਲੋਂ ਕੱਖ ਨਹੀਂ ਹੋਣਾ, ਅਸੀਂ ਇੱਥੇ ਗਡਾਊਨ ਬਣਾਉਣੇ ਆ, ਅਸੀਂ ਇੱਥੇ ਕੋਲਡ ਸਟੋਰ ਬਣਾਉਣੇ ਆ, ਅਸੀਂ ਆਹ ਰੇਲ ਗੱਡੀ ਦੀ ਲਾਈਨ ਬਣਾ ਲੈਂਦੇ ਆ, ਆਹ ਏਅਰਪੋਰਟ ਵੀ ਸਾਡਾ, ਆਹ ਮੋਬਾਈਲ ਕੰਪਨੀ ਵੀ ਸਾਡੀ, ਆਹ ਇੰਟਰਨੈਟ ਵਾਲਾ ਸੌਦਾ ਪੱਤਾ ਵੀ ਸਾਡਾ, ਆਹ ਬ੍ਰਾਂਡ ਤੁਸੀਂ ਸਾਡਾ ਪਾਓ। ਸਾਡੇ ਦਿਮਾਗ ਦੇ ਵਿੱਚ ਇਹ ਗੱਲ ਕਰਤੀ ਕਿ ਨਾ 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 ਨਾ, ਆਹ ਜਿਹੜਾ ਲੋਕਲ ਜਿਹਾ ਸਮਾਨ ਬਣਾਉਂਦਾ ਖਰਾ ਨਹੀਂ ਲੱਗਦਾ। ਤੁਸੀਂ ਦੇਖੋ ਕੱਪੜਾ ਉਹੀ ਹੁੰਦਾ। ਮੈਂ ਕੱਲ ਕਿਸੇ ਸੱਜਣ ਦੇ ਨਾਲ ਗਿਆ ਸੀ, ਉਹ ਕਹਿਣ, ਮੈਂ ਕਿਹਾ ਯਾਰ ਕੱਪੜਾ ਤਾਂ ਠੀਕ ਲੈਣਾ, ਨਹੀਂ ਕਹਿੰਦੇ ਇਹਦਾ ਮੁੱਲ, ਇਹਦਾ ਜਿਹੜਾ ਸਟicker ਜਿਹਾ ਲੱਗਾ ਇੱਥੇ,
ਤੁਸੀਂ ਦੇਖੋ ਕਿ ਜੇ ਕੱਪੜਾ ਉਹੀ ਠੰਡ ਰੋਕਦਾ, ਓਨੀ ਕੀ ਗਰਮੀ ਰੋਕਦਾ, ਤੇ ਅਸੀਂ ਸਿਰਫ ਇੱਕ ਸਟicker ਦੇ ਲਈ ਤੇ ਰੁਪਈਏ ਕਿਹਦੇ ਕੋਲੇ ਜਾਂਦੇ ਆ? ਸਿੱਧੇ ਉੱਥੇ ਜਦੋਂ ਸਾਡੀ ਧੌਣ ਦੇ ਉੱਤੇ ਗੋਡਾ ਰੱਖ ਹੁੰਦਾ। ਸਹਿਮਤੀ ਹੋ ਸਕਦੀ ਹੈ। ਮੈਂ ਤਾਂ ਤੁੱਛ ਬੁੱਧੀ ਨਾਲ ਬੇਨਤੀ ਕੀਤੀ। ਇਹ ਬਿਲਕੁਲ ਸਹੀ ਆ। ਇਹ ਸਾਰੇ ਕੁਛ ਵੱਲ ਪਾਸੇ ਦੇਖਣਾ ਪੈਣਾ, ਕਿਉਂਕਿ ਕਾਰਨ ਇਹ ਆ ਜੀ ਇੱਕ ਪਾਸੇ 30 ਦਹਾਕਿਆਂ ਤੋਂ ਇੱਕ ਹੀ ਚੀਜ਼ ਦੇ ਉੱਪਰ ਚੱਲਦਾ ਕੰਮ, ਸਰਕਾਰ ਜਿਹੜੀ ਮਰਜ਼ੀ ਆ ਜਾਵੇ, ਨੀਤੀ ਸੇਮ, ਜਿਹੜੀ ਹੁਣ ਤੱਕ ਦੇ ਆਪਾਂ ਕਾਰਪੋਰੇਟ ਘਰਾਣਿਆਂ ਦੀਆਂ ਅੱਜ ਦੀਆਂ ਕੰਪਨੀਆਂ ਤੇ ਅੱਜ ਦੇ ਗਡਾਊਨ ਦੇਖਦੇ ਆ, ਉਹਨਾਂ ਦੇ ਨੀਂਹ ਪੱਥਰ ਕਦੋਂ ਰੱਖੇ, ਉਹਨਾਂ ਨੂੰ ਸਾਰਾ ਕੁਛ ਕਦੋਂ ਟੈਂਡਰ ਜਾਂ ਇਜਾਜ਼ਤਾਂ ਜਾਂ ਲਾਇਸੈਂਸ ਜਾਂ ਪਰਮਿਟ ਸਰਕਾਰਾਂ ਵੱਲੋਂ ਮਿਲੇ, ਉਹ ਸਾਰੇ ਕੁਛ ਨੂੰ ਦੇਖ ਲਓ, ਕਈ ਦਹਾਕੇ ਲੱਗਦੇ ਨੇ। ਜੇ ਦਹਾਕਿਆਂ ਦੇ ਹਿਸਾਬ ਨਾਲ ਉਹ ਆਪਣੇ ਚੀਜ਼ ਦੇ ਉੱਪਰ ਤੁਰੇ ਰਹਿੰਦੇ ਨੇ ਤੇ ਆਪਾਂ ਜੇ ਮੰਨ ਲਓ ਕਿ ਅੱਜ ਖੇਤੀ ਅੰਦੋਲਨ, ਕਿਸਾਨ ਅੰਦੋਲਨ ਦੇ ਨਾਲ ਆਪਾਂ ਇਸ ਚੀਜ਼ ਦੇ ਉੱਪਰ ਵੀ ਆ ਜਾਂਦੇ ਵੀ ਸਰਕਾਰ ਕਹਿੰਦੀ ਓਕੇ ਜੀ ਆ ਲਓ ਮਾਰੀ ਲੀਕ, ਅਸੀਂ ਛੱਡੇ ਜੀ ਕਾਨੂੰਨ, ਜੇ ਤੁਸੀਂ ਚਾਹੁੰਦੇ ਨਹੀਂ ਅਸੀਂ ਕਦ ਲਈ ਬਣਾਉਂਦੇ ਹਾਂ। ਪਰ ਕੀ ਇਹਦੇ ਨਾਲ ਮਸਲਾ ਹੱਲ ਹੋ ਜੂ? ਕਿ ਇਹਦੇ ਨਾਲ ਖੇਤੀ ਵਾਲਾ ਜਿਹੜਾ ਜਿੰਨੇ ਰੋਗ ਨੇ ਹੁਣ ਤੱਕ, ਚਾਹੇ ਉਹ ਖੁਦਕੁਸ਼ੀਆਂ ਦੇ ਨੇ, ਚਾਹੇ ਬਿਮਾਰੀਆਂ ਦੇ ਨੇ, ਚਾਹੇ ਕਰਜ਼ੇ ਦੇ ਨੇ, ਚਾਹੇ ਮੰਦੀ ਹਾਲਤ ਦੇ ਨੇ, ਚਾਹੇ ਅੱਗੇ ਖੇਤੀ ਗਰੋਥ ਦੀ ਗੱਲ ਹੈ, ਕੀ ਉਹ ਸਾਰੀਆਂ ਚੀਜ਼ਾਂ ਉਹਨਾਂ ਦੀ ਇੱਕ ਕਹਾਣਾ ਦੇ ਨਾਲ ਖਤਮ ਹੋ ਜਾਣਗੀਆਂ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਠੀਕ ਹੈ, ਇੱਕ ਅੰਦੋਲਨ, ਇੱਕ ਲੜਾਈ ਇੱਕ ਵੱਖਰੇ ਤੌਰ ਦੇ ਉੱਪਰ ਚੱਲ ਰਹੀ ਹੈ, ਜਿੱਥੇ ਆਪਾਂ ਨੂੰ ਲੱਗਦਾ ਵੀ ਆਹ ਚੀਜ਼ ਸਾਡੇ ਨਾਲ ਅਸਾਮੀ ਹੁੰਦੀ ਪਈ ਹੈ, ਇਹਨੂੰ ਸਾਵਾਂ ਕਰ ਲਓ ਭਾਈ, ਪਲੜਾ ਬਰਾਬਰ ਕਰ ਲਓ, ਫਿਰ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਅਜੇ ਵੀ ਆਸ ਨਹੀਂ ਹੈ ਵੀ ਉੱਧਰਲੇ ਪਾਸਿਓਂ ਚੀਜ਼ ਆਪਣੇ ਹਿਸਾਬ ਨਾਲ, ਕਿਸਾਨਾਂ ਦੇ ਹਿਸਾਬ ਨਾਲ ਜਾਂ ਤੁਹਾਡੇ ਹਿਸਾਬ ਨਾਲ ਹੋ ਜੂਗੀ, ਤਾਂ ਫਿਰ ਉਸ ਤੋਂ ਬਾਅਦ ਆਪਣੀ ਕਿਹੜੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ 3 ਮਹੀਨਿਆਂ 'ਚੋਂ ਨਿਕਲ ਕੇ 3 ਸਾਲਾਂ ਦਾ ਤੇ 3 ਦਹਾਕਿਆਂ ਦਾ ਪਲਾਨ ਬਣਾ ਕੇ ਚੱਲੀਏ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹ ਕਹਿਣ ਜ਼ਰੂਰ ਕਿ ਫਲਾਨਾ ਬੋਰਡ ਇਹਦਾ ਬਾਪੂ ਲਾ ਗਿਆ ਸੀ ਤਾਂ ਕਰਕੇ ਉਹਨੂੰ ਅੰਬ ਲੱਗਦੇ ਆ, ਤੇ ਜੇ ਆਪਾਂ ਬੋਰਡ ਲਾਉਣਾ ਨਹੀਂ ਤੇ ਭਾਲਣਾ ਵੀ ਪੋਤਾ ਅੰਬ ਖਾਵੇ, ਉਹ ਕਿੱਥੋਂ ਖਾਊਗਾ? ਇਹ ਬਹੁਤ ਜ਼ਰੂਰੀ ਹੈ। ਸਾਡੇ ਕੋਲੇ ਸਾਧਨ ਉਨੇ ਨਹੀਂ, ਸਾਡੇ ਕੋਲੇ ਸਮਾਂ ਉਨਾ ਨਹੀਂ। ਕਈ ਤੁਹਾਡੇ ਵਰਗੇ ਸਰਦਾਰ ਬੰਦੇ ਹੁੰਦੇ ਆ, ਵੱਡੇ ਬੰਦੇ ਹੁੰਦੇ ਆ। ਸੰਧਾਲੀਆ ਸਾਹਿਬ, ਤੁਹਾਡੇ ਘਰੇ ਚੂਪਣ ਵਾਲਾ ਅੰਬ ਆ ਜਾਵੇ, ਤੁਸੀਂ ਉਹਨੂੰ ਕਰਨਾ ਡੋਕ ਜਿਹਾ ਕੱਢਣਾ, 2 ਇੱਦਾਂ ਬੂੰਦਾਂ ਜੀਆਂ ਥੱਲੇ ਸਿੱਟਣੀਆਂ, ਮਾੜਾ ਜਿਹਾ ਐਂ ਕਰਕੇ ਉਹਨੂੰ ਕਰਨਾ, ਜਿੰਨਾ ਮੋਟਾ ਚੂਪ ਹੋ ਗਿਆ, ਬਾਕੀ ਚੱਕ ਮਾਰਿਆ ਪਿੱਛੇ। ਸਾਡੇ ਵਰਗੇ ਬੰਦੇ, ਉਹਨਾਂ ਨੇ ਕੀ ਕਰਨਾ ਹੁੰਦਾ? ਪਹਿਲੀ ਗੱਲ ਹੈ ਕਿ ਉਹ 5 ਜਣੇ ਹੁੰਦੇ ਜੀ ਘਰ ਦੇ ਵਿੱਚ, ਅੰਬ 4 ਹੁੰਦੇ ਚੂਪਣ ਵਾਲੇ। ਉਹ ਪਹਿਲਾਂ ਤਾਂ ਰੌਲਾ ਪੈ ਜਾਣਾ। ਹੁਣ ਚਲੋ ਇੱਕ ਨੇ ਕਹਿ ਦੇਣਾ ਚਲੋ ਚੂਪ ਲਓ ਯਾਰ, ਮੈਂ ਤਾਂ ਅੱਗੇ ਛਾਲਾ ਜਿਹਾ ਹੋਇਆ ਮੂੰਹ ਦੇ ਵਿੱਚ, ਕਿ ਸਿਆਣੇ ਬੰਦੇ ਨੇ ਹੋਊਗਾ। ਅਸੀਂ ਪਹਿਲਾਂ ਉਹਨੂੰ ਚੂਪਣਾ, ਪਹਿਲਾਂ ਤਾਂ ਇਹ ਦੇਖਣਾ ਕਿ ਇੱਕ ਬੂੰਦ ਤੋਂ ਵੱਧ ਡੋਕ ਨਾ ਥੱਲੇ ਡਿੱਗ ਪਵੇ। ਉਹਦੇ ਤੋਂ ਬਾਅਦ ਉਹਨੂੰ ਚੂਪ ਲੈਣਾ, ਫਿਰ ਉਹਦੀ ਕੱਲੀ ਛਿੱਲ ਐ ਰਗੜਨੀ ਦੰਦਾਂ ਦੇ ਨਾਲ, ਫਿਰ ਉਹਦੀ ਗਿਟਕ ਜਿਹੜੀ ਆ ਨਾ, ਮੈਂ ਕਹਿੰਦਾ ਕਿ ਸ਼ਰਤ ਲਾ ਲਓ ਜੇ ਗਿਟਕ ਦੇ ਨਾਲ ਮਾੜਾ ਜਿਹਾ ਵੀ ਪੀਲੇ ਰੰਗ ਦਾ ਕੋਈ ਪਦਾਰਥ ਰਹਿ ਜਾਊਗਾ, ਐ ਰਗੜ ਕੇ ਸਣੀ, ਸਵੇਰ ਨੂੰ ਗੁਆਂਢੀ ਪੁੱਛਦੇ ਹੁੰਦੇ ਯਾਰ ਆ ਗਿਟਕ ਕਾਹਦੀ ਆ? ਅਸੀਂ ਪੰਜਾਬ ਵਾਲੇ ਲੋਕਾਂ ਕੋਲ ਸਾਧਨ ਇੰਨੇ ਕਾ, ਕਿਰਸ ਕਰਨੀ ਪਊਗੀ, ਥੋੜਾ ਜਿਹਾ ਕੰਮ ਉਧਰਲੇ ਪਾਸੇ ਕਰਨਾ ਪਊਗਾ। ਆਪਾਂ ਅੰਬ ਦੀ ਗਿਟਕ ਵਾਂਗੂ ਐਨ ਨਿਚੋੜ ਕੇ ਸਾਰਾ ਕੁਝ ਉਧਰਲੇ ਪਾਸੇ ਨੂੰ ਤੋਰਨਾ। ਥੋੜਾ ਜਿਹਾ ਸੰਭਲੀਏ, ਬਹੁਤ ਸੰਭਲੇ ਹੋ, ਬੜਾ ਮਾਣ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਏਕਤਾ ਵਾਲਾ ਸਬੂਤ ਦਿੱਤਾ, ਪਰ ਇਧਰਲੇ ਪਾਸੇ ਤੁਰਨਾ ਪਊਗਾ। ਇਹਦੀ ਬਹੁਤ ਲੋੜ ਹੈ। ਜੇ ਆਪਾਂ ਬਾਜ਼ਾਰ ਤੋਂ ਬਚ ਜਾਵਾਂਗੇ ਨਾ, ਜਿਹੜਾ ਬਾਜ਼ਾਰ ਹੈ ਇਸ ਵਕਤ, ਪਹਿਲਾਂ ਆਪਾਂ ਨੂੰ ਜਾਪਦਾ ਸੀ ਬਾਜ਼ਾਰ ਉਹੋ ਹੀ ਆ ਵੀ ਜਿੱਦਾਂ ਆਪਾਂ ਕਹਿੰਦੇ ਯਾਰ ਮੰਡੀ ਜਾਣਾ, ਉਹ ਮੰਡੀ ਵਾਲਾ ਬਾਜ਼ਾਰ ਨਹੀਂ ਹੈਗਾ। ਮੰਡੀ 'ਚ ਬੈਠੇ ਜਿਹੜੇ ਛੋਟੇ ਦੁਕਾਨਦਾਰ ਨੇ ਜਾਂ ਜਿਹੜੇ ਛੋਟੇ ਉੱਥੇ ਵਿਚਾਰੇ, ਜਿਨ੍ਹਾਂ ਦੇ ਨਾਲ ਹੋ ਸਕਦਾ ਵੀ ਕਈ ਪੀੜ੍ਹੀਆਂ ਦੀ ਸਾਂਝ ਹੋਵੇ, ਵੀ ਉਹ ਸ਼ਾਹ ਸੀ ਆਪਣਾ, ਸ਼ਾਹ ਕੋਲੋਂ ਆਪਾਂ ਸੌਦਾ ਵੀ ਲੈ ਆਉਂਦੇ ਸੀ, ਸ਼ਾਹ ਦੇ ਮੁੰਡੇ ਨੇ ਆੜਤ ਵੀ ਪਾ ਲਈ, ਫਿਰ ਉਹ ਆੜਤ 'ਤੇ ਉੱਥੇ ਸੁੱਟ ਵੀ ਆਉਂਦੇ ਸੀ ਚੀਜ਼ਾਂ, ਫਿਰ ਮੁੰਡੇ ਨੇ ਪੈਟਰੋਲ ਪੰਪ ਲਾ ਲਿਆ, ਤੇਲ ਵੀ ਉਹਦੇ ਕੋਲ ਲੈ ਆਈਦਾ, ਇੱਕ ਨੇ ਦਵਾਈਆਂ ਵਾਲੀ ਦੁਕਾਨ ਪਾ ਲਈ, ਆਪਾਂ ਦਵਾਈ ਬੂਟੀ ਰੇਹ ਸਪਰੇਅ ਵੀ ਉਹਦੇ ਕੋਲ ਲੈ ਆਈਦੀ ਆ। ਉਹ ਆ ਸਾਂਝਾ, ਉਹ ਬਾਜ਼ਾਰ ਨਹੀਂ ਹੈਗਾ। ਬਾਜ਼ਾਰ ਉਹ ਤੋਂ ਪਿੱਛੇ ਹੈ, ਬਾਜ਼ਾਰ ਉਹ ਤੋਂ ਬਹੁਤ ਵੱਡਾ ਹੈ। ਜਿਹੜਾ ਬਾਜ਼ਾਰ ਇਸ ਪੂਰੇ ਤੰਤਰ ਨੂੰ ਕੰਟਰੋਲ ਕਰਦਾ, ਉਹਦੇ ਲਈ ਇੰਡੀਆ ਇੱਕ ਮੰਡੀ ਹੈ, ਪੂਰਾ ਦੇਸ਼ ਇੱਕ ਮੰਡੀ ਹੈ, ਤੇ ਉਸ ਮੰਡੀ ਦੇ ਵਿੱਚ ਜਿਹੜੇ ਇਹ ਛੋਟੇ ਵਿਚਾਰੇ ਅੱਗੇ ਰਹਿ ਗਏ ਦੁਕਾਨਦਾਰ, ਉਹ ਤੇ ਆਪਣੇ ਹੀ ਭਾਈ ਬੰਧੂ ਨੇ, ਉਹਨਾਂ ਨਾਲ ਕੋਈ ਲਿੰਕ ਨਹੀਂ ਹੈਗਾ। ਪਰ ਜਿਹੜਾ ਪਿੱਛੋਂ ਸਾਰਾ ਕੁਝ ਕੰਟਰੋਲ ਕਰਨ ਵਾਲਾ ਜਿਹੜੀ ਸ਼ਕਤੀ ਹੈ, ਉਸ ਸ਼ਕਤੀ ਦੇ ਸਾਹਮਣੇ ਜੇ ਇਸੇ ਤਰ੍ਹਾਂ ਹੀ ਆਪਾਂ ਉਹ ਜੱਡ ਪੁਣੇ ਨਾਲ, ਮੂਰਖ ਪੁਣੇ ਨਾਲ, ਅੱਛਾ ਵੀ ਆਪ ਮੁੰਡੇ ਕੁੜੀ ਦਾ ਵਿਆਹ ਕਰਨਾ, ਦਾਜ ਬਣਾਉਣ ਚੱਲ ਗਏ, ਵਰੀ ਬਣਾਉਣ ਚੱਲ ਗਏ, 1.5 ਲੱਖ ਦਾ ਇੰਨਾ ਕਰ ਲਿਆ, 1.5 ਲੱਖ ਦਾ ਉਹਨਾਂ ਕਰ ਲਿਆ, ਫਲਾਣੇ ਪੈਲਸ 'ਚ ਇੰਨੇ ਫੂਕ ਤੇ, ਢੀਂਗੜੇ ਤੇ ਉਹਨੇ ਫੂਕ ਤੇ, ਮੁੰਡੇ ਨੂੰ ਮੋਬਾਈਲ ਲੈ ਤਾ ਲੱਖ ਤਾਂ, ਉਹਨੇ ਹੁਣ ਬੁਲਟ ਵੀ ਲੈ ਲਿਆ। ਮੈਂ ਤਾਂ ਕਹਿੰਦਾ ਵੀ ਜਿਹੜਾ ਪਹੁੰਚ ਜਿਹਦੇ ਕੋਲੇ ਹੈਗੀ ਆ, ਜੇ 100 ਕਮਾਉਂਦਾ 10 ਖਰਚ ਲਓ, ਪਰ ਜੇ 100 ਕਮਾਉਂਦੇ ਤੇ 200 ਖਰਚਣ ਵਾਲੀ ਆਦਤ ਆਪਾਂ ਨੂੰ ਛੱਡਣੀ ਪਊਗੀ। ਕਿਉਂਕਿ ਜਿਹੜਾ ਬੰਦਾ 200 ਅੱਜ ਆਪਾਂ ਨੂੰ ਦਵਾਉਂਦਾ ਨਾ, ਉਹਨੂੰ ਪਤਾ ਪਿਛਲੇ ਬਾਜ਼ਾਰ ਤੋਂ ਵੀ ਭਾਈ ਸਾਹਿਬ ਕੋਈ ਗੱਲ ਨਹੀਂ, ਅੱਜ 200 ਦੇ ਲਾ, ਕੱਲ੍ਹ ਨੂੰ ਇਹਦੇ ਕੋਲੋਂ ਆਪਾਂ 250 ਦੇ ਹਿਸਾਬ ਨਾਲ ਸਾਰਾ ਕੁਝ ਲੈ ਲੈਣਾ। ਇਹ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। 7-8 ਨਾ ਇੱਕੋ ਬੀਬੀ ਜਾਂ ਬੀਬੇ ਦੀਆਂ ਤਸਵੀਰਾਂ ਇੱਕੋ ਹੀ ਬੋਰਡ ਦੇ ਉੱਤੇ ਲੱਗੀਆਂ ਹੁੰਦੀਆਂ। इस क्रीम का प्रयोग करने से पहले, इस क्रीम का प्रयोग करने के बाद। पहला रंग मेरे वर्गा, उस तो बाद तुहाडे वर्गा, उहदे तो बाद तो फिर पता नहीं किहदे वर्गा। 20 दिनों के बाद ये फर्क देखिए भाई, हुंदा तो मेरे वर्गा ही बंदा आ। वो फर्क जिहड़ा सानू तुहानू नहीं पैना, असीं जिद्दां दे हैगे आ उदां दे ठीक आ। हुण मोटी जी गल है, असीं बाजार दा हिस्सा बनना, असीं वरते जाना,
ਅਸੀਂ ਮਸ਼ਹੂਰੀਆਂ ਦੇ ਪ੍ਰੈਸ਼ਰ ਹੇਠ ਆ ਜਾਣਾ, ਜਾਂ ਫਿਰ ਅਸੀਂ ਆਪਣੇ ਮੂਲ ਨੂੰ ਪਹਿਚਾਨਣਾ ਕਿ ਭਾਈ ਠੀਕ ਹੈ ਬਾਜ਼ਾਰ ਤੋਂ ਬਚਿਆ ਨਹੀਂ ਜਾ ਸਕਦਾ, ਪਰ ਅਸੀਂ ਕਿੰਨਾ ਕੁ ਉਹਦੇ ਵਿੱਚ ਗ੍ਰਸਤ ਹੋਣਾ ਤੇ ਕਿੰਨਾ ਕੁ ਬਚਣਾ। ਮੈਂ ਆਖਰੀ ਉਦਾਹਰਣ ਇੱਕ ਦੇਣੀ ਆ। ਸਮਾਂ ਸੰਧਾਲੀਆ ਸਾਹਿਬ ਹੋਈ ਜਾਂਦਾ, ਮੈਂ ਕਿਸੇ ਬਹੁਤ ਗੂੜੇ ਸੱਜਣ ਦੇ ਨਾਲ ਇੱਥੇ ਗਿਆ, ਮੈਨੂੰ ਕਹਿੰਦੇ ਲਿਆ ਤੈਨੂੰ ਸਟੋਰ ਦਿਖਾ ਕੇ ਲਿਆਉਣੇ, ਕਿਉਂਕਿ ਨਵੇਂ ਨਵੇਂ ਬੰਦੇ ਨੂੰ ਨਾਲ ਲੈ ਜਾਂਦੇ ਹੁੰਦੇ ਆ। ਉਹਨਾਂ ਨੇ ਉੱਥੇ ਜਾ ਕੇ ਇੱਕ ਘੜੀ ਖਰੀਦੀ, ਮੈਂ ਬ੍ਰਾਂਡ ਦਾ ਨਾਂ ਨਹੀਂ ਲੈਣਾ, ਬ੍ਰਾਂਡ ਦਾ ਪੁੱਠਾ ਨਾਂ ਲੈ ਲੈਣਾ, ਫੈਡ ਫੇਕਰ ਪਤਾ ਨਹੀਂ ਕੀ ਸੀ ਉਹ, ਹੁਣ ਨਾ ਸਮਝ ਲਿਓ ਆਪੇ ਹੀ। ਮੈਂ ਕਿਹਾ ਯਾਰ ਇਹਦਾ ਪਟਾ ਜਿਹਾ ਵੀ ਮੈਨੂੰ ਤਾਂ ਐਂ ਲੱਗਦਾ, ਕਿਉਂਕਿ ਮੈਂ ਤਾਂ ਪੁਰਾਣੇ ਮਾਡਲ ਦਾ ਬੰਦਾ, ਪਟਾ ਜਿਹਾ ਵੀ ਇਹਦਾ ਘਸਿਆ ਲੱਗਦਾ, ਆ ਵੀ ਲੱਗਦਾ। ਕਹਿੰਦੇ ਨਹੀਂ ਬ੍ਰਾਂਡ ਆ ਬ੍ਰਾਂਡ, ਇਹੀ ਤੇ ਇਹਦੀ ਖਾਸੀਅਤ ਹੈ। ਹੁਣ ਘੜੀਆਂ ਤਾਂ ਸੱਜਣ ਦੇ ਕੋਲੇ ਹੋਰ ਵੀ ਹੋਣੀਆਂ, ਦੇਖਣਾ ਆਪਾਂ ਸਮਾਂ। ਹਾਂ ਜੇ ਸਾਰਾ ਕੁਝ ਠੀਕ ਆ, ਬੁੱਲੇ ਲੁੱਟਦੇ ਆ, ਰੁਪਈਆ ਧੇਲਾ ਬਹੁਤ ਵਧੀਆ, ਸਮਾਜ ਵਧੀਆ, ਭਵਿੱਖ ਵਧੀਆ, ਲੈ ਲਓ, ਕੋਈ ਗੱਲ ਨਹੀਂ, ਆਪਾਂ ਕਿਸੇ ਦੀ ਵਿਰੋਧਤਾ ਨਹੀਂ ਕਰਦੇ। ਪਰ ਕਿਹੜੇ ਸਮੇਂ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਹੈ, ਉਹ ਬ੍ਰਾਂਡ ਦਿਖਦਾ ਟਾਈਮ ਹੀ ਹੈ, ਪਰ ਅਸੀਂ ਕਿਹਨੂੰ ਕੀ ਦਿਖਾਉਣਾ ਤੇ ਕਿਹੜੇ ਵੇਲੇ ਦਿਖਾਉਣਾ। ਕਿਉਂਕਿ ਉਹਨਾਂ ਨੇ ਦੱਸਿਆ ਕਿ ਭਾਈ ਆਹ ਚੀਜ਼ ਭਾਵੇਂ ਘਸੀਓ ਲੱਗਦੀ ਹੈ, ਭਾਵੇਂ ਉਧੜੀਓ ਲੱਗਦੀ ਹੈ, ਪਰ ਇਹ ਜੇ ਤੁਸੀਂ ਲਾਈ ਆ ਤੇ ਇਹਦਾ ਮਤਲਬ ਤੁਸੀਂ ਕੋਈ ਬਹੁਤ ਵੱਡੀ ਚੀਜ਼ ਲਾਈ ਹੈ। ਉਹਦੇ ਨਾਲ ਦਿਨ 48 ਘੰਟਿਆਂ ਦਾ ਨਹੀਂ ਹੋ ਜਾਂਦਾ, ਉਹਦੇ ਨਾਲ 1 ਘੰਟੇ ਦਾ ਸਮਾਂ 2.5 ਘੰਟੇ ਦਾ ਨਹੀਂ ਹੋ ਜਾਂਦਾ, ਸਮਾਂ ਉਹਨੇ ਓਨਾ ਹੀ ਦੱਸਣਾ। ਪਰ ਇਹ ਬਾਜ਼ਾਰ ਹੈ ਜਿਹਨੇ ਸਾਨੂੰ ਆਪਣੇ ਫਾਹੇ 'ਚ ਲਿਆ, ਨਾ ਫਾਹਾ ਗਲ ਦੇ ਵਿੱਚੋਂ ਨਿਕਲਦਾ, ਨਾ ਉਹ ਪੂਰਾ ਘੁੱਟਦੇ ਆ, ਮਾੜਾ ਜਿਹਾ ਸਾਹ ਬੰਦ ਹੋਣ ਲੱਗਦਾ ਢਿੱਲ ਛੱਡ ਦਿੰਦੇ ਆ, ਜਦੋਂ ਬੰਦਾ ਪੂਰਾ ਸਾਹ ਲੈਂਦਾ ਭੋਰਾ ਕੁ ਫਿਰ ਕੱਸ ਦਿੰਦੇ ਆ। ਕਿੰਨੀ ਕੁ ਦੇਰ ਉਹ ਫਾਹਾ ਗਲ ਦੇ ਵਿੱਚ ਰੱਖਣਾ ਰੱਬ ਜਾਣਦਾ ਹੀ, ਜਾਂ ਸਾਡੇ ਸੂਝਵਾਨ ਦਰਸ਼ਕ ਜਾਣਦੇ। ਨਹੀਂ, ਇਹ ਬਹੁਤ ਲੋੜ ਹੈ ਇਹ ਸਾਰੇ ਕੁਛ ਦੇ ਵਿੱਚ। ਇੱਕ ਚੀਜ਼ ਮੈਂ ਜ਼ਰੂਰ ਬੇਨਤੀ ਕਰਾਂ, ਜਿਹੜੇ ਵੀ ਇਸ ਵਕਤ ਕਿਸਾਨ ਅੰਦੋਲਨ ਦੇ ਵਿੱਚ ਅੱਗੇ ਲੱਗੇ ਹੋਏ ਲੀਡਰ ਸਾਹਿਬਾਨ ਨੇ, ਠੀਕ ਹੈ ਲੜਾਈ ਇੱਕ ਪਾਸੇ ਹੈ, ਉਹ ਇੱਕ ਸਿਆਸੀ ਲੜਾਈ ਹੋ ਸਕਦੀ ਹੈ ਕਿ ਸਿਆਸਤਦਾਨ ਕੀ ਕਰ ਰਹੇ ਨੇ, ਕਿੱਥੇ ਕਿਹੜੀ ਚੀਜ਼ ਕਿਵੇਂ ਚਾਹੀਦੀ ਹੈ, ਪਰ ਉਹ ਸਾਰੇ ਕੁਛ ਦਾ ਭਵਿੱਖ ਕੀ ਹੋ ਸਕਦਾ ਹੈ, ਕਿਉਂਕਿ ਨੀਤੀਆਂ ਉੱਥੋਂ ਬਣਨੀਆਂ ਨੇ। ਜੇ ਅੱਜ ਉਹ ਕਿਸੇ ਦਬਾਅ ਦੇ ਵਿੱਚ ਸਾਰਾ ਕੁਝ ਕਰ ਰਹੇ ਨੇ, ਅੱਜ ਉਹ ਦਬਾਅ ਘਟ ਜਾਏਗਾ, ਹੋਰ 2 ਸਾਲਾਂ ਨੂੰ ਫਿਰ ਆ ਜਾਏਗਾ, ਦਬਾਅ ਉੱਥੇ ਦਾ ਉੱਥੇ ਰਹਿਣਾ। ਕਿਉਂਕਿ ਜੇ ਰੱਸਾ ਗਲ 'ਚ ਪਿਆ, ਅੱਜ ਉਹ ਢਿੱਲਾ ਹੋ ਸਕਦਾ ਪਰ ਕੱਲ੍ਹ ਨੂੰ ਕੱਸਿਆ ਜਾ ਸਕਦਾ। ਆਪਾਂ ਸਕੀਮ ਇਹ ਲਾਉਣੀ ਹੈ ਕਿ ਉਹ ਰੱਸਾ ਗਲ 'ਚੋਂ ਕਿੱਦਾਂ ਨਿਕਲੇ, ਕਿਉਂਕਿ ਇੱਕ ਵਾਰ ਰੱਸਾ ਗਲ 'ਚੋਂ ਨਿਕਲ ਗਿਆ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ, ਫਿਰ ਕਿਉਂਕਿ ਰੱਸਾ ਅਗਲਾ ਖਿੱਚੇ ਜੋ ਮਰਜ਼ੀ ਕਰੇ, ਜਦੋਂ ਆਪਣੇ ਗਲ 'ਚ ਹੀ ਹੈ ਨਹੀਂ ਫਿਰ ਕੋਈ ਰੌਲਾ ਨਹੀਂ। ਇਸ ਕਰਕੇ ਆਤਮ ਨਿਰਭਰ ਹੋਣ ਵਾਲੇ ਪਾਸੇ ਜ਼ਰੂਰ ਸੋਚਣਾ ਪਊਗਾ। ਉਹ ਪਿਛਲਾ ਸਮਾਂ, ਵੈਸੇ ਤਾਂ ਆਪਾਂ ਕਈ ਚੀਜ਼ਾਂ ਦੇ ਵਿੱਚ ਹੁਣ ਪਿੱਛੇ ਨੂੰ ਜਾਣ ਲੱਗ ਪਏ ਜੀ, ਫਲਾਨਾ ਫੈਸ਼ਨ ਦੁਬਾਰਾ ਆ ਗਿਆ, ਫਲਾਨੀ ਚੀਜ਼ ਹੁਣ ਦੁਬਾਰਾ ਹੋਣ ਲੱਗ ਪਈ, ਪਰ ਉਹ ਵੀ ਇੱਕ ਸਮਾਂ ਸੀ ਨਾ WhatsApp, ਜਦੋਂ ਆਪਾਂ ਕਹਿੰਦੇ ਸੀ ਕਿ ਪਿੰਡ ਇੱਕ ਇਕਾਈ ਹੈ, ਜਦੋਂ ਪੈਸਾ ਬਹੁਤਾ ਨਹੀਂ ਸੀ ਹੁੰਦਾ ਤੇ ਆਪਸ ਦੇ ਵਿੱਚ ਵਟਾਂਦਰੇ ਦਾ ਵਪਾਰ ਚੱਲਦਾ ਹੁੰਦਾ ਸੀ, ਵੀ ਮੇਰੇ ਕੋਲ ਆਹ ਹੈਗਾ ਤੂੰ ਆਹ ਲੈ ਲਾ, ਤੇਰੇ ਕੋਲ ਆਹ ਹੈਗਾ ਤੂੰ ਆਹ ਕਰ ਲਈ, ਤਾਂ ਜੋ ਰਲ ਮਿਲ ਕੇ ਜੇ ਕੰਮ ਚੱਲ ਪਵੇ। ਉਹ ਜਿਹੜੀ ਵਟਾਂਦਰੇ ਵਾਲੀ ਖੇਤੀ ਹੈ, ਉਹ ਜਿਹੜੀ ਵਟਾਂਦਰੇ ਵਾਲਾ ਵਪਾਰ ਹੈ, ਉਹ ਜਿਹੜੀਆਂ ਲੋੜਾਂ ਨੇ ਕਿ ਲੋਕਲ ਲੋੜ ਕੀ ਹੈ ਜੀ, ਲੋਕਾਂ ਨੂੰ ਸ਼ੱਕਰ ਚਾਹੀਦੀ ਆਪਾਂ ਇੱਥੇ ਆਹ ਕਰ ਲੈਨੇ, ਲੋਕਾਂ ਨੂੰ ਦਾਲਾਂ ਚਾਹੀਦੀਆਂ ਆਪਾਂ ਇੱਥੇ ਆਹ ਕਰ ਲੈਨੇ। ਕਿਉਂਕਿ ਹੁਣ ਕੀ ਚੱਲ ਰਿਹਾ ਕਿ ਚੀਜ਼ ਤੁਸੀਂ ਪਿੰਡ 'ਚ ਪੈਦਾ ਕਰਦੇ ਹੋ, ਤੁਸੀਂ ਮੰਡੀ ਵੇਚ ਆਉਂਦੇ ਹੋ, ਮੰਡੀਓਂ ਅਗਲਾ ਬੰਦਾ ਦੂਰ ਲੈ ਜਾਂਦਾ, ਉੱਥੇ ਪਾਲਿਸ਼ ਕਰਕੇ ਲਿਫਾਫੇ 'ਚ ਪਾ ਕੇ ਫਿਰ ਉਸੇ ਹੀ ਪਿੰਡ 'ਚ ਗਵਾਂਢ ਵਾਲੇ ਘਰ ਨੂੰ ਜਾਂ ਉਸੇ ਹੀ ਘਰ ਨੂੰ ਉਹ ਚੀਜ਼ ਵੇਚਦਾ ਤੇ ਵਿੱਚੋਂ ਆਪਣਾ ਫਾਇਦਾ ਲੈ ਲੈਂਦਾ। ਸਵਾਲ ਸਿਰਫ ਇੰਨਾ ਹੈ ਕਿ ਵੀ ਜਿਹੜੀ ਚੀਜ਼ ਆਪਣੀ ਪੈਲੀ 'ਚ ਇਸੇ ਖੇਤ 'ਚ ਪੈਦਾ ਹੋਈ ਹੈ, ਜੇ ਉਹਨੂੰ ਖਾਣ ਵਾਲੇ ਵੀ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਗਲੀ ਮੁਹੱਲੇ 'ਚ ਰਹਿੰਦੇ ਆ, ਤੇ ਸਿੱਧੀ ਆਪਾਂ ਉਹਨਾਂ ਤੱਕ ਪਹੁੰਚਾ ਦਈਏ, ਬਜਾਏ ਦੇ ਕਿ ਆਪਾਂ ਮੰਡੀ ਦਾ ਗੇੜਾ ਲਵਾ ਕੇ ਤੇ ਵੱਡੇ ਵੱਡੇ ਵਪਾਰੀ ਕਾਰਪੋਰੇਟ ਘਰਾਣਿਆਂ ਦੇ ਲਿਫਾਫਿਆਂ ਨੂੰ ਸਿਰਫ ਤੇ ਸਿਰਫ ਲਿਫਾਫੇ ਦੇ ਪੈਸੇ ਦੇ ਕੇ ਆਈਏ। ਸੰਧਾਲੀਆ ਸਾਹਿਬ, ਤੁਸੀਂ ਪਤੇ ਦੀ ਗੱਲ ਕੀਤੀ ਹੈ, ਬਿਲਕੁਲ ਸੱਚੀ ਗੱਲ ਕੀਤੀ ਹੈ। ਕੁੱਲ ਮਿਲਾ ਕੇ ਸਮਾਪਤੀ ਵਾਲੇ ਪਾਸੇ ਨੂੰ ਵੱਧ ਰਹੇ ਹਾਂ। ਇੱਕ ਹੈਗੀ ਸਿਆਸੀ ਤਬਦੀਲੀ ਕਿ ਇੱਕ ਪਾਰਟੀ ਦੀ ਸਰਕਾਰ ਜਾਊ, ਦੂਸਰੀ ਦੀ ਆਜੂ, ਉਹਦੇ ਨਾਲ ਕਸ਼ਟ ਬਹੁਤੇ ਨਹੀਂ ਕੱਟੇ ਜਾਣੇ। 2 ਤਬਦੀਲੀਆਂ ਦੀ ਲੋੜ ਹੈ, ਇੱਕ ਸਮਾਜਿਕ ਤਬਦੀਲੀ, ਦੂਸਰੀ ਮਾਨਸਿਕ ਤਬਦੀਲੀ। ਸਮਾਜਿਕ ਤਬਦੀਲੀ ਕਿ ਭਾਈ ਆਪਾਂ ਇਕੱਠੇ ਰਹਿਣਾ, ਆਪਾਂ ਕਿਸੇ ਦੇ ਲੜਾਈਆਂ ਨਹੀਂ ਲੜਨਾ। ਮਾਨਸਿਕ ਤਬਦੀਲੀ ਇਹ ਕਿ ਸਾਨੂੰ ਲੋੜ ਕਿਹਦੀ ਹੈ ਤੇ ਧੱਕੇ ਨਾਲ ਕੋਈ ਲੋੜ ਸਾਡੇ ਗਲ ਕਿਹੜੀ ਪਾਈ ਜਾ ਰਹੀ ਹੈ। ਅਸੀਂ ਆਪਣੇ ਆਪ ਤੇ ਯਕੀਨ ਕਰੀਏ, ਆਪਣੀ ਬੁੱਧੀਮਾਨਤਾ ਤੇ ਯਕੀਨ ਕਰੀਏ, ਆਪਦੀ ਤਾਕਤ ਦੇ ਉੱਤੇ ਯਕੀਨ ਕਰੀਏ, ਜਾਂ ਫਿਰ ਉੱਪਰ ਪਾਏ ਕੱਪੜੇ, ਬ੍ਰਾਂਡਡ ਚੀਜ਼ਾਂ, ਆਹ ਸਾਰਾ ਕੁਝ ਲੱਲਾ ਭੱਬਾ, ਉਹਦੇ ਤੇ ਯਕੀਨ ਕਰਨਾ। ਹੁਣ ਮਾਨਸਿਕ ਤਬਦੀਲੀ ਵੀ ਜ਼ਰੂਰੀ ਹੈ। 2 ਤਬਦੀਲੀਆਂ ਤੋਂ ਬਿਨਾਂ ਸ਼ਾਇਦ ਗੱਲ ਦੂਜੇ ਪਾਸੇ ਨਹੀਂ ਜਾਣੀ। ਸਕਿੰਟ 30 ਦਿੱਤੇ ਭਾਵੇਂ। ਜੀ 30 ਸਕਿੰਟਾਂ 'ਚ ਇੱਕ ਗੱਲ ਹੋਰ ਕਰ ਦਵਾਂ ਕਿ ਉਹ ਚੀਜ਼ ਹੈ ਕਿ ਵੀ ਜਿਹੜੀ ਚੀਜ਼ ਇਸ ਵਕਤ ਸਿਆਸਤ ਹੈ, ਉਹ ਸਿਆਸਤ ਦੇ ਵਿੱਚ ਪਹਿਲਾਂ ਸੇਵਾ ਹੁੰਦੀ ਸੀ ਤੇ ਸੇਵਾ ਹੁਣ ਸਿਰਫ ਤੇ ਸਿਰਫ ਮੇਵਾ ਬਣ ਚੁੱਕੀ ਹੈ। ਜੇ ਆਪਾਂ ਨੂੰ ਇਹ ਸ਼ੌਕ ਹੈ ਵੀ ਘੁੱਟਵੀਂ ਪਜਾਮੀ ਪਾ ਕੇ ਤੇ ਚੌਧਰੀ ਬਣ ਕੇ ਆਪਾਂ ਵੀ ਚੌਧਰੀਆਂ ਦੇ ਨਾਲ ਘੁੰਮਣਾ, ਅਖੀਰ ਉਹਨਾਂ ਨੇ ਵਰਤ ਕੇ ਚੂਪੇ ਅੰਬ ਵਾਂਗੂ ਆਪਾਂ ਨੂੰ ਬਾਹਰ ਸੁੱਟ ਦੇਣਾ, ਉਹਦੇ ਨਾਲੋਂ ਚੰਗਾ ਹੈ ਕਿ ਤੁਸੀਂ ਇੰਨੇ ਕੁ ਆਪਣੇ ਆਪ ਦੇ ਵਿੱਚ ਸਟਰੋਂਗ ਬਣ ਜਾਓ ਕਿ ਉਹ ਜਿਹੜੇ ਚੌਧਰੀ ਨੇ, ਘੁੱਟਵੀਆਂ ਪਜਾਮੀਆਂ ਵਾਲੇ ਨੇ, ਉਹ ਵੀ ਕੁਝ ਥੋੜ੍ਹਾ ਜਿਹਾ ਇੱਦਾਂ ਸੋਚਣ ਵੀ ਯਾਰ ਜੇ ਇਹਨਾਂ ਲੋਕਾਂ ਨੂੰ ਆਪਣੇ ਨਾਲ ਰੱਖਣਾ ਪੈਣਾ ਤੇ ਇਹਨਾਂ ਦੇ ਹਿਸਾਬ ਨਾਲ ਚੱਲਣਾ ਪੈਣਾ, ਇਹਨਾਂ ਨੂੰ ਅਸੀਂ ਆਪਣੇ ਹਿਸਾਬ ਨਾਲ ਨਹੀਂ ਚਲਾ ਸਕਦੇ। ਬਸ ਉਹੀ ਸ਼ਲੱਗ ਬਣਨਾ ਆਪਾਂ ਛੱਡ ਦਈਏ, ਆਪਾਂ ਇੱਕ ਆਪਣਾ ਵਧੀਆ ਚੰਗਾ ਸੋਹਣਾ ਸਿਆਣਾ ਰਸਤਾ ਅਖਤਿਆਰ ਕਰ ਲਈਏ। ਜਿਹੜਾ ਫਿਊਚਰ ਹੈ, ਜਿਹੜਾ ਭਵਿੱਖ ਹੈ, ਉਹ ਆਪਣੇ ਆਪ ਹੀ ਰੌਸ਼ਨ ਹੋ ਜਾਊਗਾ। WhatsApp ਬਹੁਤ ਧੰਨਵਾਦ ਸਮਾਂ ਮੈਨੂੰ ਦਿੱਤਾ ਤੁਸੀਂ।
ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਹੋ ਸਕਦਾ ਅੱਜ ਦਾ ਪ੍ਰੋਗਰਾਮ ਕਿਸੇ ਨੂੰ ਬਹੁਤ ਚੰਗਾ ਲੱਗਿਆ ਹੋਵੇ ਤੇ ਕਿਸੇ ਨੂੰ ਬਹੁਤ ਮਾੜਾ ਲੱਗਿਆ ਹੋਵੇ। ਦੋਨੋਂ ਤਰ੍ਹਾਂ ਦੀਆਂ ਟਿੱਪਣੀਆਂ ਰੱਜ ਕੇ ਕਰਿਓ ਤਾਂ ਜੋ ਸਾਨੂੰ ਪਤਾ ਲੱਗ ਜਾਵੇ। ਅਸੀਂ ਵੀ ਦਿਸ਼ਾ ਨਿਰਦੇਸ਼ ਭਾਈ ਸਿੱਧੇ ਸਿੱਧੇ ਤੁਹਾਡੇ ਕੋਲੋਂ ਹੀ ਲੈਣੇ ਹੁੰਦੇ ਆ। ਬਾਕੀ ਕੋਈ ਇਹ ਨਾ ਆਖੇ ਕਿ ਭਾਈ ਅੱਜ ਇਲੈਕਸ਼ਨ ਦੀ ਵੋਟਾਂ ਦੀ ਗੱਲ ਨਹੀਂ ਕੀਤੀ, ਸਾਰਾ ਸਾਲ ਆਪਾਂ ਉਹੀ ਕਰਨੀ ਹੈ। ਅੱਜ ਲੱਗਦਾ ਸੀ ਕਿ ਭਾਈ ਇਹਦੀ ਲੋੜ ਹੈ ਕਿਉਂਕਿ ਜਦੋਂ ਤੱਕ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੁੰਦੀਆਂ ਗਿਲਾ ਪੀਣਾ ਆਪਾਂ ਉਹੀ ਪਾ ਕੇ ਰੱਖਣਾ। ਸੋ ਉਮੀਦ ਕਰਦੇ ਹਾਂ ਕਿ ਕੁਝ ਨਾ ਕੁਝ ਸਮਝਣ ਦਾ, ਸੋਚਣ ਦਾ, ਵਿਚਾਰਨ ਦਾ ਮੌਕਾ ਜਿਹੜਾ ਮਿਲਿਆ ਹੋਵੇਗਾ। ਗੁਰਪ੍ਰੀਤ ਸਿੰਘ ਸੰਧਾਲੀਆ ਤੇ ਮੈਨੂੰ ਪਰਮਵੀਰ ਸਿੰਘ ਬਾਠ ਨੂੰ ਇੱਥੇ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।